ਕੁਛ ਲੋਕਾਂ ਨੂੰ ਜਲਨ ਹੁੰਦੀ ਕਿਸੇ ਦੀ, ਉਹ ਮੈਨੂੰ ਵਾਹਵਾ ਮੇਰਾ ਪਾਉਂਦੇ ਨੇ, ਤੇ ਉਹ ਮੈਂ ਇੱਕ ਦੋ ਵਾਰੀ, ਕਿਉਂਕਿ ਬਹਿਰੀਨ ਤੇ ਚੜ੍ਹਾਈ ਕਰਦਾ ਸੀ ਨਾ ਪਿਆ, ਕੌਣ ਸੀ ਬਹਿਰੀਨ ਤੋਂ ਆਪ ਵੀ ਦੀ ਮੈਨੂੰ ਲੱਗਦਾ ਵਰਿਆਮ ਸੀ ਮੇਰੇ ਖਿਆਲ, ਆਹੋ, ਤੇ ਵਰਿਆਮ ਉਹ ਮੈਂ ਉਹਨੂੰ ਸਿਰਫ ਇੰਨਾ ਆਖਿਆ ਸੀ ਕਿ ਉਹਨੂੰ ਗੱਲ ਤੇ ਪੂਰੀ ਕਰ ਲੈਂਦੇ, ਉਹਦੇ ਮੂੰਹ ਗੱਲ ਤੇ ਨਿਕਲ ਲੈਂਦੇ। ਉਹ ਸ਼ਾਇਦ ਕੋਈ ਇੱਕ ਅੱਧਾ ਦੋਸਤ ਸੀ ਜਿਹੜਾ ਗੁੱਸਾ ਕਰ ਗਿਆ। ਅਸਲ ਨਾ ਜੇ ਭਾਈ ਗੱਲ ਇਹ ਕਿ ਇੱਧਰ ਹੋਵੇ ਜਾਂ ਉੱਧਰ ਹੋਵੇ ਨਾ, ਸੱਚੀ ਗੱਲ ਕਿਸੇ ਨੂੰ ਵਾਰਾ ਨਹੀਂ ਖਾਂਦੀ। ਗੱਲ ਉਹਨਾਂ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਤੁਹਾਡੇ ਹੱਕ ਦੀ ਹੋਵੇ। ਅਗਰ ਤੁਸੀਂ ਕਿਸੇ ਦੇ ਨਾਲ ਜ਼ਰਾ ਜਿਹਾ ਇਖਤਲਾਫ ਕਰ ਲਓ ਨਾ, ਤਾਂ ਤੁਹਾਡੇ ਦੁਆਲੇ ਹੋ ਜਾਏਗਾ। अस्सलाम वालेकुम रहमतुल्लाह, क्या हाल है मिस्टर साहब, ठीक हो? ਅੱਲਾ ਦਾ ਸ਼ੁਕਰ ਹੈ, ਠੀਕ ਠਾਕ। ਤੁਸੀਂ ਮੈਨੂੰ ਕੱਲੇ ਫਸਾ ਕੇ ਆਪਣਾ ਸਾ ਹੈ ਨਹੀਂ ਤਾਂ ਉੱਥੇ ਜਿੱਥੇ ਬਦਤਮੀਜ਼ੀ ਹੋ ਜਾਏ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਸ਼ਹਿਰ ਨੂੰ ਠੰਡਾ ਕਰਨ ਦੀ, ਤੇ ਤੁਹਾਡੇ ਉੱਤੇ ਗੰਦ ਪਾਣ ਲੱਗ ਜਾਏ, ਤੇ ਤੁਹਾਨੂੰ ਉਹਨਾਂ ਨੂੰ ਵੇਖ ਕੇ ਮੇਰੇ ਮੂੰਹ 'ਚ ਫਿਰ ਕੋਈ ਗਲਤ ਗੱਲ ਨਿਕਲੇ, ਬਿਹਤਰ ਹੈ ਮੈਂ ਮਜਲਿਸ ਛੱਡ ਛੜੀ। ਤੁਸੀਂ ਨਹੀਂ, ਉਹ ਤੇ ਮਾਹੌਲ ਹੀ ਖਰਾਬ ਹੋ ਗਿਆ। ਮੈਂ ਸਿਰਫ ਇਹ ਕੋਸ਼ਿਸ਼ ਸੀ ਕਿ ਅਗਰ ਕੋਈ ਹਵਾਲਾ ਹੈ ਕਿਸੇ ਕੋਲ, ਬੁਰੀ ਗੱਲ ਕਿਹੜੀ ਹੈ, ਤੂੰ ਤੇ ਗੱਲ ਕਰ ਲਓ। ਤੇ ਜੇ ਗੱਲ ਕਰਨੀ ਹੈ ਤਾਂ ਤਮੀਜ਼ ਦੇ ਦਾਇਰੇ 'ਚ, ਅਦਬ ਦੇ ਦਾਇਰੇ 'ਚ ਗੱਲ ਹੋ ਸਕਦੀ ਹੈ, ਕੋਈ ਨਾ ਤੇ ਕਿਸੇ ਨੂੰ ਗਾਲ ਕੱਢਦਾ ਪਿਆ। ਤੇ ਜੇ ਮੇਰਾ ਮਤਲਬ ਹੈ ਕਿ ਅਗਰ ਤੁਸੀਂ, ਮੇਰਾ ਤਾਂ ਹਮੇਸ਼ਾ ਤੋਂ ਇੱਕ ਗੱਲ ਤੇ ਸੋਚਣਾ ਕਿ ਜਿਸ ਵੇਲੇ ਤੁਸੀਂ ਕਿਤਾਬਾਂ ਤੇ ਆ ਜਾਂਦੇ ਨਾ ਡਾਇਰੈਕਟ, ਪਹਿਲੋਂ ਤਾਂ ਮਸਲਾ ਹੱਲ ਹੋਣਾ ਚਾਹੀਦਾ ਖਤਮ ਨਬੂਵਤ, ਉਸ ਤੋਂ ਅੱਗੇ ਗੱਲ ਚੱਲਣੀ ਹੀ ਨਹੀਂ ਚਾਹੀਦੀ। ਜਿਸ ਵੇਲੇ ਖਤਮ ਨਬੂਵਤ ਦਾ ਮਸਲਾ ਹੱਲ ਹੋ ਗਿਆ, ਫਿਰ ਕਿਤਾਬਾਂ ਤੁਸੀਂ ਟੁਰੋ, ਠੀਕ ਹੈ ਅਸੀਂ ਇੰਨੀ ਚੀਜ਼ਾਂ ਨੂੰ ਮੰਨਣੇ ਆ, ਇਸ ਤੋਂ ਅੱਗੇ ਨਹੀਂ ਜਾਂਦੇ। ਜਿਸ ਵੇਲੇ ਖਤਮ ਨਬੂਵਤ ਦੀ ਲਾਈਨ ਕ੍ਰਾਸ ਹੋ ਜਾਂਦੀ ਹੈ ਨਾ, ਉਸ ਵੇਲੇ ਕਿਤਾਬਾਂ ਆਉਂਦੀਆਂ। ਮੇਰਾ ਤਾਂ ਘੱਟ ਤੋਂ ਘੱਟ ਇਹ ਮੰਨਣਾ। ਤੇ ਉਸ ਤੋਂ ਬਾਅਦ ਤੁਸੀਂ ਪ੍ਰੂਵ, ਪਹਿਲੋਂ ਉਹਨਾਂ ਨੂੰ ਉੱਥੋਂ ਅੱਗੇ ਤੁਸੀਂ ਉਸ ਲਾਈਨ ਤੋਂ ਅੱਗੇ ਆਉਣ ਕਿਉਂ ਦਿੰਦੇ ਹੋ? ਗੱਲਾਂ ਦੇ ਬਾਅਦ ਜੀ ਦੇਖੋ ਮਿਸਟਰ ਸਾਹਿਬ, ਇੱਕ ਬੰਦਾ ਨਬੀ ਕੁਰਾਨ ਦੀ ਨਸ ਦੇ ਖਿਲਾਫ ਗੱਲ ਕਰੇਗਾ ਤੇ ਮੁਮਕਿਨ ਹੀ ਨਹੀਂ ਉਹਦੇ ਨਾਲ ਫਿਰ ਕੁਰਾਨ ਨਾਲ ਗੱਲ ਹੋਏ ਨਾ। ਕੁਰਾਨ ਦੇ ਅੰਦਰ ਕਲੀਅਰ ਕੱਟ ਅੱਲਾ ਨੇ ਫਰਮਾ ਸਰਿਆ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਖਾਤਮ ਨਬੀयीन ਨੇ, ਠੀਕ ਹੈ। ਔਰ ਤੁਹਾਡੇ ਮਰਦਾਂ ਚੋਂ ਕਿਸੇ ਦੇ ਨਾ ਉਹ ਬਾਪ ਨੇ, ਬਲਕਿ ਰਸੂਲullah व ਖਾਤਮ ਨਬੀयीन ਨੇ। ਗੱਲ ਕਲੀਅਰ ਹੋ ਜਾਂਦੀ। ਖਾਤਮ ਦਾ ਮਤਲਬ ਉਰਦੂ ਦੇ ਅੰਦਰ, ਉਰਦੂ ਕਿਹੜੀ ਜ਼ੁਬਾਨ ਹੈ ਮਿਕਸ ਹੋ ਕੇ, ਅਰਬੀ ਫਾਰਸੀ ਥੋੜੀ ਜਿਹੀ ਤੁਰਕੀ ਮਿਕਸ ਹੋ ਕੇ ਬਣੀ। ਅਰਬੀ ਦੇ ਅੰਦਰ ਵੇਖ ਲਓ, ਉਰਦੂ ਦੇ ਅੰਦਰ ਵੇਖ ਲਓ, ਤੁਰਕੀ ਦੇ ਅੰਦਰ ਵੇਖ ਲਓ। ਖਾਤਮ ਦਾ ਇੱਕ ਹੀ ਮਤਲਬ ਤੁਹਾਨੂੰ ਮਿਲੇਗਾ, ਇਖਤਤਾਮ, ਖਤਮ ਕਰਨ ਵਾਲੇ ਨਬੀ ਕਰੀਮ ਸਿਲਸਿਲੇ ਨਬੂਵਤ। ਔਰ ਹਜ਼ਰਤ ਇਬਰਾਹੀਮ अलैहिस्सलाम ने भी ਜਦੋਂ ਡਾਇਰੈਕਟਲੀ ਉਹਦਾ ਦੀ ਐਂਡ ਤੇ ਨਹੀਂ ਨਾ ਮੰਨਦਾ, ਉਹਦਾ ਮਫਹੂਮ ਸਮਝਣ ਦੀ ਤਰੀਕਾ ਹੋਰ ਹੈ, ਲੇਕਿਨ ਦੀ ਐਂਡ ਨਹੀਂ ਉਹਦਾ ਬਣਦਾ ਮੇਰੇ ਖਿਆਲ ਨਾਲ। ਦੀ ਐਂਡ ਇਹਦੇ ਇਲਾਵਾ ਕੁਝ ਵੀ ਨਹੀਂ ਹੈ। ਨਹੀਂ, ਮੈਂ ਜਿੱਥੋਂ ਤੱਕ ਮੈਂ ਸੁਣਿਆ ਨਾ, ਮੈਂ ਤੁਹਾਨੂੰ ਦੱਸਣਾ ਇੱਕ ਗੱਲ ਸੁਣੋ। ਇੱਥੇ ਨਾ ਇੱਦਾਂ ਮੇਰੇ ਕੋਲ ਨਾ ਇੱਕ ਮੋਰੋਕਨ ਸਵਾਰੀ ਬੈਠੀ, ਮੈਂ ਉਦੋਂ ਨਵਾਂ ਆਇਆ ਸਾਂ ਇੱਥੇ। ਉਦੋਂ ਸਵੇਰੇ ਉੱਠਣਾ ਤੇ ਖਤਮ ਨਬੂਵਤ, ਸਵੇਰੇ ਰਾਤੀ ਉੱਠਣਾ ਖਤਮ ਨਬੂਵਤ, ਜਿਹਨੇ ਈਸਾ ਇਸਤਮਾਨ ਥੱਲੇ। ਮੈਂ ਉਹਦੇ ਕੋਲ, ਮੈਂ ਯਾਰ ਚੱਲ ਰਬੀ, ਮੈਂ ਚਸਕੇ ਨਾਲ ਗੱਲ ਪੁੱਛੀ, ਯਾਰ ਮੈਨੂੰ ਗੱਲ ਤੇ ਦੱਸ, ਖਾਤਮ ਦਾ ਮਤਲਬ ਕੀ ਹੁੰਦਾ? ਅੱਛਾ, ਰਬੀ ਸੀ ਨਾ, ਤੇ ਮੋਰੋਕੋ ਟਾਈਪ ਸੀ, ਉਹ ਕਿਸੇ ਕੋਲ ਅਲਜੀਰੀਅਨ ਸੀ, ਇਸ ਤਰ੍ਹਾਂ ਸੀ। ਉਹ ਮੈਨੂੰ ਅੰਗੂਠੀ ਕਰਕੇ ਕਹਿੰਦਾ ਠੀਕ ਹੈ। ਹੁਣ ਉਹਦੀ ਅੰਡਰਸਟੈਂਡਿੰਗ ਦਾ ਫਰਕ ਹੈ, ਉਹ ਉੱਥੇ ਕਿਸ ਤਰੀਕੇ ਨਾਲ ਬਿਆਨ, ਫਿਰ ਉਸ ਤੋਂ ਬਾਅਦ ਤੁਸੀਂ ਮੁਕੰਮਲ ਕਰਨਾ, ਮੈਂ ਤੁਹਾਨੂੰ ਜਵਾਬ ਦੇਣਾ। ਨਹੀਂ ਕਰੋ, ਮੇਰੀ ਤਾਂ ਇੰਨਾ ਇਲਮ ਨਹੀਂ, ਮੈਂ ਤਾਂ ਸਿਰਫ ਉਹ ਜੋ ਤੁਹਾਨੂੰ ਗੱਲ ਦੱਸੀ ਸੀ ਬਸ। ਤਿੰਨ ਲਫ਼ਜ਼ ਨੇ, ਖੇ ਤੇ ਮੀਮ, ਖੇ ਅਲਿਫ ਤੇ ਮੀਮ। ਜ਼ਬਰ ਦੇ ਨਾਲ ਹੋਏ ਵੱਖਰਾ ਮਾਇਨਾ ਹੈ, ਖੇ ਤੇ ਮੀਮ ਹੋਏ ਖਤਮ ਮੋਹਰ, ਜ਼ੇਰ ਦੇ ਨਾਲ ਹੋਏ ਖਾਤਿਮ, ਇਹਨੂੰ ਛਾਪ ਕਹਿੰਦੇ ਜਿਹਨੂੰ ਪੰਜਾਬੀ ਦੇ ਅੰਦਰ ਅੰਗੂਠੀ। ਤਰੇ ਲਫ਼ਜ਼ ਨੇ, ਇਹਦੀ ਹੇਰ ਫੇਰ ਹੀ ਤੇ ਜਿਹੜਾ ਉਹਦਾ ਨਾਮ ਅਰਜ਼ਈ ਹੈ, ਖਤਮ, ਖਾਤਮ ਔਰ ਖਾਤਿਮ, ਇਹ ਤਰੇ ਲਫ਼ਜ਼ ਨੇ ਕੁਰਾਨ ਦੇ ਅੰਦਰ। ਜ਼ਬਰ ਉੱਤੇ ਹੋਵੇ ਤਾਂ ਕੀ ਮਤਲਬ ਹੁੰਦਾ? ਹਾਂ, ਇਖਤਤਾਮ ਦੇ ਨਾਲ, ਖਾਤਮ ਨਬੀयीन, ਇਖਤਤਾਮ ਹੈ ਨਬੀਆਂ ਦਾ। ਮਤਲਬ ਉੱਤੇ ਜ਼ਬਰ ਹੋਵੇ ਤੇ ਫਿਰ ਖਤਮ, ਖਤਮ ਜ਼ੇਰ ਦੇ ਨਾਲ ਹੋਏਗਾ, ਠੀਕ ਹੈ। ਤੁਸੀਂ ਗੂਗਲ ਤੇ ਵੀ ਲਿਖੋਗੇ ਨਾ ਖਾਤਿਮ, ਜ਼ੇਰ ਜ਼ਬਰ ਨਹੀਂ ਪਾਓਗੇ, ਉਹ ਤੁਹਾਨੂੰ ਅੰਗੂਠੀ ਦੇਵੇਗਾ। ਲੇਕਿਨ ਜਿੱਥੇ ਜ਼ਬਰ ਪਾਓਗੇ ਨਾ, ਖਾਤਮ ਨਬੀयीन, ਉੱਥੇ ਤੁਹਾਨੂੰ ਉਹ ਪੂਰੀ ਡਿਕਸ਼ਨਰੀ, ਆਕਸਫੋਰਡ ਡਿਕਸ਼ਨਰੀ ਹੋਗੀ, ਅਰਬਿਕ ਡਿਕਸ਼ਨਰੀ ਹੋਗੀ, ਮੁਅਜਮ ਹੋਗੀ, ਉੱਥੇ ਤੁਹਾਨੂੰ ਇਖਤਤਾਮ ਹੀ ਆਏਗਾ ਨਸਬ। ਔਰ ਇਹ ਸਾਡਾ ਨਹੀਂ ਤਰਜਮਾ, ਮਿਰਜ਼ਾ ਸਾਹਿਬ ਨੇ ਆਪ ਚਲ ਇੱਕ ਬਿਹਤਰ ਹੋ ਜਾਏਗਾ, ਤੁਸੀਂ ਆਰਾਮ ਨਾਲ ਗੱਲ ਸੁਣਨ ਦਾ ਹੌਸਲਾ ਵੀ ਰੱਖਦੇ ਹੋ। ਇਹ ਦਲੀਲ ਉਹ ਹੁੰਦੀ ਹੈ ਜਿਹੜੇ ਮੁਖਾਲਿਫ ਦੇ ਵੀ ਘਰ ਮੌਜੂਦ ਹੋਵੇ। ਇੱਕ ਮਿੰਟ ਬਸ ਮੈਂ ਖੋਲ ਲਵਾਂ, ਇਹੀ ਆਇਤ ਮਿਰਜ਼ਾ ਸਾਹਿਬ ਨੇ ਕੋਟ ਕਰਕੇ ਲਿਖਿਆ ਹੈ ਕਿ ਇਹਦਾ ਮਤਲਬ ਖਾਤਮ ਨਬੀयीन, ਨਬੀ ਦਾ ਇਖਤਤਾਮ ਕਰਨ ਵਾਲਾ। ਲੇਕਿਨ ਕਿਸੇ ਮਰਜ਼ੀ ਦੇ ਸਾਹਮਣੇ ਰੱਖੋ, ਉਹਦੀ ਚੀਕਾਂ ਨਿਕਲ ਜਾਣਗੀਆਂ। ਭਾਈ ਇੱਥੇ ਨਹੀਂ ਫਰਮਾਇਆ ਤੇ ਚੌਥੀ ਕਿਤਾਬ 'ਚ ਫਰਮਾਇਆ। ਇੱਕ ਮਿੰਟ ਮੈਂ ਖੋਲ ਲਵਾਂ, ਮੈਂ ਦਲਾਇਲ ਦੀ ਪਤਾ ਕੀ ਹੈ, ਬਹਿਰੀ ਤੇ ਦਲਾਇਲ ਬਿਲਕੁਲ ਕਿੱਡੇ ਆਲਾ ਨੇ, ਪਿੱਛੇ ਫੈਰ ਲੋਕ ਕਰਦੇ ਨੇ। ਕਿਵੇਂ ਮੈਂ ਨਾ ਦਲਾਇਲ ਏਡੇ ਕਮਾਲ ਦੇ ਨੇ, ਪਤਾ ਜਦੋਂ ਕੋਈ ਬੰਦਾ ਕਬੱਡੀ ਦਾ ਮੈਚ ਇੱਕ ਪੁਆਇੰਟ ਲੈ ਕੇ ਆਇਆ ਤੇ ਬਾਅਦ ਕਰ ਲੋਕੀ ਫਾਇਰਿੰਗ ਕਰਦੇ ਨੇ, ਉਹ ਬੜਾ ਭਲਵਾਨ, ਪਿੱਛੇ ਫਾਇਰਿੰਗ ਹੋ ਰਹੀ ਹੈ। ਵੇਖਿਆ ਫਿਰ ਦੋ
دیکھو سیم آیت کوٹ کی تھی ما کان محمد ابا احد من رجالکم ولا رسول اللہ وخاتم النبیین. ترجمہ کی کیا کہ مطلب صاحب نے یعنی محمد صلی اللہ علیہ وآلہ وسلم تم میں سے کسی مرد کے باپ نہیں ہے مگر وہ رسول اللہ ہیں اور ختم کرنے والے ہیں نبیوں کا. بندہ میں تانوں یہ ہوئی اگے بیان دساں تانوں میسج بھی کیتا ہے کہ علی اکبر گل کرنا چاہ رہا سی تے آندا سی میرے کو لکھا لو میں شاطمیت نہیں کردا تے یہ نہیں پہلوں میں قسم خدا میں چلو میں قرآن تے گل کرنی پر تسی اپنی بہتر سمجھ دیو میں تے تا پیاندا. دیکھو ایک دفعہ آزما لیا نا 2 دفعہ آزما لیا ہمیشہ مثبت سوچ رکھ کے کیتا ہے. اگلے دن انہیں پھر جی یہ گال کٹی ہے تھلے ڈراپ کیتا ہے نہ لے کے نبی کریم حضرت مانگیا تھا اور امام علی دا گال کٹ کے گیا. اور جی دوسری آئی ڈی ہے نا علی اکبر دی جی کہہ رہے ہیں کہ یہ جھوٹی آئی ڈی ہے منو یقین ہو گیا کہ پھر امام علی نو بھی انہیں نہ لے کے گال کٹی. اوے تے زیادتی ہے گال نہیں کٹنی چاہیے. توبہ استغفار. دیکھو اگر کوئی بندہ کوئی نازیبہ تصویر بنا کے امہات المومنین ام عائشہ دی طرف نسبت دے رہا ہے اے آرام زیادہ کہہ رہے جی دیکھو کون لوگ نے جنہیں توبہ استغفار ام عائشہ دی ہن پنجابی دے اندر کی کہی دوبر نو بنا کے بیٹھے نے میں بنائی پتہ نہیں اگے تواڈے تے میری گل سنو او تواڈے تے جڑی ویڈیو چلدی ہے نا بھئی لفظ استعمال نہ کریا. میں وہی کہہ رہا اینوں تے اینی شرم نہیں آئی منہ دے اندر بول دیاں ازا گندا امہات المومنین تے او دے اس بندے نے تسی کس طرح کہندے ہو کہ گفتگو ہو سکدی جنہ یہ تے گل ہے جڑا بندہ دائرے سے باہر نکلدا تو پھر تے نہیں بالکل گفتگو کرنی نہیں چاہیے کیونکہ پھر دل ازاری ہوتی تو ماحول مزید خراب ہوتا ہے. بلاک ماریا ٹھیک ہے نا جی میں قرآن اور تسی بھی اپنے ورکے گندے ہو جائیں گے تواڈے. تسی ایک بندے دی گارنٹی چکو گے نا ایسے بندے دی گارنٹی چکو جتھے تانوں یقین ہوے کہ نہیں کوئی غلط گل کرن لگا جدوں انہیں آ کے دینی ہے گالاں نے اے ہو گیا ان سیفی ہو گیا اگلے دن. بلکہ میں کہنا ہیرا منڈی دا نام جی بڑی بری شہر ہے تے وہ تاریخ احمدیہ دے اندر اے ہی نہ لکھیا ہے کہ مقیم رہے نے ہیرا منڈی. اوتھے اگر شاہی محلہ لکھا ہوندا سی شاہی محلہ پڑھ دے. ہیرا منڈی دا ذکر کر کے سیفی نو کیا ہے کی کرن کے ہیرا منڈی کہندے اوتھے ہدایت دین گیا ٹھیک ہے. انہیں پھر بی بی پاک نرگس خاتون دے بارے دے اندر نازیبہ الفاظ استعمال کیتے نے. پتہ کی ہوندا ہے بہرین بعض اوقات نا کیونکہ جڑا تسی لفظ استعمال کرتے ہوندے نا تبلیغی شاپر وہ ہر بندے ہاتھ چ پڑے ہے جنوں کسی گل نو سمجھ ہے یا نہیں وہ پر مطلب میں جڑا حساب لینا احمدیاں دی میجورٹی جنہیں بکس نو پڑھے نہیں یا وہ سٹڈی کیتی نہیں لیکن ہر بندہ آندا ہے کہ مینوں ہر گل دا پتہ تے میں تے اپنی رائے بھی دینی ہے. وہ جسے رائے دیندے نے نا تو آؤٹ آف دا باکس جا کے جدی کسی شاید اس لیے کام سارے مسائل خراب ہوندے ہو سکتا ہے جو تو شاید بالکل سیم الفاظ لکھے ہون تو کھلو جو یہاں تے نا تسی اوتھے جاندے ہو تے سارے بندے خراب نے. اس واسطے جڑے پتہ نہیں غصہ کیوں کردے نے اور چڑھائیاں کرنے یا شروع ہو جاندے میں تے نہیں سمجھدا. میں کہہ رہا نا بغیر اقتباس دے میں گل سنی سی میں بغیر اقتباس دے گل مائک دے تے کیتی نہیں ہے. تاریخ احمدیہ دے جلد پہلی ہے صفحہ 454 ہے تو انہوں نے کلیئر لکھا تو آپ محبوب رائیوں کے مکان واقع ہیرا منڈی میں تشریف لے کے گئے ہیں. وہ جڑا او خان ہے انہوں ہے میں کہ یار ویکھ لے تسی ساڈی کمیونٹی دی طرف شیعہ دی طرف ایک شے منسوب کرتے بھئی جڑا ہیرا منڈی ہے اوتھے سارے شیعہ رہندے نے علم لگے نے فلانی شے لگی. میں کہ میں کبھی زندگی چ گیا نہیں لیکن اگر لاہور جانا ہویا اتفاق دے تو میں ویکھیا کہ کنی سچائی ہے تے کنا جھوٹ ہے. تے جیڑی شاید دلیل تسی آپ اپنے کلمہ دے نال لکھی ہے او رکھی تے تسی اگوں گالاں دین لگ پے. میری کمیونٹی دی طرف یا شیعہ دی طرف تو تسی ایک الزام لا رہے ہو نا لیکن دلیل کوئی نہیں ہے تواڈے کول. اور اے کوئی چھوٹا موٹا بندہ نہیں میر سلیم جے بندہ ابن بغا. میں تینوں ایک گل دساں ویری پتہ کی گل ہوندی ہے یہ جڑے مخالف ہوندا نا کوئی بھی انہیں تواڈے اگینسٹ دی گل کرਦੀ ہے جدوں پاکستان ہوندے سن انہوں ہزار چیزاں شیعہ دے خلاف دسیاں جاندیاں سن کہ جویں بالکل اے کردے نے او کردے نے شام غریباں ہوندی اور یہ وہ اور مینوں نہیں لگدا کہ کوئی بھی بندہ غیرت مند بندہ وہ اس چیز نو اجازت دے کہ جو کچھ بیان کیتا جاندا یہ صرف مخالف بندے دی نا اپنی اصطلاح ہوندی ہے کہ انہیں کیویں کسی نو تکلیف پہنچانی اس تو اگے کچھ بھی نہیں ہے. اس واسطے صاحب تسی 100 دفعہ تکلیف پہنچاؤ لیکن دلیل تے کول رکھو. تسی نہیں الزام لا رہے ہو گل نہیں الزام سمجھنا نہیں ہے گل تے سنو نا تے او تے ہن اگر کوئی بندہ میری گل سنو میری گل ہن ایک بندہ آندا ہے جدوں ویکھو دلیل دی گل ہے ہن ایک جڑا بندہ دلیل دیندا ہے کہ مرزائیاں نے جنت دوزخ بنائی ہے اودے وچ کوئی سچائی ہے اپنی ایمانداری نال دسو. جنت بشتی مقبرہ بنایا ہے لیکن خالی گلاں بنیاں نے گلاں ہی نے نا یہ اتنی باقاعدہ کوئی جنت دوزخ یاد آ گیا. اگر اجازت دو ایک کی کہتے آڈیٹر سن احمدی نے یوٹیوب تو انہوں نے ویڈیو پئی ٹھیک ہے انہوں نے کہا بھائی جان اندر دے معاملات جڑے نے ٹھیک ہے کوئی پیپر ورک نہیں ہے اندر دے جڑے معاملات نے وہ جماعت تو خارج ہو گئے تو انہوں نے سارا پھر جڑا وہ کھول کے دس چڑے انہیں کہ 10% ان کینیڈا دے اندر بھی بن رہی ہے جب تک وہ ایسا
10% ਤੁਸੀਂ ਵਿਰਾਸਤ ਦਾ ਦੇਣਾ ਤੇ ਫਿਰ ਤੁਹਾਨੂੰ ਇਜਾਜ਼ਤ ਮਿਲੇਗੀ ਕਿ ਬਿਸ਼ਤੀ ਮਕਬਰੇ ਤੁਸੀਂ ਦਫਨ ਹੋਵੋ। ਕਿਉਂ ਦਫਨ ਹੋਵੋ? ਨਾ ਉਹਦਾ ਬਿਸ਼ਤੀ ਮਕਬਰਾ ਤਾਂ ਸੇ ਦਫਨ ਹੋਗੇ ਤੇ ਜੰਨਤ ਤੁਰ ਗਏ। ਉਹਦੇ ਬਾਅਦ ਉਹਨਾਂ ਨੇ ਇਹ ਵੀ ਕਿਹਾ ਹੁਣ ਇਸ ਤੋਂ ਵੀ ਜ਼ਿਆਦਾ ਕੰਮ ਅੱਗੇ ਤੁਰ ਗਿਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਕਬਰਸਤਾਨ ਪੂਰਾ ਪਾਣੀ ਨਾਲ ਭਰ ਜਾਂਦਾ। ਉਹਦੀ ਮੇਨਟੇਨੈਂਸ ਐਸੇ ਵੀ ਹੁਣ ਤੁਸੀਂ ਪੈਸੇ ਦੇਣੇ ਨੇ, ਪਹਿਲੇ ਤੇ ਹੋ ਗਏ 10% ਦੇ ਕੇ ਆਜ਼ਾਦ ਹੋ ਗਏ, ਤੁਸੀਂ ਉੱਥੇ ਕਬਰ ਬਣਾ ਲਈ। ਇਸ ਤੋਂ ਵੀ ਜ਼ਿਆਦਾ ਕੰਮ ਹੈ ਹੁਣ ਕਿ ਤੁਸੀਂ ਮੇਨਟੇਨੈਂਸ ਐਸੇ ਦਿੰਦੇ ਹੀ ਰਹਿਣਾ ਚੰਦੇ ਤੋਂ ਇਲਾਵਾ। ਇਹ ਗੱਲ ਮੈਂ ਨਹੀਂ ਕਰ ਰਿਹਾ, ਇੱਕ ਐਕਸ ਜਮਾਤ ਦਾ ਮੈਨੂੰ ਇੱਕ ਚੀਜ਼ ਗੱਲ ਤੁਹਾਡੀ ਬੜੀ ਯਾਦ ਹੈ, ਕਿਉਂਕਿ ਵੇਖੋ ਜਿਸ ਵੇਲੇ ਮੈਨੂੰ ਇੱਕ ਗੱਲ ਤੁਹਾਡੀ ਬੜੀ ਯਾਦ ਹੈ ਜਦੋਂ ਨਾਸਰ ਭੱਟ ਸਾਹਿਬ ਕੋਲ ਤੁਸੀਂ ਬੈਠੇ ਸੋ ਨਾ ਚੰਦਿਆਂ ਦੇ ਬਾਰੇ ਚ ਨਾ ਮੈਂ ਮੁਆਹਿਦਾ ਕੀਤਾ ਹੈ ਕਿ ਮੈਂ ਰੈਫਰੈਂਸ ਕਰ ਨਹੀਂ ਗੱਲ ਤੇ ਸੁਣੋ ਨਹੀਂ ਮੈਂ ਦੇਖੋ ਤੁਸੀਂ ਆਪ ਨਾ ਮੈਂ ਉਸ ਤਰ੍ਹਾਂ ਦੀ ਗੱਲ ਨਹੀਂ ਕਰਦਾ, ਮੈਂ ਰੈਫਰੈਂਸ ਦੇ ਨਾਲ ਗੱਲ ਕਰਨਾ ਨਾ। ਉੱਥੇ ਮੈਂ ਗੱਲ ਕਰਦਾ ਹਾਂ ਕਿ ਚੰਦਿਆਂ ਦੇ ਬਾਰੇ ਚ ਨਾ ਤੇ ਇਹ ਤਕਰੀਬਨ ਇਸੇ ਕਿਸਮ ਦੀ ਕੋਈ ਗੱਲ ਹੋ ਰਹੀ ਸੀ। ਤੁਸੀਂ ਉੱਤੇ ਆ ਕੇ ਨਾ ਤੇ ਤੁਹਾਨੂੰ ਨਹੀਂ ਸੀ ਪਤਾ ਮੈਂ ਗੱਲ ਕਰਨਾ ਕਿਉਂਕਿ ਜਵਾਬ ਉਧਰ ਉਸ ਪਾਸੇ ਜਵਾਬ ਆ ਰਿਹਾ ਸੀ। ਤੁਸੀਂ ਆ ਕੇ ਆਖਿਆ ਸੀ ਯਾਰ ਵੇਖ ਚੰਦੇ ਉਹਨਾਂ ਦੇ ਦੇਣੇ ਕਿਸੇ ਲੋਕਾਂ ਨੂੰ ਪਤਾ ਨਹੀਂ ਕਿਉਂ ਰੌਲਾ ਪਿਆ। ਇਹ ਟਾਈਮ ਦੀ ਗੱਲ ਹੈ। ਅਗਰ ਕੋਈ ਬੰਦਾ ਉੱਥੇ ਦਫਨ ਹੋਣਾ ਚਾਹੁੰਦਾ ਤੇ ਆਪਣੀ ਜ਼ਿੰਦਗੀ ਦੇਣਾ ਇਹ ਇੰਤਜ਼ਾਮੀ ਗੱਲਾਂ ਠੀਕ ਹੈ। ਅਸਲ ਜਦੋਂ ਕੋਈ ਬੰਦਾ ਆਖੇ ਦਾ ਮੈਨੂੰ ਨਹੀਂ ਪਤਾ ਕੋਈ ਡਰ ਕੋਈ ਲਾਲਚ ਕੋਈ ਨਾ ਕੋਈ ਤਾਂ ਹੁੰਦਾ ਰੂਹਾਨੀ, ਇਹ ਤੇ ਹਰ ਫਿਰਕੇ 'ਚ ਹੈ। ਤੁਸੀਂ ਕਿਸੇ ਚ ਟੁਰ ਜੋ ਉਸੇ ਆਖਣ ਦੇ ਯਾਰ ਫਲਾਣੀ ਥਾਂ ਤੇ ਜਾਓ ਜਾਂ ਇੱਧਰ ਕਰੋ। ਵੇਖੋ ਕੋਈ ਵੀ ਤਨਜ਼ੀਮ ਪਹਿਲੇ ਤਸ਼ੀਹ ਹੋਵੇ ਸੁਨਤ ਹੋਣ ਜੋ ਵੀ ਹੋਵੇ ਜਦੋਂ ਵੀ ਕੋਈ ਸਿਸਟਮ ਚੱਲਣਾ ਉੱਥੇ ਪੈਸਿਆਂ ਦੀ ਲੋੜ ਪੈਣੀ। ਪੈਸਿਆਂ ਤੋਂ ਬਗੈਰ ਕੋਈ ਵੀ ਨਿਜ਼ਾਮ ਨਹੀਂ ਚੱਲ ਸਕਦਾ। ਅਸੀਂ ਵੀ ਮਜਲਿਸ ਕਰਵਾਉਣਾ ਲਾਜ਼ਮ ਉੱਥੇ ਪੈਸੇ ਚਾਹੀਦੇ, ਖਾਣਾ ਚਾਹੀਦਾ, ਨਿਆਜ਼ ਕਰਨ ਵਾਸਤੇ ਪੈਸੇ ਚਾਹੀਦੇ। ਹਾਂਜੀ ਤੇ ਉਹਦੇ ਚ ਜਦੋਂ ਤੁਸੀਂ ਪੈਸੇ ਲੈਂਦੇ ਹੋ ਲੋਕਾਂ ਕੋਲੋਂ ਤੇ ਉਹਨਾਂ ਨੂੰ ਕੀ ਵੇਚਦੇ ਹੋ? ਤੇ ਇਹੋ ਹੀ ਵੇਚੀ ਜਾਂਦੀ ਹੈ ਕਿ ਯਾਰ ਨੇਕ ਕੰਮ ਅੱਲਾ ਖੁਸ਼ ਹੋਏਗਾ, ਇਹੋ ਹੀ ਵੇਚਿਆ ਜਾਂਦਾ ਨਾ ਜਿਹੜਾ ਪਾਸੇ ਮਰਜ਼ੀ ਟੁਰ ਜਾਓ। ਦੋ ਨਜ਼ਰੀਏ ਨੇ ਨਾ, ਇੱਕ ਤੁਸੀਂ ਆਪਣੀ ਖੁਸ਼ੀ ਨਾਲ ਲੈਂਦੇ ਹੋ। ਹੁਣ ਮੈਂ ਜਦੋਂ ਦਾ ਸ਼ੀਆ ਮੈਨੂੰ ਕਿਸੇ ਨੇ ਨਹੀਂ ਕਿਹਾ ਉਹ ਇੱਥੇ ਕੀ ਕਹਿੰਦੇ ਇਮਾਮ ਬਰਗ ਦੀ ਇੱਟ ਬਣਾਣੀ ਹੈ ਤੇ ਤੂੰ ਸਾਰੀ ਜ਼ਿੰਦਗੀ ਆ ਕੇ ਇੱਥੇ ਲੰਗਰ ਖਾਂਦਾ ਰਿਹਾ, ਕਦੀ 2 ਰੁਪਏ ਦਿੱਤੇ ਨਹੀਂ। ਜਾਂ ਕਿਸੇ ਨੇ ਕਿਹਾ ਇੱਥੇ ਡੇਲੀ ਆ ਕੇ ਨਮਾਜ਼ ਪੜ੍ਹਨਾ ਮਸਜਿਦ ਦੇ ਅੰਦਰ, ਕਦੀ 1 ਰੁਪਇਆ ਦਿੱਤੇ? ਆਪਣੀ ਖੁਸ਼ੀ ਨਾਲ ਦੇਈਦੇ। ਨਹੀਂ ਦੇਵਾਂਗੇ ਮੈਂ ਸਾਰੀ ਜ਼ਿੰਦਗੀ ਵੀ ਖਾਂਦਾ ਰਹਾਂ, ਕਿਸੇ ਨੇ ਪੁੱਛਣਾ ਨਹੀਂ, ਸਵਾਲ ਨਹੀਂ ਕਰਨਾ। ਇਹਦੇ ਬਰਅਕਸ ਮਿਰਜ਼ਾ ਸਾਹਿਬ ਨੇ ਫਰਮਾਇਆ 3 ਮਹੀਨੇ ਦੇ ਅੰਦਰ ਜਿਹਨੇ ਨਾ ਦਿੱਤਾ ਉਹਨੂੰ ਚੁੱਕ ਕੇ ਅਸੀਂ ਬਾਹਰ ਮਾਰਨਾ ਤੇ ਫਿਰ ਉਹ ਜਾਣੇ ਤੇ ਉਹਦਾ ਕੰਮ ਜਾਣੇ। ਇੱਥੇ ਲਿਖਵਾਓ, ਭਾਵੇਂ ਤੁਸੀਂ ਢੇਲੀ ਲਿਖਵਾਓ, ਭਾਵੇਂ ਤੁਸੀਂ 100 ਰੁਪਏ ਲਿਖਵਾਓ ਔਰ ਲਿਖਵਾ ਕੇ ਦੇਣਾ ਜੇ। ਜੇ ਤੇ ਇਸੇ ਤਰ੍ਹਾਂ ਹੀ ਗੱਲ ਹੈ ਨਾ, ਜੇ ਤੇ ਇਸੇ ਤਰ੍ਹਾਂ ਬਿਆਨ ਕਰਦੇ ਹੋ ਇਹ ਇੰਜੇ ਫਿਰ ਤੇ ਗਲਤ ਗੱਲ ਹੈ। ਜੀ ਜੀ ਮੈਨੂੰ ਇੱਕ ਛੋਟੀ ਜਿਹੀ ਚੀਜ਼ ਬਿਆਨ ਕਰਨ ਦਾ, ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਨਾ ਤੇ ਮਜਲਿਸ ਅਜ਼ਾਂ ਉਠਾਈ ਜਾਂਦੀ ਹੈ, ਇਮਾਮ ਦਾ ਜ਼ਿਕਰ ਕੀਤਾ ਜਾਂਦਾ, ਸਵਾਬ। ਇੱਕ ਜ਼ਰੂਰਤ ਇਹ ਵੀ ਹੈ ਕਿ ਜਦੋਂ ਅਸੀਂ ਮਜਲਿਸ ਅਜ਼ਾਂ ਵਿਛਾਉਂਦੇ ਹਾਂ ਨਾ ਤੇ ਅਸੀਂ ਜਿਹੜਾ ਲੰਗਰ ਤਿਆਰ ਕਰਨੇ ਆ ਉਹ ਕਿਸੇ ਇਹ ਨਹੀਂ ਹੁੰਦਾ ਕਿ ਉਹ ਉਹਨਾਂ ਲੋਕਾਂ ਵਾਸਤੇ ਹੁੰਦਾ ਜਿਹੜੇ ਮਹਿਮਾਨ ਬਣ ਕੇ ਉਸ ਮਜਲਿਸ ਅਜ਼ਾਂ ਦਾ ਹਿੱਸਾ ਬਣੇ ਹੁੰਦੇ ਨੇ। ਸਾਡਾ ਇਹ ਨਹੀਂ ਹੈ ਕਿ ਅਸੀਂ ਉਹਦੇ 'ਚ ਜ਼ਰੂਰੀ ਹੀ ਸਵਾਬ ਲੈਣਾ, ਲੇਕਿਨ ਉਹ ਅਸੀਂ ਉਹ ਇਹ ਸਮਝਦੇ ਹਾਂ ਕਿ ਮਹਿਮਾਨ ਜਿਹੜੇ ਨੇ ਇਮਾਮ ਦੇ ਮਹਿਮਾਨ ਨੇ ਜਿਹੜੇ ਉਹਨਾਂ ਦਾ ਜ਼ਿਕਰ ਸੁਣਨਾ ਹੈ, ਰਿਜ਼ਕ ਤੇ ਅੱਲਾਹ ਤਾਲਾ ਦੇ। ਮੈਂ ਇਹੋ ਹੀ ਤੁਸੀਂ ਉਹ ਸੇਮ ਹੀ ਗੱਲ ਤੁਸੀਂ ਨਜਫ ਕੀਤੀ, ਤੁਸੀਂ ਬਿਲਕੁਲ ਸੇਮ ਗੱਲ ਕੀਤੀ ਹੈ ਕਿ ਤੁਸੀਂ ਇਹ ਆਪਣੇ ਇਮਾਮ ਨੂੰ ਇੱਕ ਰੁਤਬਾ ਦਿੰਦੇ ਹੋ ਤੇ ਉਹ ਜਿਹੜਾ ਉਹਦਾ ਇਮਾਮ ਦਾ ਮਹਿਮਾਨ ਹੈ ਉਹ ਤੁਸੀਂ ਆਪਣਾ ਮਹਿਮਾਨ ਦਿੰਦੇ। ਇਹਦਾ ਮਤਲਬ ਹੈ ਇਨਡਾਇਰੈਕਟਲੀ ਤੁਸੀਂ ਇਮਾਮ ਦੀ ਖਿਦਮਤ ਕਰ ਰਹੇ। ਇੱਥੋਂ ਤੱਕ ਠੀਕ ਹੈ ਨਾ? ਨਹੀਂ, ਅੱਲਾਹ ਔਰ ਅੱਲਾਹ ਦੇ ਦੀਨ ਦੀ ਖਿਦਮਤ ਮਤਲਬ ਮੈਂ ਨਾ ਉਹੀ ਚੀਜ਼ ਹੈ ਨਾ, ਉਹਨੂੰ ਉਸੇ ਤਰ੍ਹਾਂ ਲੈ ਜਾਓ ਤੁਸੀਂ। ਲੇਕਿਨ ਕਿਉਂਕਿ ਉਹਨਾਂ ਇਮਾਮ ਦਾ ਨਾਂ ਯੂਜ਼ ਕੀਤਾ ਸੀ ਮੈਂ ਤਾਂ ਇਮਾਮ ਦੀ ਮਿਸਾਲ ਦਿੱਤੀ ਹੈ। ਤੇ ਜੇ ਇਸੇ ਤਰ੍ਹਾਂ ਅੱਲਾਹ ਦੀ ਮੈਂ ਕਹਿ ਰਿਹਾ ਕੋਈ ਕਮਿਊਨਿਟੀ ਤੁਸੀਂ ਵੇਖੀਏ ਜੋ ਕਹੇ ਵਾਜਬ ਹੈ ਦੇਣਾ ਹੀ ਦੇਣਾ, ਬਲਕਿ ਕਿੰਨੇ ਅਹਿਮਦ ਨੇ ਕਹਿੰਦੇ ਨੇ, ਮੈਂ ਕਿਹਾ ਯਾਰ ਨਾ ਦਵੋ ਤੇ ਕੀ ਬੰਦਾ ਤੁਹਾਡੇ ਨਾਲ? ਕਹਿੰਦਾ ਯਾਰ ਉਹ ਮਸਜਿਦ ਨਮਾਜ਼ ਪੜ੍ਹਨ ਵੀ ਜਾਓ ਨਾ ਉਹ ਕਹਿਣਗੇ ਓਏ ਤੂੰ ਤੇਰਾ ਤਾਂ ਇੰਨਾ ਚੰਦਾ, ਬਾਕੀ ਲੋਕਾਂ ਦੇ ਸਾਹਮਣੇ ਜ਼ਲੀਲ ਕਰਨਗੇ, ਫੋਰਸ ਕਰਨਗੇ। ਇਹ ਤਾਂ ਗਲਤ ਗੱਲ ਹੈ। ਅਗਰ ਇਹ ਇਸ ਤਰ੍ਹਾਂ ਹੁੰਦਾ ਤਾਂ ਬਿਲਕੁਲ ਗਲਤ ਗੱਲ। ਮੇਰਾ ਜਿਹੜਾ ਇੱਕ ਦੋਸਤ ਹੈ ਸਭ ਤੋਂ ਪੁਰਾਣਾ ਅਸਦ ਵੜਾਇਚ 11 ਸਾਲ ਹੋ ਗਏ, ਮੈਂ ਕਿਹਾ ਚੰਦਾ ਦੇਣਾ ਨਹੀਂ, ਕਹਿੰਦਾ ਨਹੀਂ। ਮੈਂ ਕਿਹਾ ਤੇਰਾ ਤੇ ਖਰਾਜ ਮਿਰਜ਼ਾ ਸਾਹਿਬ ਨੇ ਕਿਹਾ ਫਰਮਾਇਆ 3 ਮਹੀਨੇ ਜਿਹਨੇ ਨਹੀਂ ਦਿੱਤਾ ਸਲਾਮ ਅਲਾ ਮਨ ਤਬਲ ਹੁਦਾ, ਤੁਹਾਡਾ ਸਾਡੇ ਨਾਲ ਲੈਣ ਦੇਣ ਹੀ ਮੁੱਕ ਗਿਆ। ਠੀਕ ਹੈ, ਬਾਕੀ ਗੱਲਾਂ ਬਾਅਦ ਹੈ ਜਾਂ ਜੋ ਤੁਸੀਂ ਵਿੱਚ ਪੜ੍ਹਿਆ ਅਰਬੀ ਚ ਇਹਦਾ ਮਤਲਬ ਕੀ ਹੁੰਦਾ ਹੈ? ਸਲਾਮ ਅਲਾ ਮਨ ਤਬਲ ਹੁਦਾ ਯਾਨੀ ਕਿ ਈਸਾਈਆਂ ਨੂੰ ਸਲਾਮ ਕਰਨ ਦਾ ਜਾਂ ਗੈਰ ਮੁਸਲਮਾਨਾਂ ਨੂੰ ਸਲਾਮ ਕਰਨ ਦਾ ਤਰੀਕਾ ਕਿ ਸਲਾਮਤੀ ਉਹਨਾਂ ਤੇ ਹੋਵੇ। ਜਿਵੇਂ ਅਗਰ ਤੁਹਾਨੂੰ ਕੋਈ ਕਹਿੰਦਾ ਕਿ ਬਈ ਅਸਲਾਮ ਅਲੈਕੁਮ ਰਹਿਮਤੁਲਾਹ, ਤੁਸੀਂ ਕਹਿਣਾ ਬਈ ਸਲਾਮ ਅਲਾ ਮਨ ਤਬਲ ਹੁਦਾ ਕਿ ਸਲਾਮਤੀ ਹੋਵੇ ਉਹਨਾਂ ਤੇ ਜਿਹੜੇ ਹਦਾਇਤ ਦੇ ਪੈਰੋਕਾਰ ਯਾਨੀ ਮੁਸਲਮਾਨਾਂ ਦੇ ਸਲਾਮ, ਯਾਨੀ ਉਹਨੂੰ ਨਾ ਵੀ ਨਹੀਂ ਕਰਨੀ ਤੇ ਹਾਂ ਵੀ ਨਹੀਂ ਕਰਨੀ। ਇਹਨਾਂ ਨੂੰ ਅਲੈਕੁਮ ਸਲਾਮ ਨਹੀਂ ਕਹਿਣਾ, ਉਹਨੇ ਕਹਿਣਾ ਸਲਾਮਤੀ ਉਹਨਾਂ ਤੇ ਹੋਏ ਜਿਹੜੇ ਹਦਾਇਤ ਦੇ ਪੈਰੋਕਾਰ ਨੇ। ਇਸ ਵਾਸਤੇ ਇਹ ਜਿਹੜੇ ਮਾਮਲਾਤ ਨਾ ਬਹਿਰੀਨ, ਕਿਉਂਕਿ ਸ਼ੀਆਇਜ਼ਮ ਜਿਹੜਾ ਨਾ ਬਹੁਤ ਹੀ ਪॉपुलर ਮਜ਼ਹਬ ਹੈ ਇੰਡੀਆ ਦੇ, ਕਿਉਂਕਿ ਇਹ ਤੇ ਇੰਨੀ ਦੂਰ ਨਹੀਂ। ਫਿਰ ਮੈਂ ਕੱਲ ਵੀ ਇੱਕ
ਸਨ ਕਿ ਕਈਆਂ ਦੇ ਕਈ ਮਤਲਬ ਮੁਲਕ ਨੇ ਜਿਨ੍ਹਾਂ ਦੀ ਬਕਾਇਦਾ ਗਵਰਨਮੈਂਟ ਜਿਹੜੀ ਹੈ ਸ਼ੀਆ ਦੇ ਅੰਡਰ ਰੂਲ ਨੇ ਨਾ, ਇਸ ਵਾਸਤੇ ਸ਼ਾਇਦ ਤੁਹਾਨੂੰ ਪਾਕਿਸਤਾਨ ਉਸ ਤਰੀਕੇ ਜ਼ਰਦਾਰੀ ਸ਼ੀਆ ਜੀ ਜੀ ਤੇ ਲੇਕਿਨ ਇਹ ਵੀ ਕਿ ਉਹ ਨਾ ਤੁਹਾਡਾ ਹੈ ਨਹੀਂ ਨਾ ਅਸਰ ਰਸੂਖ ਪਾਕਿਸਤਾਨ ਦੇ ਵਿੱਚ, ਕਿ ਉਹ ਤੇ ਸੁੰਨੀ ਜ਼ਿਆਦਾ ਕਰਦੇ ਨੇ ਨਾ ਡੋਮੀਨੇਟ ਜਨਾਬ ਮਿਨਿਸਟਰ ਆਫ ਇੰਟੀਰੀਅਰ ਵੀ ਸ਼ੀਆ ਹੈ, ਇਹ ਜਿਹੜਾ ਇਹਦਾ ਮੌਸਮ ਫਰਕ ਨਹੀਂ ਪੈਂਦਾ ਅਸਲ ਮੇਰੀ ਗੱਲ ਹਾਂ ਮੁਨੀਰ ਸਾਹਿਬ ਦੀ ਗੱਲ ਕਰੋ ਨਾ ਤੇ ਉੱਥੋਂ ਤੱਕ ਦੀ ਗੱਲ ਠੀਕ ਹੈ। ਇਹ ਜਿਹੜੇ ਉਹਦੇ ਨੇ ਇਹਨਾਂ ਨੂੰ ਨਹੀਂ ਗਿਣਿਆ ਜਾਂਦਾ ਤੁਹਾਡੀ ਕਮਿਊਨਿਟੀ ਦੀ ਉਹਦੀ ਟੋਟਲ ਕੀ ਕਿ ਕਿਆ ਤੁਹਾਨੂੰ ਸਟੇਟ ਸਪਾਂਸਰ ਕਰਦੀ ਹੈ ਜਾਂ ਤੁਸੀਂ ਆਪਣੀ ਮਦਦ ਆਪ ਤੇ ਤਹਿਤ ਤੇ ਹੋਣੀ ਚਾਹੀਦੀ ਨਾ। ਤੁਹਾਨੂੰ ਸਦਰਦਾਰੀ ਇਹ ਨਹੀਂ ਆਉਂਦਾ ਕਿ ਗਵਰਨਮੈਂਟ ਦੇ ਪੈਸੇ ਜੇ ਤੇ ਸ਼ੀਆ ਨੂੰ ਦੇ ਦਿਓ, ਇਸ ਤਰ੍ਹਾਂ ਕਦੀ ਹੋਇਆ? ਆਪਣੀ ਮਦਦ ਆਪ ਦੀ ਗੱਲ ਆਪਣੀ ਮਦਦ ਆਪ ਦੀ ਗੱਲ ਖੁਮਸ ਦੇ ਪੈਸੇ ਹੁੰਦੇ ਨੇ, ਠੀਕ ਹੈ। ਔਰ ਅਗਰ ਪਾਕਿਸਤਾਨ ਦੇ ਅੰਦਰ ਜਿਹੜੇ ਸ਼ੀਆ ਨੇ ਉਹ ਬਹੁਤ ਜ਼ਿਆਦਾ ਮਾਸ਼ਾਅੱਲਾ ਉਹ ਕਣ ਰੱਖਣ ਵਾਲੇ ਨੇ। ਮੈਂ ਇਸ ਗੱਲ ਨੂੰ ਜਾਣਨਾ ਵਾ, ਮੈਂ ਇਸ ਗੱਲ ਨੂੰ ਬੜਾ ਜਾਣਨਾ, ਮੈਂ ਤੁਹਾਡੀ ਗੱਲ ਸਾਰੀ ਗੱਲ ਨਾਲ ਐਗਰੀ ਕਰਨਾ। ਤੇ ਇਹ ਅਗਰ ਉਸ ਪਾਸੇ ਵੀ ਉਹ ਵੀ ਅਗਰ ਚੰਦਾ ਲੈਂਦਾ ਉਹ ਕਿਉਂਕਿ ਫਿਕਸ ਕਰ ਦਿੰਦੇ ਨੇ, ਆ ਜਿਹੜੀ ਤੁਸੀਂ ਵਿੱਚ ਗੱਲ ਕਰਦੇ ਨੇ ਜਮਾਤੋਂ ਹੀ ਕੱਢ ਦਿੰਦੇ ਨੇ, ਇਹ ਦੀ ਗੱਲ ਨਹੀਂ ਮੈਨੂੰ ਸਮਝ ਆਉਂਦੀ। ਤੇ ਬਾਕੀ ਜੇ ਨਿਜ਼ਾਮ ਕੋਈ ਚਲਾਉਣਾ ਹੈ ਤੇ ਪੈਸੇ ਤੇ ਲੋੜ ਹੁੰਦੀ ਹੈ, ਇਹ ਤੇ ਮੇਰੇ ਖਿਆਲ ਦੋ ਰਾਏ ਕੋਈ ਵੀ ਨਹੀਂ। ਇੱਕ ਚੀਜ਼ ਜਦੋਂ ਤੁਹਾਡੀ ਆਵਾਜ਼ ਨਾ ਮੈਨੂੰ ਜਾਣੀ ਪਛਾਣੀ ਲੱਗਦੀ ਹੈ, ਉਹ ਬੜੀ ਡੀਪਲੀ ਮੈਂ ਤੁਹਾਡੀ ਆਵਾਜ਼ ਨੂੰ ਨਾ ਅਬਜ਼ਰਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਨਾ ਇਹ ਆਵਾਜ਼ ਮੇਰੇ ਇਲਾਕੇ ਦੇ ਵਿੱਚ, ਯਾਨੀ ਕਿ ਮੈਂ ਤੁਹਾਨੂੰ ਆਪਣਾ ਇਲਾਕਾ ਦੱਸਦਾ ਸਰਗੋਦਾ, ਠੀਕ ਹੈ, ਮੈਨੂੰ ਬੜੀ ਜਾਣੀ ਪਛਾਣੀ ਆਵਾਜ਼ ਸਿਮਿਲਰ ਲੱਗ ਰਹੀ ਹੈ। ਜਾਂ ਮੈਂ ਨਾ 2004-5 ਸੀ, ਮੈਂ ਇੱਕੋ ਦਿਨ ਸਰਗੋਦੇ ਗਿਆ, ਉਹ ਵੀ ਥਾਣੇ, ਉੱਥੋਂ ਮੈਂ ਵਾਪਸ ਆਇਆ, ਮੈਂ ਕਦੀ ਸਰਗੋਦੇ ਨਹੀਂ ਫਿਰ ਪਹਿਲਾਂ ਗੁਜਰਾਤ ਪਤਾ ਨਹੀਂ ਕਿਉਂ ਸਿਮਿਲੈਰਿਟੀ ਲੱਗ ਮੈਨੂੰ ਕਈ ਆਵਾਜ਼ਾਂ ਮਿਲਦੀਆਂ ਜਲਦੀਆਂ ਨਹੀਂ ਬਹੁਤ ਇੰਨੀ ਵੀ ਨਹੀਂ ਕਿ ਬਹੁਤ ਜ਼ਿਆਦਾ ਲੱਗ ਰਹੀ ਹੈ। ਅਗਰ ਆ ਕਹੋ 99.9% ਹੋ ਸਕਦਾ ਯਾਰ ਨਜ਼ਰ ਕਦੀ ਵੇਖ ਮਿਲ ਜਾਂਦੀ, ਗੱਲ ਛੱਡ ਦੇ, ਕੋਈ ਗੱਲ ਨਹੀਂ, ਇਨਸ਼ਾਅੱਲਾ ਮਿਲ ਜਾਂਦੀ। ਇਹਦੀ ਕੋਈ ਗੱਲ ਹੈ। ਦੂਜੀ ਚੀਜ਼ ਇਹ ਵੀ ਕਿ ਸਾਡੇ ਉੱਤੇ ਹੁਣ ਮੈਂ ਤੁਹਾਨੂੰ ਇੱਕ ਨਾ ਆਪਣੇ ਘਰ ਦਾ ਵਾਕਿਆ ਦੱਸਣਾ। ਮੇਰੇ ਜਿਹੜੇ ਮਾਮੇ ਨਨਿਆਲ ਹੈ ਨਾ, ਉਹਨਾਂ 54 ਸਾਲ 24 ਮਰਨ ਦੀ ਨਿਆਜ਼ ਅਜ਼ਾਦਾਰੀ ਕਰਾਈ, 54 ਸਾਲ, ਠੀਕ ਹੈ। ਤੇ ਹੁਣ ਉਹ ਜਦੋਂ ਯਾਨੀ ਕਿ 5 ਮਾਮੂ ਸੁਣ ਕੇ ਉਹ ਅਲੱਗ ਅਲੱਗ ਹੋਏ ਨੇ, ਉਹਨਾਂ ਦੇ ਘਰ ਅਲੱਗ ਅਲੱਗ ਹੋ ਗਏ ਨੇ। ਹੁਣ ਸਿਰਫ ਇੱਕ ਘਰ ਜਿਹੜਾ ਨਾ ਉਹ ਵੀ ਉਸ ਹਿਸਾਬ ਦੀ ਨਹੀਂ ਨਿਆਜ਼ ਦਿੰਦਾ ਜਿਸ ਹਿਸਾਬ ਦੀ ਪਹਿਲੇ ਦਿੰਦਾ ਸੀ। ਕਦੀ ਕਦਾਰ ਹੋ ਗਏ, ਬਲਕਿ ਹੁਣ ਤਾਂ ਹੁੰਦੀ ਵੀ ਨਹੀਂ ਉਸ 24 ਮਰਨ ਦੀ ਨਿਆਜ਼, ਠੀਕ ਹੈ, ਕਿਉਂਕਿ 25 ਮਰਨ ਦੀ ਮੌਲਾ ਸਜਾਦ ਦੀ ਸ਼ਹਾਦਤ ਦਾ ਦਿਨ ਤੇ ਹੁਣ ਉਹ ਨਹੀਂ ਦਿੰਦਾ। ਲੇਕਿਨ ਅੱਜ ਤੱਕ ਕਿਸੇ ਨੇ ਇਹ ਨਹੀਂ ਆਖਿਆ ਕਿ ਤੂੰ ਤੂੰ ਨਿਕਲ ਗਿਆ, ਤੂੰ ਤੇਰੇ ਸਾਡੇ ਨਾਲ ਤਲੱਕਾਤ ਮਿਟ ਗਏ ਨੇ, ਠੀਕ ਹੈ। 54 ਸਾਲ ਜਿੰਨਾ ਦਿੱਤੀ ਹੈ ਤੇ ਪਿਛਲੇ 2 ਸਾਲ ਤੋਂ ਨਹੀਂ ਦੇ ਰਹੇ। ਇੱਕ ਇਹ ਜਿਹੜੀ ਇੱਕ ਹੁੰਦੀ ਹੈ ਨਾ ਕਿ ਪਾਬੰਦੀ ਲਾ ਦੇਣਾ ਕਿ ਤੁਸੀਂ ਇਹ ਬਿਲਕੁਲ ਦੇਣਾ ਹੀ ਦੇਣਾ ਤੇ ਤੁਸੀਂ ਕਰਨਾ ਹੀ ਕਰਨਾ। ਨਹੀਂ ਇਹੀ ਤੇ ਰੋਣਾ ਨਾ। ਨਹੀਂ ਇਹ ਵੇਖੋ ਨਾ, ਅਗਰ ਤੇ ਪਾਬੰਦੀ ਹੈ ਨਾ ਕਿਸੇ ਤੇ ਉਹ ਲਾਣੀ ਹੈ ਤੇ ਉਹ ਤੇ ਮੈਨੂੰ ਨਹੀਂ ਸਮਝ ਆਉਂਦੀ ਗੱਲ ਦੀ। ਲੇਕਿਨ ਅਗਰ ਸਿਰਫ ਮਾਮਲਾ ਇਹ ਵੇ ਕਿ ਇੰਤਜ਼ਾਮ ਚਲਾਉਣਾ ਤਾਂ ਉਹਦੇ ਵਾਸਤੇ ਰਕਮ ਦੀ ਲੋੜ ਹੈ। ਹਰ ਇੱਕ ਨਿਜ਼ਾਮ ਨੂੰ, ਹਰ ਇੱਕ ਸਿਸਟਮ ਨੂੰ ਚਾਹੀਦਾ ਹੁੰਦਾ ਹੈ। ਬਿਲਕੁਲ ਜਨਾਬ, ਇੱਥੇ ਮੈਂ ਤੁਹਾਡੇ ਨਾਲ ਇਤਫਾਕ ਕਰਨਾ, ਕੋਈ ਵੀ ਤੁਸੀਂ ਨਿਜ਼ਾਮ, ਬਲਕਿ ਕੀ ਕਹਿੰਦੇ ਮਜਲਿਸ ਹੀ ਕਰਵਾਉਣੀ ਹੋਏ, ਹਾਕਿਮ ਸਾਹਿਬ ਮਜਲਿਸ ਹੀ ਕਰਵਾਉਣੀ ਹੋਏ, ਠੀਕ ਹੈ ਨਾ, ਨਾਤ ਖਵਾਨੀ ਕਰਵਾਉਣੀ ਹੋ, ਉਹਦੇ ਅਸੀਂ ਵੀ ਤੁਹਾਨੂੰ ਪਕੌੜੇ ਸਮੋਸੇ ਲਿਆਉਣੇ ਪੈਣੇ ਨੇ, ਕੋਈ ਚਾਹ ਪਾਣੀ ਲੈਣਾ ਪੈਣਾ, ਪੈਸੇ ਲੱਗਦੇ ਨੇ, ਬਗੈਰ ਪੈਸੇ ਦੇ ਨਹੀਂ। ਲੇਕਿਨ ਇਹ ਨਹੀਂ ਕਿ ਤੁਸੀਂ ਨਿਚੋੜ ਲਵੋ ਬੰਦਿਆਂ ਨੂੰ ਕਿ ਬਈ 16% ਤੁਸੀਂ ਦੇਣਾ ਹੀ ਦੇਣਾ, ਬਈ ਫਲਾਣਾ ਹੈ। ਇੱਥੇ ਵੀ ਨਹੀਂ ਨਾ ਅਜ਼ਾਬ ਮੁੱਕਦਾ। ਤੁਸੀਂ ਦਿਨ ਦੇ ਅੰਦਰ ਨਮਾਜ਼ਾਂ ਪੜ੍ਹੀਆਂ ਨਹੀਂ ਪੜ੍ਹੀਆਂ, ਕੰਮ ਕੀ ਚੰਗਾ ਕੀਤਾ, ਇਹ ਵੀ ਤੁਸੀਂ ਜਿਹੜਾ ਆਪਣੇ ਜਿਹੜਾ ਮਸੀਤ ਨਾਜ਼ਮ ਦਾ ਪਕਾ ਰਿਹਾ। ਅਸੀਂ ਨਾ ਮੇਰੇ ਖਿਆਲ ਨਾਲ ਬਹਿਰੀਨ ਅਸੀਂ ਐਵੇਂ ਬੇਗਾਨੀ ਸ਼ਾਦੀ ਚ ਅਬਦੁੱਲਾ ਦੀਵਾਨਾ ਬੜੇ ਥੱਲੇ ਰਾਸ਼ਦ ਰਾਣਾ ਸਾਹਿਬ ਬੈਠੇ ਨੇ, ਉਹਨਾਂ ਦਾ ਫਰਜ਼ ਨੇ ਥੱਲੇ ਲੋ ਉਹਨਾਂ ਨੂੰ ਚੁੱਕੋ ਹਾਂ ਭਾਈ ਸਾਹਿਬ ਆਓ ਨਾ ਕਾਲ ਤੇ ਆਓ। ਮੈਂ ਨਹੀਂ, ਮੇਰੇ ਕੋਲ ਤੇ ਇਖਤਿਆਰ ਕੋਈ ਨਹੀਂ, ਤੁਸੀਂ ਖੁਦ ਹੀ ਬੁਲਾਓ। ਹੁਣ ਸਾਨੂੰ ਮੌਲਾ ਹੀ ਬਚਿਆ, ਵਾਟਰ ਆ ਗਿਆ ਜੀ ਉੱਤੇ। ਹਾਂਜੀ ਜੀ ਅੱਛਾ ਬਣਿਆ ਅੱਜ ਕੱਲ ਉਹ ਚੀਜ਼ਾਂ ਨਹੀਂ ਹੈ। ਮੈਂ ਨਾ ਵਾਟਰ ਨੂੰ ਹਮੇਸ਼ਾ ਅੱਛਾ ਰਿਗਾਰਡ ਕੀਤਾ, ਬੰਦਾ ਗੱਲ ਠੀਕ ਕਰਦਾ। वालेकुम सलाम सर जी नजब साहब, आप लोग नहीं 5% मर्जा देते? मर्जा नहीं बिल्कुल भी नहीं देता। वो क्या होता है? अच्छा मर्जा क्या? तो खमस का मतलब 5 ही तो होता है। नहीं, खमस का मतलब 5वां हिस्सा ही तो होता है। 5वां हिस्सा है। हाँ, तो 20% हो जाता है 5वां हिस्सा। जी तुसी गल कर लो, मैं फिर दसना तुहानू। तो आप 5% देते हैं कि 20वां हिस्सा देते हैं आप चंदा? मैं कह रहा हूँ, सवाल आप तुसी कर लिया और जवाब ही ले लो। तो हो गया, ठीक हो गया। कुरान करीम के अंदर खुम्स का जिक्र आता है कि नबी करीम सल्लल्लाहु अलैहि वसल्लम से, मुसाफिरा से, मस्कीना से, क्यों अहले तशिया से हर बंदे पे ज़कात वाजिब नहीं है, साहब इस्तिताअत ते वाजिब है। ओदी एक अमाउंट है। खूब साल दे बाद तुहाडे कोल कोई शय बच गई है, ठीक है ना,
ਤੇ ਉਹਦਾ ਜਿਹੜੀ ਸ਼ੈ ਜ਼ਿਆਦਾ ਹੈ, ਮਾਲ ਹੋ ਗਿਆ, ਸੋਨਾ ਹੋ ਗਿਆ, ਬੱਕਰੀ ਹੋ ਗਈ, ਉਹਦਾ ਤੁਸੀਂ ਕੁਰਾਨ ਦੀ ਆਇਤ ਮੁਤਾਬਿਕ, ਆਇਤ ਖੁਮਸ ਦੇ ਮੁਤਾਬਿਕ ਉਹ ਤੁਸੀਂ ਦੇਣਾ ਕਿਹਨੂੰ? نبی تے اہل بیت. کیوں انہاں سے صدقہ تے زکات اللہ تعالیٰ نے حرام کی ہے، تاں سے اللہ تعالیٰ نے نبی کریم صلی اللہ علیہ وآلہ وسلم اور انہوں نے اہل بیت سے خمس دا مقرر کیتا ہے. خمس اسی دید ہے. اور اسی طریقے دے نال غریب سادات سے جڑے صاحب استطاعت سادات نہیں ہیں دنیا دے اوتے، جنہاں کول حالات اچھے نہیں ہیں، انہاں دی مدد سے. اور ادھا حصہ جاندا ہے غریباں نوں، مسکیناں نوں، فقیراں نوں اور مستحقین نوں قرآن دی آیت دے مطابق. اور یہ بڑی لمبی شرط ہے کہ تساں لب کے سادات، غریب سادات لب کے، یہ نہیں کہ کسی جا کے بندے نوں دے دینا. غریب سادات لبنا ہے، سہیل پوش ہوندے نا بڑے بڑے سادات اللہ دے بندے جڑے جس اج طرح کل کچھ بنن. زکات دا ذکر قرآن دے اندر آندا ہے، لیکن دینی کس طرح ہے وہ سنت نبی کریم صلی اللہ علیہ وآلہ وسلم سانوں دسدی کہ 2.5% دینی ہے، فلانے بندے نوں دینی ہے، فلانے نوں لگدی ہے، فلانے نوں نہیں لگدی. اسی طریقے دے نال خمس دا بھی نبی کریم صلی اللہ علیہ وآلہ وسلم اور انہاں دے اہل بیت نے دسیا کہ کتنا فیصد دینا، کنوں دینا، کدے تے لگدا تے کدے تے نہیں لگدا قرآن دے مطابق. ہن تسی سانوں اے دس دیو جڑا چندہ تو اپنے ذاتہ تے واجب کر سکے 16%، اے دا ذکر کتے قرآن حدیث دے اندر؟ دیکھیں میری بات سنیں، جو بھی سوال آپ کے ذہن میں کبھی زندگی میں اٹھے نا، تو اس کا جواب سب سے پہلے نا خود ڈھونڈنا ہے، ٹھیک ہے؟ تو آپ کے اندر ایک اچھائی پیدا ہوگی. اچھا ہے جی، آپ کے پاس نہیں لبے تو بالغ آدمی ہوتا ہے نا، جو بالغ آدمی ہے وہ چاہے ہندو ہے چاہے سکھ ہے، اللہ تعالیٰ نے نا اسے ایک توازن اور ایک فہم دیا ہوتا ہے، ٹھیک ہے؟ تو آپ کا کسی بھی مذہب کے بارے میں جب سوال کوئی بھی اٹھے نا زندگی میں، تو اصول یاد رکھنا کہ سب سے پہلے وہ سوال اپنے سے پوچھنا، ٹھیک ہے؟ تو پھر وہاں سے آپ کو زیادہ تر 99% جواب اپنے سے ملیں گے، کیونکہ دوسرے کے جواب سے جو ہے نا آپ لوگوں کا نا ایک رویہ بن گیا ہوا، میں نے دیکھا ہے کہ صرف اور صرف تنقید اور شرارت، ٹھیک ہے؟ تو یہ بھائی نے آپ کو، ایکس بھائی نے ایک سے ایک جواب دیا، لیکن آپ کی تسلی نہیں ہوئی. اور جن باتوں کے بارے میں آپ پوچھ رہے ہیں نا اس کا مذہب سے کوئی تعلق بھی نہیں ہے. سمجھ گئے نا بھائی؟ تو جواب دیتا تھا چندے دا، میں کی پوچھا سی سوال کسی میرا جی، تو آپ کو جواب ساروں سے پہلے نا اپنے آپ سے ڈھونڈے بھائی، پھر اس کے بعد میں دوں گا. 16% دینا چندہ ہے کتنے لکھے ہے قرآن حدیث سے؟ کتنے ملتا سانو؟ خم سے تسی پوچھا، میں تو قرآن ثابت کر سکے دے بھی سڑے قرآن میں ذکر آندا ہے. میں آپ کی بات سے مطمئن ہوں یا نہیں ہوں، ٹھیک ہے، لیکن میں نے آپ کا جواب جو ہے نا وہ قبول کر لیا ہے، ٹھیک ہے؟ واٹر صاحب ایک چیز اگر میں پوچھ سکاں تواڈے کول، یہ گل صحیح ہے کہ اگر تسی 3 مہینے چندہ نہ دیو تو تم جماعتوں کٹ دیندے؟ ایکس بھائی، ورنہ تو جماعت میں ایک بندہ بھی نہ رہ جاتا. آپ ان سے پوچھیں کہ عورتیں بیچاریاں کہاں سے ٹیکس دے سکتی ہیں یا چندہ دے سکتی ہیں، یا کیا ان کی آمدنی ہوتی ہے. ہماری ساری پاکستان کی مائیں بہنیں جو ہوتی ہیں نا، وہ ان کے گھر والوں نے نا صرف 2 وقت کی روٹی پہ رکھی ہوتی ہیں، ورنہ تو کوئی عورت ہی نہ جماعت میں رہتی، ٹھیک ہے؟ آدمیوں کے کون سے پاکستان میں ایسے حالات ہیں جو چندے دیتے پھریں گے اتنے بڑے بڑے؟ غریب لوگوں کی کیا تسی ڈائریکٹلی نگیٹ کر دو نا، تسی انہوں نے سمجھ دو بالکل غلط. اب میرے جیسا جو بندہ ہے جس کی آمدنی ٹھیک ہے، وہ اپنا 6% کیا، وہ اپنا 50% دے دے، اس پہ کوئی پرواہ نہیں، لیکن منیمم کوانٹٹی انہوں نے 6% رکھی ہوئی ہے روپے پہ آنا. ایک جماعت ہے جو اپنا ایک نا کلمی جہاد کو کلیم کر رہی ہے، اور آپ نے بڑی اچھی بات کی تھی کہ کوئی بھی مہم اور کوئی بھی موومنٹ جو ہے وہ چل ہی نہیں سکتی پیسوں کے بغیر. تو ہم نے تو ایک قسم کا کلمی اور ادبی جہاد شروع کیا ہوا ہے، تو اس میں پیسے تو لگنے ہیں. MT ہمارا چینل چلتا ہے، ہمارے مرانی ہیں، ہماری تحریکیں ہیں، تو پیسے تو لگیں گے. تو اگر جو بندہ چندہ نہیں دیتا وہ جماعت میں رہتا ہے، جماعت میں اس کو رہنے کا حق ہے؟ ہاں، آپ ایسا بندہ نا، آپ نیو یارک میں رہتے ہیں، بہت بڑی جماعت ہے وہاں پہ، آپ ڈھونڈ کے دکھائیں ایسا بندہ جس کا اخراج چندہ نہ دینے پہ ہوا. مجھے نہیں ضرورت ڈھونڈنے کی، میں پوچھ رہا ہوں جماعت کا جو قانون ہے، جو اصول ہے، جماعت کے جو قوانین بنائے ہیں بانی جماعت نے، تو انہوں نے مرتب کیے، آپ اسی پر عمل کرتے ہیں یا اپنی مرضی سے آپ جو رولز اینڈ ریگولیشن اس کو سیٹ کرتے ہیں؟ جی بھائی، پوری کوشش کرتے ہیں، لیکن یہ پھر بھی جو ہے نا، یہ بانی جماعت کے کہنے پر ہی چلتے ہیں نا، یہ چندہ بانی جماعت کے کہنے پر دے رہے ہیں یا اپنی مرضی سے دے رہے ہیں؟
जी अपनी मर्जी से दे रहे हैं, अपने हालात पे दे बानी रहे हैं, जमात और की बात उनके मान कर उनके नहीं दे रहे। असूल पे भी दे रहे हैं। बात ये है नहीं ना, नहीं, मैंने आपको सुन, मेरी सुन तो लेना, सुन के आप बाद इसका जवाब ले जवाब लें। एक देना। मिनट, मेरा मुकम्मल नहीं हुआ जवाब भाई। क्या सवाल क्या है, भाई मुझे मेरा बताएं, जवाब सवाल क्या है मुकम्मल मेरे? नहीं हुआ भाई। अगर मेरे सवाल ही पास नहीं मैंने अभी पैसे किया, होंगे जवाब तो मैं क्या चंदा देंगे? दूंगा। मैं सुन आपके ना, पहले सवाल का जवाब दे रहा हूँ। मेरा पहला चलिए सवाल आप ये है, सवाल दोबारा शुरू कर लें, मैं लेकिन करता हूँ। मुझे सवाल जवाब ये फिर है पूरा कि देने आप दें। चंदा जो है, चंदा आपने अपनी मर्जी से देना शुरू किया या बानिया जमात के हुक्म पर देना शुरू किया? इसमें 3-4 फैक्टर आ जाते हैं। तीन बता चार दो। जवाब है इसके। 3-4 सुन फैक्टर लो, आ जवाब जाते हैं। सुन लो ना। 3-4 फैक्टर आ जाते हैं। एक तो मैं इसमें हूं ही फैक्ट, इतना गरीब मैं कि मैं फैक्ट्स खुद नहीं पूछ रहा, मैं फैक्ट्स नहीं पूछ रहा, मिस्टर एक्सेप्ट फैक्टर मैं नहीं पूछ मैं रहा। मॉड बना दूं, फैक्टर भाई क्लोज यार 3-4 मिस्टर शरायत एक्सेप्ट आ मैं मॉड जाती बना हैं। रहा, फॉलो कर लो बस, मैं तुम्हें मॉड बना देना। अच्छा मॉड कर लोगे तो। मैं सिर्फ आपसे ये पूछ अच्छा। रहा हूँ, मैं सिर्फ ये पूछना चाह रहा हूँ कि आपने चंदा जब देना शुरू किया, या जमात के जो मेंबर हैं वो चंदा अपनी मर्जी से दे रहे हैं या बानी जमात के हुक्म पर, उनके कहने पर चंदा दे रहे हैं? आप मुझे जवाब देने की इजाजत देंगे कुछ 30 सेकंड जी से जी, 1 इजाज़त मिनट है, तक? आपको इजाज़त है। बड़ी मेहरबानी। फिर दरमियान में आप टोकना मत। बानिया जमात जितने मर्जी हुक्म दे दें, मेरे पास पैसे ही नहीं होंगे तो मैं कहाँ से चंदा दूंगा? सबसे पहली शर्त, मेरे पास पैसे होने चाहिए। शर्त नंबर 2, मेरे पास पैसे इजाफी होने चाहिए। शर्त नंबर 3, मेरे हालात उस वक़्त भी ठीक हो, मेरी कोई ऐसी बुनियादी ज़रूरत ना आ गई भी हो। शर्त नंबर 4, मैं फिर भी अपनी मर्ज़ी से दे सकता हूँ। ठीक है, मैंने फैसला करना है चंदा देने का। मैं 1 साल बाद भी दे सकता हूँ, मैं 2 सालों का भी इकट्ठा दे सकता हूँ, मुझे कोई जमात से नहीं निकालेगा। कोई बंदा ऐसा दिखा दें जो चंदा देने ना देने से निकला हुआ हो जमात में। इतनी बड़ी टिकटॉक है, इतने बड़े दुश्मनों की तादाद है, लाओ ढूंढ के कोई एक बंदा भी जिसको चंदा देने पे निकाला हो, ना देने पे। अगर मैं बता दूं एक मिनट, एक कि मिनट इस यार, एक बंदे मिनट, एक को, मिनट, एक मिनट, एक मिनट, एक मिनट, एक मिनट, एक मिनट, हो गया भाई आपका जवाब? जी मेरे खत्म प्यारे हो गई बात? अच्छा, अब आप सुनिएगा, मैं सवाल पूछने लगा हूँ। बहरीन भाई, आप 2.5% ज़कात अपनी मर्जी से देते हैं या शरीयत के कहने पर, रसूलुल्लाह सल्लल्लाहु अलैहि वसल्लम के कहने पर देते हैं? शरीयत मोहम्मदी की जो बात है, शरीयत वो पर शरीयत मोहम्मदी के तहत ही चलेगा और उसी नबी करीम सल्लल्लाहु अलैहि वसल्लम के कहने पे देगा। कहने पर दे रहे हैं। तो वाटर साहब, यही सवाल मैंने आपसे किया था कि आप जो चंदा देते हैं, आप अपनी मर्जी से देते हैं या बानी जमात के कहने? आपने इतनी सारी बातें की हैं लेकिन वो जवाब नहीं दिया जो मैंने सवाल भाई, किया। आप जो बात सुनना चाह रहे हैं ना, उसका जवाब ऐसा ही मिलेगा आपको। मिर्जा साहब की कोई अपनी शरीयत नहीं है, हम रसूल पाक की मैंने नहीं शरीयत पर कहा ही चलते शरीयत, हैं। मैंने शरीयत का जिक्र नहीं किया, मैंने हम आपसे रसूल ये कहा पाक है। की शरीयत पर ही अच्छा, चलते हैं चले भाई। चले आप मुझे बताएं, आपने जो 4 आपने शर्तें बताई हैं, बल्कि इवन 5 ही हो गई हैं, कि आपने बताइए कि एक तो जी मेरे पास पैसे होने चाहिए, दूसरा मेरे पास पैसे इजाफी होने चाहिए, तीसरा मेरी ज़रूरियात नहीं होनी चाहिए, चौथा मेरी मर्ज़ी भी होनी चाहिए। ये सारी शराइत जो हैं, ये मिर्ज़ा साहब ने बताई हैं या आपने अपने तौर पे ही जो है ना वो शराइत जो अपने पर लागू कर ली? देखें, मिर्जा साहब ने आपको एक 6% बता दी है, आप अगर वो दे दें तो बहुत अच्छी बात है। 6% अगर आप आप, मिर्ज़ा साहब के कहने पे देते हैं ना? हाँ, मिर्जा साहब के कहने पे देते हैं। जो मिर्ज़ा साहब की बात को नहीं मानता, जो बंदा मिर्ज़ा साहब की बात को नहीं मानता, हाँ उसको आप क्या कहेंगे? वो अहमदी है, वो जमात में रहने का उसका हक है। हाँ, अहमदी है, जमात में रहने का उसका हक है। मिर्ज़ा क्या साहब कोई की बंदा मुखालफत करे, चंदा ना दे? क्या कोई बंदा एक वक्त की नमाज छोड़ देता है तो काफर हो जाता है? मैं 2 आपको फिर रोजे आप छोड़ने से इधर बंदा उधर काफर हो जाता है? आप उस मुद्दे पे क्यों नहीं रहते जिस मैं जिस मुद्दे पर पे मैं नहीं बात कर रहता, रहा हूँ? मैं आपको मैं मिसाल आपको ये देके थोड़ी भाई पूछ रहा हूँ। समझाता हूँ। आप नहीं, मिसाल अच्छा, से मिसाल समझे। तो आप दे रहे हैं, मिसाल तो आप दे रहे हैं। देखें, मिर्ज़ा साहब का ये कहना है, मिर्ज़ा साहब ने ये चंदा जब मुख्तस किया था ना, वो उन्होंने पूरी तफसील के बाद उन्होंने कहा था कि उसका जमात में रहने का कोई हक नहीं है, जो कुछ भी नहीं देता। यार, ये एक लोगों को मोटिवेट करने का तरीका होता है और उनको बताने मतलब का वो तरीका होता उन्होंने है। वैसे और ही नहीं, हवाले ना गल एक करो, अच्छे हवाले एमडी ना। हवाला जी, दो, मुझे आपकी बात पे यकीन है। मजमू एक अच्छे एमडी से एक्सपेक्ट किया जाता है कि वो कम से कम इतना सफर करेगा। ये लो, मुझे मैं हवालों की हवाला जरूरत नहीं, मैं यहाँ हवालों लगा पर देता नहीं हूँ। करता। आपने बात हवाले का कह दी, मैंने सवाल मान ली। आपने बात कह दी, मैंने मान ली। मुझे नहीं हवालों की यार जरूरत। कोई ना बोले, वाटर साहब पढ़ के सुना, लफ्ज़ ब लफ्ज़ पढ़ के सुना, तो कह दो ਤੁਹਾਨੂੰ कबूल है।
यार 5 वक्त की नमाज फर्ज है ना, कुछ लोग नमाज नहीं पढ़ते वो काफिर हो जाते हैं। यार मैं नहीं पूछ रहा ना, नमाज ਨੂੰ ਕਾਇਮ ਕਰਦਾ ਉਹ ਦੀਨ ਨੂੰ ਕਾਇਮ ਕਰਦਾ, ਜਿਹਨੇ ਨਮਾਜ਼ ਨੂੰ ਗਿਰਾਇਆ ਉਹਨੇ ਦੀਨ ਨੂੰ ਗਿਰਾਇਆ, नबी की बस हदीस। जो बंदा चंदा बाकायदगी से देता है वो अहमदियत को कायम करता है, जो बंदा चंदा नहीं देता या झूठे उज़र तलाश करता है वो अपने अकीदे में कमजोर है। बस वो फिर अहमदी नहीं रह सकता, जमात में नहीं रह सकता। क्वार्टर साहब, अगर तो एक रोजा छोड़ने वाला मुसलमान नहीं रहता तो एक भाई चंदा गल कर छोड़ने रहे वाला अहमदी नहीं रहता। नदीम भाई यूसी भाई गल कर रहे ने कर रहे तो इसका मतलब ये हुआ कि आप चंदा देते हैं तब भी अहमदी हैं, चंदा नहीं देते तब भी आप अहमदी हैं। क्यों नहीं, जैसे आप रोजे छोड़ के भी मुसलमान है। लेकिन मिर्जा साहब फिर क्यों कह रहे हैं कि जो बंदा चंदा नहीं देता उसको बिल्कुल जमात में रहने का हक नहीं है, उसको लेकिन जमात से रसूल अल्लाह निकाल फिर दिया क्यों जाए। कह रहे हैं कि नमाज रोजा हज ज़कात? मैंने रसूल अल्लाह की बात नहीं की, मैं आप क्यों उधर जा रहे हैं, आप क्यों इस तरह चाह रहे हैं कि हम बात क्यों ना उधर आगे ना कर पाएं? जाऊं, मैं अपने नबी की सीरत की तरफ क्यों ना जाऊं? अपने ही सीरत नबी की, को आप क्यों ना- अपने नबी की बात उसमें बताए ना, ऐसा आप ही के ना नबी हो की तो मैं पूछ रहा हूँ, आपके भाई नबी हमारा ने कहा है नबी कि भी चंदा आपके लाजिम नबी है। का फॉलोअर है, रसूल करीम का नहीं फॉलोअर है है, हमारा नहीं नबी। चंदा लाजम है, क्या जो नहीं देना वो मुनाफिक है। अब इसके बाद वो सिलसिले में नहीं रह सकेगा। इससे इश्तिहार नहीं के रह शाया होते 3 माह तक वो 1 माह एक बैत करने बैत करने वाले के जवाब का इंतजार किया जाएगा, हर बैत करने वाले का जवाब का इंतजार किया जाएगा कि वो कुछ माहवारी चंदा इस सिलसिले की मदद के लिए कबूल करता है। और अगर 3 माह तक किसी का जवाब ना आया तो सिलसिला बैत से उसका नाम काट दिया जाएगा। कुछ काट दिया वो जाएगा। क्या लफ्ज़ मुश्तहब लिखा गया है रहे। बहरीन भाई? कुछ अगर आपने 4 अन्ने भी दे दिए तो उसकी भी रसीद ले लें। 4 आने भी ना देते फिर खत्म, वर्का पाट के सोट सड़ना अगला तो फिर अगली के सलाम अला बने ऐसी बात नहीं है, ऐसी बात नहीं है। हम बड़ी समझदार जमात है हमारी और बड़े नेक और शरीफ लोग हैं। नहीं इसमें कोई शक नहीं, आप तो समझदार हैं, लेकिन जिसने ये असूल बनाया है उसकी समझ में कोई कमी रह गई है कि ये कह देना ऐसी कि बात जो नहीं कुछ भी करते। नहीं देता। देखिए मेरी बात देखिए सुनो, डॉक्टर आप साहब बेअदबी मेरी बात करना सुने ना, अपना फर्ज समझने लग गए हो। आप अपनी, मैं आप ही की बात को ले रहा हूँ भाई, आप खुद कह रहे हैं ना कि ये कोई यार, बात अभी हो, उन्होंने आप ही तो कह रहे हैं कि स्टेटमेंट अगर पढ़ी कुछ है नहीं कि कुछ ना देता, कुछ तो दे, कुछ दे देगा कुछ- वो बेचारा। हाँ, तो 1 कुछ अगर रुपया दे कुछ- देगा तो कोई कुछ नहीं कहेगा उसे। अगर कोई बंदा कुछ भी अगर नहीं किसी के देता, पास 1 कुछ भी रुपया भी नहीं है तो फिर तो वो हाँ। फकीर के दर्जे से भी नीचे है, फिर तो वो खुद तो कहता फिर है कि उसका मुझे जमात ज़कात में दे रहने दो। को कोई हक नहीं है, फिर उसको नहीं, जमात फिर से वो- इखराज कर देना चाहिए। फिर जमात उसकी हेल्प करती है, ऐसे लोगों का वजीफा लगा दिया जाता है। तो वो वजीफे में से भी चंदा देते हैं। नहीं, वजीफे में से कौन चंदा देता है? वजीफा तो मिर्जा साहब फिर क्यों कह रहे हैं कि अगर वो कुछ भी नहीं तो देता, चंदा देगा। मैं वही कह रहा हूँ, नहीं मैं यहाँ पे इस तरह के सबूत पेश कर सकता हूँ, लोगों ने जेल के अंदर वहाँ पे काम करके उसमें से भी चंदा दिया है। क्यों खैर नहीं? मिर्जा साहब ने जो क्यों रसूल नहीं? मुरतब किया ना, हमारा सवाल ये था मेरा कि आप लोग चंदा देते हैं मिर्जा साहब के कहने पर, अपनी मर्जी से नहीं दे रहे। ये जो परसेंटेज आप लोगों ने अपने ऊपर लागू मेरे किया है, खानदान के कई लोगों ने अपनी तमाम की तमाम जायदाद जो है जिंदगी में कई दफा पूरी की पूरी जमात को दी हुई है, सारी की सारी दे दी है, उसके बाद सारी फिर की ले सारी। ली है, फिर वापस दे दी। पूरी की पूरी दे दी हुई है जमात की, और फिर उसके वो बाद तो चलो अल्लाह ताला ने वो दोबारा तो उनको चलो एक तरक्की अलग दी। मैटर है, लेकिन ये जो चंदा मखसूस किया गया है, जिसकी परसेंटेज मिर्जा साहब ने मखसूस की है, उसकी मैं बात कर रहा हूँ कि अगर वो कोई भी बंदा नहीं देता किसी भी मजबूरी से, हो सकता है उसके पास पैसे ही ना हो, वो कोई चंदा नहीं देता, तो उसका जमात में रहने का तो कोई हक नहीं है ना। फिर वो सिर्फ बता देता है कि भाई मेरा कारोबार नहीं चला, मेरा नुकसान हो गया, मैं तो खुद कर्जों में हूँ, मैं कहाँ से चंदा दूँ, तो कोई उसको कुछ नहीं कहता। मिर्जा बल्कि साहब उसको क्यों कह डिफेंड रहे हैं कि किया उसका जो जाता वो मुनाफिक है और उसका जमात में रहने का कोई हक नहीं। जो आदमी इतला दे दे, फर्ज करें कि आपके पैसे चोरी हो गए, आपके घर डाका पड़ गया, आपका कारोबार नहीं चला, आपकी आमदनी नहीं हुई, किसान की फसल खराब हो गई है, वो सिर्फ अपने सदर साहब को बता देता है और फिर सदर साहब उसके बिहाफ पे बात करते हैं। सदर उनको साहब ने पता तो होता असूल है। मुरतब नहीं किया, असूल तो बनाया मिर्जा साहब ने। और भाई हमारी जमात में बहुत असूल बने सदर हुए हैं, साहब तो सिर्फ बहुत कलेक्टर हैं, असूल दर सदर साहब ने असूल तो दर कलेक्शन असूल करनी बने होती हुए है हैं। बस। हाँ जी, कोई बात, हमारे तो ओहदेदार हमारा साथ देते हैं, बल्कि मुश्किल हालात में कोई औरतें बेवा हो जाती हैं, किसी का मियाँ शहीद हो गया, उनके तो वजीफे लग जाते हैं, उल्टे बच्चे पढ़ते हैं, उनको यार लैपटॉप तक ये जो लेके ये दिए जो जाते हैं, ये जो है उनकी ना मास्टर वजीफे डिग्री लगने तक लगाने तालीम वाली, होती है वजीफे उनको। लग जाते हैं, वजीफे लग जाते हैं, उनके चंदे उसी ये दिए जाते हैं, वो दिए हाँ जाते हैं। वो तो एक बाद की बात आ गई ना, वो तो आप अपनी मर्जी से कर रहे हैं, जिसको भी दे रहे हैं, ले रहे हैं, जो भी है। मैं जमात के आइन की बात कर रहा यतीम हूँ, बच्चे जमात जो के हैं रूल। उनको मास्टर जमात डिग्री तक सरगोदा यूनिवर्सिटी में पढ़ रहे हैं, रब्बा के साथ सरगोदा मैं कहता हूँ यूनिवर्सिटी में। मैं अभी इधर लगाता हूँ, यहाँ पे रो रहे हैं, बिलक रहे हैं, दूसरे मुल्कों में लोग बैठ के, उनकी बेटियां गिरफ्तार कर ली गई हैं, वो असीरी में हैं, वक्ती और केस हो जाते हैं, बेचारे हमारी जमात बेचारे बिल्कुल उनका बिलक support बिलक के करती उनको है, खारिश और पड़ कौन गई उनको है। support यार अब सुन करेंगे? तो लेना, इस तरह बोल ही जाएंगे आप, मैं भी बोलता जाऊंगा, इस तरह तो नहीं ना।
آپ یہ جو بات کریں نا آپ تو کریں ویسے ہوائی، اس کا کوئی ثبوت نہیں ہے. میں جو بات کر رہا ہوں میں اس کو ثبوت کے طور ہماری پہ آپ جماعت کو یہاں کوئی پہ کام ویڈیو بھی ہوائی پیش نہیں کر کرتی، دیتا ہوں. ہمارا ہر کام جماعت آرگنائزڈ ہوتا ہے، کے ہم آپ کی اندر طرح کے نہیں ہیں. جماعت کے ساتھ منسلک لوگ جو ہیں نا وہ پاکستان میں بھی اور پاکستان سے نکل کر دوسری کنٹریز میں جو کہتے ہیں نا کہ ہمارے گھروں کو آگ لگا دی ہے، ہماری دکانوں کو جلا دی ہے، ہمارے عزتیں لوٹ لی ہیں، وہ جو دوسری کنٹری میں جا کے بیچارے رو رہے ہیں بلک رہے ہیں، وہ اندر ان کو بارڈر کراس کرنے کی وجہ سے گرفتار کر کے انہوں نے جیلوں میں ڈالا ہوا ہے یا کسی کو ڈیٹینشن سینٹر کے اندر رکھا ہوا ہے. تو وہ لوگوں کو خارش پڑ گئی ہے، وہ خارش کی وجہ علیم سے صاحب وہ نے جو بیچارے ویڈیوز زخمی ہو گئے لانچ ہیں، کی تھیں، لیکن مجھے جماعت ان پتا کے ہے لیے ان کچھ نہیں ویڈیوز کر رہی، کا، وہ رو رہے ہیں بلک رہے ہیں بیچارے. نہیں مجھے پتا ہے ان ویڈیوز کا. تو علیم تو صاحب وہ نے تو نہیں نا ان کی ویڈیو ہیلپ جو کی. ہیں وہ آئی جنریٹڈ ہے. نہیں نہیں وہ اصلی ہوں گی، ہاں کوئی ایسی بات نہیں ہے. تو تو ان ان کے کی لیے آخر میں جماعت کیوں مدد نہیں کس کہہ نے رہی کرنی کہ ہے؟ ان کے لیے جو لوگوں سے چندہ لے کر کے پیسے ان پر جماعت کیوں نہیں خرچ کر رہی؟ ان کے لیے کم از بالکل کم کوئی خرچ کر ایک رہی ہے وکیل ہی اور کر. بالکل خرچ کرے گی بھی، ان کو کیسوں سے بھی نکالے گی اور ان کو ایئر کہاں ٹکٹ نکال بھی رہی ہے دے گی یار؟ وہ تو اور بیچارے ان اپنی کو اٹھا مدد آپ کے تحت لگے ہیں، یار کوشش کر رہے ہیں، لوگوں کی میں منتیں آپ کو ترلے کیا کر رہے ہیں. بتاؤں 8 کہ 10 سال ہزاروں ہو کی گئے ہیں. تعداد میں احمدی جو ہیں وہ امریکہ پہنچے ہیں. ٹھیک ہے، وہ کوئی ایسی بات نہیں ہے ہزاروں یہ. کی تعداد میں ہاں پہنچے جی ہاں ہیں، جی لیکن وہ پہنچے ہیں جماعت نے لے کر آئے، جماعت ان کو لے جی کر آئی، اپنی مدد آپ کے بالکل تحت پہنچے ہیں. بالکل آپ کو بالکل جماعت لے اپنی کر آئی ہے مدد یہاں پہ آپ کے کینیڈا میں. تحت بھی، اور پھر یہاں پہنچنے کے بعد بھی جماعت ان کی بہت ہیلپ کرتی ہے. مجھے بتائیں کون سا بندہ ہے جس کی جماعت ہے یہاں پہ؟ میرے پاس ایک یار زندہ آپ مثال ہماری موجود ہے، جماعت کا حصہ نہیں ہے نا، اس لیے زندہ آپ نا مثال میرے پاس موجود یار ہے جو لڑو کہ تو اتنی نانا، اتنی. بات تو سن لیا کرو نا. تم بات میں کہاں سے شروع ہوئے تھے؟ آپ غلط بات چندے کریں گے سے. تو پھر کہتے لڑو بھی نا. دیکھو میری بات سنو یہاں پہ آج. زندہ مثال میرے یار پاس آپ موجود تو ہے. وہ حوصلے بندہ سے بات ہی اتنی نہیں اتنی کرتے. گالیاں دیتا ہے، اتنی گالیاں دیتا ہے جماعت کو، اور وہ اپنی مدد آپ کے تحت یہاں پہ آ گیا، کوئی اس کو پریشانی نہیں، کوئی کچھ نہیں. آ کے اس نے اسائلم کیا ہے کہ جی میرے گھر کو جلا دیا، جبکہ وہ جھوٹ بولتا ہے بقول اس کے کہ بھائی ایسا تو کوئی معاملہ نہیں، لیکن اسائلم کرنا تھا، اب کیا کریں. تو اس کی تو کسی جماعت نے کوئی ہیلپ نہیں کی، وہ تو اپنی مدد آپ کے تحت ہی کر رہا ہے جو کچھ بھی کر رہا ہے. ملک ٹھیک ہے طلعت پھر والا آپ واقعہ اس کی بتا بات دو. مان لیں. ملک طلعت ہیں والا واقعہ بتا دو، جو بچہ آیا تھا دبئی میں وزٹ پہ، جب اس کا وزٹ ختم ہو گیا تو جماعت. ہاں بہت سارے واقعات ایسے ہیں. ان کو بھی پتہ ہے یہاں پہ ڈیلی بیسس پہ ویڈیو اپلوڈ ہوتی ہیں اور رو رہی ہیں خواتین، بچے رو رہے ہیں، بلک رہے ہیں، لیکن جماعت جو ہے وہ کہہ رہی ہے کہ تسی جدو سانوں کچھ چلیں پیسے یار نہیں دینے آپ تھے نا اسی تانوں کیوں ساری نا دئیے. نیگیٹو باتیں مان لیا کریں اور ساری صحیح باتیں جو ہے نا ان کو وہ انکار کر دیا کریں ان کا. نہ تو مجھے نیگیٹو باتوں سے کوئی سروکار ہے جماعت کے، نہ ہی پازیٹیو باتوں کی. میں تو یوسف صاحب جماعت کے میں رول اگر کی بات آپ کریکشن سے کر گزارش رہا ہوں کر رہا ہوں یوسف صاحب ایک کہ سیکنڈ جب جی سر جماعت کا رول بنانے والے ایک منٹ بھائی، جماعت کا رول بنانے والے کہہ رہے ہیں کہ اگر تم کچھ بھی نہیں دے سکتے تو تمہارے اس جماعت میں رہنے کا کوئی حق نہیں، کیونکہ تم منافق ہو. بانی جماعت یہ کہہ رہا ہے، اور آپ اگر کچھ اور بات کریں تو آپ غلط کر رہے ہیں. بانی جماعت جو کہہ رہا ہے وہ یار میں ٹھیک نے کہہ رہا آپ کو بتایا تھا کہ کوئی بھی بات سمجھنے کے لیے نا ساروں سے پہلے اپنے آپ سے اس کا جواب مانگو. دیکھو اگر آپ صاحب المال ہو اور آپ کے پاس بندہ چندہ لینے آیا ہے اور آپ 1 روپیہ بھی چندہ نہیں دیتے اور کہہ دیتے ہو کہ میرا حالات ٹھیک نہیں ہے، اور گھر میں وہ بندہ آپ کے دیکھتا ہے کہ آپ کے 4 گاڑیاں کھڑی ہوئی ہیں، تو وہ کم از کم یہ تو کہہ سکتا ہے نا یار تو 50 روپے بھی نہیں دے سکتا. مطلب 4 تیرے گھر گاڑیاں کھڑی ہوئی ہیں تو ان گاڑیوں کا پیٹرول ان کی کچھ نہ کچھ مطلب تو استعمال میں لا رہا ہے. اب اتنا بڑا جو بندہ جھوٹ بولے تو اس کو منافق نہ کہا جائے تو اور کیا کہا جائے. 4 گاڑیاں کھڑی ہوں بندے کی، اور اس کو رات کو لیٹر ملے کہ جی تمہارا جو اکاؤنٹ جو ہے نا وہ گورنمنٹ نے سیز کر دیا ہے، اور تمہارے کریڈٹ کارڈ سارے جو ہے نا وہ بند کر دیے تو ہیں، کسی کوئی بھی بات وجہ سے نہیں ہے. کوئی کیس ہو گیا ہے. تو ٹھیک ہے وہ بندہ آ کے اس کے دروازے پہ کھڑا ہوا، سفید پوش ہے، جو عزت دار مرضی آدمی ہے، ہوئے تو چندہ کوئی دینا ہی بات دینا. دروازے پہ کھڑا ہوا بندہ، وہ کہے ہو تیری اتنی بڑی گاڑی ہے، اتنی گاڑیاں تیرے پاس ٹھیک ہے کھڑی ہیں، گھر تیرا اتنا بڑا ہے، کوئی ایسی بات تو نہیں. پیسے نہیں دے رہا، تو منافق ہوتا ہے ہے. ایسے وہ بھی. اپنا پہلے پیٹ اٹھا کے دکھائے کہ میں تو سڑک پہ آ گیا ہوں نہیں راتوں رات، میرے ساتھ کوئی یہ میٹر نقصان ہو گیا. اٹھا کے دکھانے کی ضرورت نہیں ہے. تو پھر سمپلی وہ اس کو کہہ کیوں دے کہ جماعت سے بس میرے اخراج یہ اس کا کرنے حالات ہے. کی کیا ضرورت ہے؟ ہاں جماعت تو سے وہ اخراج کرنے سمپلی کی وہ کیا کہہ ضرورت دے. ہے اس کی؟ ٹھیک ہے وہ سمپلی کہہ دے اور بالکل کیا؟ اس کے جو پریزیڈنٹ تو ہوں گے مرزا اس صاحب علاقے کیوں کے کہہ وہ رہے اس ہیں کی کہ وہ ہیلپ کریں گے. منافق ہے، اس کا جماعت بنانے کا کوئی حق نہیں؟ مرزا صاحب کیوں کہہ رہے ہیں؟ یار دیکھیں آپ نے اگر بات نہیں سمجھنی تو میں آپ کو سمجھا نہیں سکتا. میں تو سمجھنا ہی چاہ رہا ہوں. مرزا صاحب کہہ رہے ہیں کہ وہ منافق ہے، اس کا جماعت بنانے کا کوئی میں حق نے نہیں ہے. آپ کہہ رہے ہیں آپ کہ کو نہیں بتا دیا ہے وہ کہ صحیح کون سا بندہ ہے، بندہ مرزا صاحب کو منافق ہے. غلطی گل لگی نہیں ہے. نا مکی یوسفی صاحب، گل نہیں مکی اتنے کہ بھائی منافق ہے کہ چھٹ سڑے اخیر تے وہ اسلام کیتا جڑا غیر مسلمانوں نو کیتا جاندا. سلام علی من تبع الہدى جڑا عیسائیاں نو اسلام سلام کیتا، علی تسی من اسلام تو اتبع بھی الہدى. اسلام تو بھی تانوں ٹھڈا ماریا جاندا تے جماعت تو بھی تانوں ٹھڈا مارے جاندے ہیں کہ تسی اگر چندہ نہیں دینا. کیا ہی بات ہے جناب. بہت اعلیٰ. مطلب $100 دی وجہ تو اور ہوندا ہے درگاہ ہو گیا.
ਦੇਖੋ ਯਾਰ ਸਾਨੂੰ ਕੀ ਦੇਖੋ ਡਾਕਟਰ ਸਾਹਿਬ ਤੁਸੀਂ ਆਪਣੇ ਪੈਸੇ ਆਪ ਦੇਣੇ ਨੇ ਪੰਜਾਬੀ ਸਮਝ ਲੈਂਦੇ ਨਾ मैं थोड़ी सी बात देता हूँ इनको एक और अंदाज से। जी जी बात ये है कि जो चंदा है ना, ये माली कुर्बानी है, इसकी नस जो है ना वो कुरान पाक में मौजूद है। कुरान पाक में मालों से जिहाद का, सुन लें बात पूरी, मेरी लंबी बात नहीं होती, मुख्तसर ही होती है, मैं ज़्यादा लंबी बात नहीं करता। जो बुनियादी नस मौजूद है ना माली कुर्बानी करना, वो हमें कुरान पाक से मिलती है। उसके बाद हज़ूर सल्लल्लाहु अलैहि वसल्लम की सुन्नत से भी उसकी बहुत सी मिसालें मिलती हैं। ठीक है, ठीक है। अब इसको हमने किस अंदाज में इम्प्लीमेंट करना है, राइट? अब ये मना नहीं है, कुछ भी माली कुर्बानी करना, चंदा देना, डोनेशन देना, ये कोई शरीयत खिलाफ शरीयत चीज़ नहीं है। हाँ, इसको हमने किस तरह इंटरनली मैनेज करना है, उस पर क्वेश्चन हो सकता है। उसको कैसे करना है वो जमात की डिस्क्रिप्शन है। हर दौर में मिर्ज़ा साहब से लेकर बाद में खुलफा तक ज़माने की ज़रूरत के मुताबिक उसको किया गया। जिस तहरीर का आप जिक्र करें, मुख्तसर में बता देता हूँ, मैंने पढ़ी हुई है, वो बिल्कुल वाटर साहब ने सही जवाब दिया है। वही उसका जवाब है कि एक बंदे के पास इकरार बैत करता है, जमात अभी शुरू हुई है, वक़्त के इमाम है, हम तो उन्हें नबी मानते हैं ना, तो उन्होंने ये हुक्म दिया कि अगर आप मुझे कहते हैं और माली कुर्बानी की ज़रूरत है और आप उसमें नहीं कर रहे और पैसा भी मौजूद है और बिल्कुल ही नहीं दे रहे, ठीक है ना, तो उस लिहाज से कहा गया कि ज़ाहिर है वो मुनाफिक ही है ना बंदा, तो उसकी जमात में रहने। लेकिन आज कल के दौर में मैं आपको सिर्फ मुख्तसर बात दो चीज़ें बताऊंगा। बिल्कुल भी किसी को चंदा ना देने पर जमात से खारिज नहीं किया जाता, एक बात। दूसरी बात, अगर किसी की तादीब नाफरमानी की वजह से की जाती है ना, सबसे पहले उसका चंदा बंद किया जाता है कि तुम चंदा नहीं दे सकते। तो ये जमात का एक इंटरनल सिस्टम है, आप इसको पहले पूरा समझें कि उसका मकसद क्या है। राना साहब मुझे बताइए, राना साहब एक सवाल ले लें। मैं जरा सोया हूँ थोड़ा सा, बस इतना जवाब दिया, बाकी वाटर साहब कंटिन्यू करेंगे आपको। ठीक हो जनाब। यार ये क्या मसला आता है कि जब आपने सवाल कर ली, बात मुकम्मल कर लिया, आप दूसरे बंदे का सवाल भी नहीं लेते, ये बहुत ले ले मैं थोड़ा सा मैं आप लें सवाल। ठीक हो गया। आपने कहा कुरान में नस मौजूद है, वो नस दे दें जो हमें फोर्स करती है कि आपने 16% देना ही देना। आयत मैं आपको दे देता हूँ, इस वक्त फौरी देखे मेरे पास नहीं है, लेकिन कुरान पाक राना साहब में बिल्कुल मौजूद है। कुर्बानी, माली कुर्बानी, जिस्मानी कुर्बानी, जिहाद बिल माल की कुर्बानी इंसान अपने मर्जी से देता है या उससे फोर्स किया जाता है, ब्लैकमेल किया जाता है देने के लिए, इसमें फर्क है ना। छोटे बाबा वांगा की कह रहा है, जमात में कोई देखें कोई बाबा वांगा की कह रहा है, समझ नहीं आ रही। जमात में कोई ब्लैकमेलिंग नहीं होती, ऐसा कुछ नहीं है। उनको हम मोटिवेट करते हैं, हर को अपनी मर्जी से देता है, मोटिवेशन होती है, मोटिवेट किया जाता है, उनको बताया जाता है। अच्छा राना साहब, अगर कोई बंदा ऐसा हो कि वो चाहे मिलियनियर हो, उसके पास काफ़ी सारा पैसा हो, मालो मता सब कुछ हो उसके पास, लेकिन उसको पता चल गया है उसके रिश्तेदारों में काफ़ी सारे ऐसे लोग हैं जो गरीब हैं बेचारे, उनके खाना नानफ़के का बड़ा मसला मसाइल हैं, घर की छतें टूटी हुई हैं, वो सारा पैसा जो है ना, चंदे का जो है ना, वो पैसा उधर खर्च कर रहा है, और वो चाह रहा है कि सफ़ेद पोश हूँ तो मैं नहीं बताना चाहता कि मैं लोगों के सामने आऊँ कि बड़ी नकी का काम कर रहा हूँ, चुप करके अंदर खाते वो उनको उनके घर के अंदर राशन भी भेज रहा है, उनको दवा दारू के पैसे भी दे रहा है, उनकी छतें भी सही करवा रहा है, फ्लोर भी ठीक है, टूटे हुए हैं, जो भी है उसके लिए वो हेल्प कर रहा है। अब वो सारे पैसे जो चंदे के थे वो चुप करके वो अंदर खाते से इसलिए खर्च कर रहा है, कहता है यार कि मैं एक हाथ से देता हूँ, दूसरे हाथ को पता ना चले, ये इस पर अमल करते हुए मैं पैसे दे रहा हूँ। तो वो जमात को पैसे नहीं दे रहा, उसका जमात में रहने का हक है। पहली बात ना जरा गौर से सुन लें, ये तो बड़ी सिचुएशन हमने बताएं आप नजर नहीं, मुझे आप सिर्फ इतना मुझे बता दें कि पैसा तो उसके पास है, वो खर्च भी कर रहा है गरीबों पर, बता किसी को नहीं रहा, लेकिन कर रहा है, और जमात को वो नहीं दे रहा वो पैसे। वो कह रहा है कि जमात तो पता नहीं किधर लगाएगी पैसे, लेकिन मेरे घर के अंदर, मेरे फैमिली के अंदर कोई भाई है या कोई कज़न है, कोई और कोई रिश्ता है इस तरह का जिसको इस पैसों की बहुत ज़रूरत है। मेरे घर के साथ वाली दीवार के साथ मेरा हमसाया है, वो बेचारा रात को भूखा सोता है क्योंकि माजूर हो गया एक हाथ से या पाँव से, वो चल फिर नहीं सकता, चुप करके उसको वो दे रहा है, जमात को नहीं दे रहा। तो उसका जमात में रहने का हक है या नहीं है? सिर्फ इतना बता ऐसा कोई हमारे है ही नहीं लोग, वो चंदा भी देते हैं। हाँ, मतलब वो देते नहीं, वो आप ऐसा बंदे हमारे हैं ही कोई नहीं जमात में, आपको क्या पता है यार? मैं तो सवाल कर रहा हूँ,
سوال میں آپ کر کی رہا طرح ہوں نا، تھوڑا ہے کہ مرزا 5 صاحب روپے مانگتے ہیں تو 2 روپے کے ڈنڈورا پیٹتے ہیں مولوی. مرزا صاحب کے اصول کے مطابق جو بندہ کچھ بھی نہیں دیتا وہ منافق ہے، اس کا جماعت میں رہنے کا کوئی حق نہیں ہے. مرزا صاحب اس کو منافق کہہ رہے ہیں. اس کا جواب دے دیا ہے آپ نے، بھائی نہیں آپ کو سنا دے تو میں دیا کچھ نہیں کر کیا سکتا. جواب دیا ہے؟ واٹر صاحب نے بھی اس کا دے کیا دیا، جواب میں نے بھی دے دیا. اب اس سے آگے کیا میرے جواب جواب دیا ہی اس ہے. کا؟ کیا جواب مجھے دیا؟ تو خود جو یاد پیسے نہیں ہے چندہ کیا نہیں میں نے دیتا دیا تو آپ وہ ایسا کریں نا یوسفی صاحب، آپ ہمیں معاف کر دیں. اللہ ہی ਤੁਹਾਨੂੰ ਮਾਫ ਕਰੇ ਜੇ ਕਰੇ ਸਾਡੇ ਯੂਸਫੀ ਸਾਹਿਬ ਨੇ ਤੁਹਾਡੇ ਕੋਲ ਸਾਡੇ 10 ਕੋਲੋਂ ਰੁਪਏ ਤੁਸੀਂ ਮੰਗੇ ਨੇ ਜਦੋਂ ਤੁਸੀਂ ਮਾਫੀ ਮੰਗਦੀ. ਸਾਡੇ ਕੋਲੋਂ ਤੇ ਤੁਸੀਂ ਜਿਹੜਾ ਨਾ ਉਹ ਤੁਹਾਨੂੰ ਬਾਬਾ ਵਾਂਗਾ ਹੀ ਮਾਫ ਕਰੇਗਾ ਹੁਣ. ਤੁਹਾਡੀ ਗੱਲ ਨਾ ਹੋ گئی ਪਰਵੇਜ਼ ਮੁਸ਼ਰਫ ਦੀ ਹੋ ਗਈ. ਤੁਹਾਡਾ ਇਲਾਜ ਬਾਬੇ ਵਾਂਗੇ ਕੋਲ. یار مسٹر ایکس صاحب کچھ بولنا چاہتے بیچاری ہیں، آپ بولن بہت دیو ہوتی ہے. یار. بابا وانگا جو تھا وہ عورت جی تھی مسٹر بھائی، صاحب ਤੁਹਾਡੇ بلغاریہ کی ڈاکٹر عورت. صاحب آ گئے. السلام علیکم ڈاکٹر صاحب. ایک تو شعیب راجہ پڑھے لکھے بہت کم ہے نا. ਅੱਛਾ ਬਾਬਾ ਵਾਂਗਾ ਜਿਹੜਾ ਹੈ عورت بھی ਬਣਿਆ ਰਿਹਾ. جو سب کرتا ہے عورت سمجھ آ بنیا نہیں رہا، یہ عورت ہے بلغاریہ کی. وہ نجومی عورت تھی، اندھی تھی، اور اس کا اچھا نام بابا ویسے وانگا تھا. اللہ کے چیک بندے، کیتے جڑے آپ کا قادیانی علم نے کتنا تھوڑا ہے، کتنا کم پڑھے لکھے ہو چندے آپ. وغیرہ ਦਿੰਦੇ ਵੀ ਨੇ ਖੁੱਲ ਡੁੱਲ ਕੇ ਦੇ ਵੀ ਰਹੇ ਨੇ ਤੇ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਵੀ ਤੁਹਾਡਾ ਇੱਕ ਸਿਸਟਮ ਹੈ ਤੇ ਉਹਨੂੰ ਖੁੱਲ ਕੇ ਦੱਸੋ ਹਾਂ ਭਾਈ ਜਿਹੜਾ ਨਹੀਂ ਦਿੰਦਾ ਉਹ ਸਾਡੀ ਜਮਾਤ 'ਚ ਨਹੀਂ ਰਹਿ ਸਕਦਾ. ਗੱਲ چلو اب ਮੁੱਕੀ. کھل کے دینے کا الزام بھی ہمارے پر آ گیا. ਆ ਵੀ ਗੱਲ ਮੁਕਾਓ ਤੁਸੀਂ. ਜਦੋਂ ਦੇ ਰਹੇ ਦੇ ਹੋ ਤਬ ਤੁਹਾਨੂੰ ਆਪ ਪਤਾ ਖੁਸ਼ ਵੇ ਕਿ ਨਹੀਂ ਹੈ, ਐਨਜੀ ਨਾ ਦੇ ਹੈ ਤਬ ਦੇਣਾ ਆਪ ਵੀ ਖੁਸ਼ ਹੈ. نہیں ਮਿਰਜ਼ਾ ہے. ਸਾਹਿਬ ਤੁਸੀਂ جو ਨਾ ڈنڈورا ਨਾ پیٹ کے ਕਰਕੇ دیں ਮਿਰਜ਼ਾ تب ਸਾਹਿਬ آپ ਨੂੰ خوش ਝੂਠا نہیں ہیں، کراندے ہو. خاموشی سے دیں تب آپ خوش نہیں ہیں. یار آپ خوش ہوتے کیسے ہیں؟ واٹر صاحب آپ نے نہیں ایک بندے مطلب کو کہ جواب ਤੁਸੀਂ دے ਖੁੱਲ دیا ਕੇ ہے. ਕਹੋਗੇ ਭਾਈ اب ਸਾਡਾ 1000 بندے کل آئیں گے سب کو جواب دیں گے. بات ختم کریں، دفعہ کریں. ਜਿਹੜਾ ਨਾ ਦੇ دے تو دیا جواب آپ نے، بس کریں. بالکل صحیح فرمایا سر. ਜਵਾਬ ਹੈ ਦਿੱਤਾ ਤੁਸੀਂ ਕਿ ਅੱਜ ਤੱਕ ਕੋਈ ਬੰਦਾ ਹੈ ਹੀ ਕੋਈ ਨਹੀਂ ਜਮਾਤ ਦੇ ਵਿੱਚ ਜੀ, ਵੀ. ਠੀਕ ਉਹਨੇ ਠਾਕ ਇੱਕ ਸਰ, ਸ਼ਰਈ ਬਿਲਕੁਲ ਮਸਲਾ ਠੀਕ ਪੁੱਛਿਆ, ਠਾਕ, ਉਹਦਾ ਜਵਾਬ ਦਿਓ ਨਾ. ਸ਼ਰਈ ਮਸਲੇ ਦਾ ਇਹਦਾ ਕੀ ਤੁਹਾਡਾ ਹੱਲ ਹੈ? ਇੱਕ ਸ਼ਰਈ ਮਸਲਾ بھائی ਤੁਹਾਡੇ میں ਕੋਲ نے ਪੁੱਛ انہیں ਲਿਆ, شرعی بندہ مسئلہ نہیں بتا کرے گا دیا نا. کہ میں نے ان کو ਇਹਦਾ شرعی جواب مسئلہ ہے کہ بتایا ایسا کہ بندہ ہی ایک کوئی روزہ جو بندہ میں روزہ رکھ لیتا ہے تو پھر رمضان کے مرزا بعد صاحب نے وہ ایک سیدنا نماز سلام جو کر کے چھوڑ کیوں دے وہ کیا؟ غیر مسلم تھوڑی ہو جاتا ہے. اچھا واٹر منو صاحب ساری گل دی سمجھ آ چھوڑنے والے کو اگر اللہ کے رسول نے فرمایا ہوتا کہ یہ دائرہ اسلام سے نکل جاتا ہے، یہ جہنمی ہے، اس کی جو سزا ہے روزہ چھوڑنے کی، جو گناہ ہے وہ بتایا، وہ اتنا ملے گا. اگر وہ کہا ہوتا کہ بھئی جو روزہ چھوڑے گا وہ مسلمانوں میں نہیں رہے گا، ہماری جماعت میں نہیں رہے گا، تو وہ وہی حکم لاگو ہونا تھا نا. آپ اس کو دیکھیں روزے جماعت پہ کی اللہ کوئی کے شریعت احکامات پہ اپنی قیاس نہیں ہے، کیسے ہم کر سکتے رسول ہیں؟ اللہ پاک تعالیٰ کی نے اپنے شریعت ہی فالو احکامات جو کرتے ہیں. صادر فرمائے ہیں ان کو جو نہیں فالو کرتا اس کی سزا بھی بتائی ہوئی ہے، جو فالو کرتا ہے اس کا نام بھی ہے. تو اسی طرح آپ کا جو چندہ نہیں دیتا اس کی سزا جو مرزا صاحب نے مقرر کی، آپ اس کو کیوں ایکسیپٹ نہیں کرتے؟ کیا دیں اس کو سزا؟ بھائی جو مرزا صاحب نے کہا ہے سیدھا کہتے اس جان بندے کو چھڑوائیں کہ اٹھا بھائی کے ہاں آپ ٹھیک کو ہے، دے دیں جو نہیں دیتا کہ ہم آج اس سے کو تم منافق ختم سمجھتے نبوت کا ہیں. کام کیا کرو گے، تم نکل جاؤ ہمارے پاس سے. یہ سزا دیں اسے، کیا سزا دیں اسے؟ بھائی جو مرزا صاحب نے مقرر کی، نبی آپ کے مرزا صاحب ہیں کیا تو اس کو سزائیں آپ نے گالیاں دیا ڈیسائیڈ کریں کرنی ہیں. کہ مرزا صاحب نے تمہیں منافق کہا ہے، آج سے تمہارا نام منافق ہے ہاں جب تک تم بالکل. ہمیں چندہ نہیں دو کیوں گے. جی مرزا صاحب نے جھوٹ بولا تھا؟ غلط کہا ہے مرزا صاحب نے. یار یہ مرزا کتنی صاحب مزاحیہ منافق آپ کہہ کے بات آپ کرتے کو ہی تعلیم دے کے گئے ہیں نا، بندہ ایک بتا کے نماز گئے ہیں کہ چھوڑ بھائی دے وہ اس کو منافق آپ ہے. کافر آپ نے کہنا شروع منافق کر کو نہیں دیتے کہنا ہیں. منافق. بندہ ایک مرزا صاحب روزہ کہتے ہیں چھوڑ جو دے مجھے آپ اس فالو کو نہیں کافر کرتا، کہنے میری لگ جاتے تعلیم ہیں. کو پہ عمل نہیں کرتا اور میری باتوں کو جو ہے نا اہمیت نہیں دیتا، وہ ہم میں سے ہے ہی نہیں، اس کی تو بات ٹھیک آسمان ہے. پہ بھی کوئی قدر نہیں ہے. اور بالکل مرزا صاحب نے آپ کو نکال دیا بالکل ہوا ہے ٹھیک اگر ہے. آپ اس کو منافق نہیں کہتے. بالکل ٹھیک فرمایا. میں پھر آپ کا ساتھی ہوا نا تو مجھے پیار کرو. میں آپ کا ساتھی ہوں نا، میں مرزا صاحب کا ساتھی نہیں رہا اب. تو اب آپ مجھے ਤੁਸੀਂ پیار ਹੈ ਹੀ دیا کریں. ਨਹੀਂ. ਐ ਸਹੀ ਗੱਲ ਹੈ, ਤੁਸੀਂ ਨਹੀਂ ਹੈ. آپ ਤੁਸੀਂ مجھے مرزا اپنا صاحب ਦੀ ਇੱਕ ساتھی ਟਕੇ سمجھا ਦੀ کریں. ਗੱਲ ਨਹੀਂ ਮੰਨਦੇ. ہاں جی، ਮਜਾਲ ਹੈ آپ اب ਕੋਈ مجھے سمجھا ਮਾਮਲਾ ਹੋਏ کریں کہ ਤੁਸੀਂ میں مرزا ختم ਸਾਹਿਬ نبوت کا ਦੇ ਨਾਲ مجاہد ਖੜੋ ہوں. جو کہ ਭਾਈ ਹਾਂ ਅਸੀਂ مرزا صاحب ਦੀ ਗੱਲ ਮੰਨਦੇ نہیں. جی اگر پیارے آخر بھائی میں آپ مجھے نہیں ختم ہم نے نبوت کا ایسے کبھی مجاہد نہیں کیوں نہیں کیا، مانتے؟ کبھی کوئی مثال پیش کر دیں نہیں، وہ نظام سے نکلتا ہے، اسلام سے تو نہیں نکلتا، نہیں ہم کیوں ضیاء بھائی منافق. کا سوال سنیں. جی میں اجرائے آپ کا نبوت ختم کہتے کہ اجرائے نبوت کا نبوت کا مجاہد ہوں، اب مجھے تنگ مت کریں. سنو تو صحیح کہہ رہے ہیں. ایمان اجرائے نبوت تے رکھدا ہے تے ختم نبوت دا مجاہد منو کی بندے نے یار نا کہ کھوپڑی دے اندر. او یار آپ نے خود ہی دماغوں تو کہا ہے کہ میں مرزا صاحب کے پاس سے یقین نکل کرو گیا انہاں دے کھوپڑی دے اندر واقعی پھوسا پریا، بالکل پیدل بالکل. یار میں اب آپ کا ختم نبوت کا مجاہد ہوں. میں جماعت ਯਾਰ سے ਤੁਸੀਂ نکل ਅਸਲ چکا 'ਚ ہوا ہوں. ਗੱਲ میں نے ਨਹੀਂ چندہ ਸਮਝ نہیں دیا ਰਹੇ اس ਹੋ مہینے ਕਿਉਂ کا. ਇੰਨਾ ਜ਼ੋਰ ਇਹਦੇ ਤੇ ਲਾ ਰਹੇ ਨੇ. ਅਸਲ ਵਜ੍ਹਾ ਇਹ ਹੈ ਕਿ ਅਗਰ ਬੰਦੇ ਇੱਕ ਨੂੰ ਕਿਹਾ ਜਾਏ ਉਹ ਹੋਵੇ ਹੁਣ ਵਾਰਦਾਤੀਆ ਉਹਨੇ ਕਰਨੀ ਹੋਵੇ ਚੋਰੀ, ਤੇ ਉਹਨੂੰ ਕਹੀਏ ਬਾਈ ਤੂੰ ਚੋਰੀ ਕੀਤੀ ਨਾ ਤੇ ਤੇਰੇ ਹੱਥ ਵੱਢ ਦਿਆਂਗੇ, ਉਹ ਕਵੇ ਮੈਂ ਨਹੀਂ, ਇਹ ਕਾਨੂੰਨ ਹੈ ਹੀ ਕੋਈ ਨਹੀਂ, ਕਿਉਂਕਿ ਉਹਨੇ ਤਾਂ ਕਰਨੀ ਹੈ ਚੋਰੀ. ਉਹਨਾਂ ਨੇ ਚੰਦਾ ਨਹੀਂ ਦੇਣਾ, ਇਹਨਾਂ ਨੇ ਚੰਦੇ ਤੋਂ ਕਰਨੀ ਹੈ ਚੋਰੀ,
ਤੇ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਤੂੰ ਚੰਦਾ ਨਾ ਦਿੱਤਾ ਤੇ ਤੂੰ ਜਮਾਤ ਤੋਂ ਬਾਹਰ, ਉਹ ਜਮਾਤ ਦੇ ਵਿੱਚ ਵੀ ਰਹਿਣਾ ਚਾਹੁੰਦੇ ਨੇ ਤੇ ਚੰਦਾ ਵੀ ਨਹੀਂ ਦੇਣਾ ਚਾਹੁੰਦੇ, ਉਹ ਤਾਂ ਲੱਗੇ ਨੇ فائٹ کرنے. यार हम اصل तो گل ہو رہے یہ ہیں، ہمیں تو ختم نبوت کا مجاہد ہونا چاہیے. اینی دیر تو ریزسٹنس کیوں شو کر رہے ہیں؟ وہ چندہ نہیں دینا چاہتے، اس کے باوجود جماعت چ رہنا چاہتے. تسی پہ کہتے ہو نہیں چندہ نہیں دیں میں گے تو تو باہر آپ کے کٹ دیں گے. ساتھ ہونا چاہتا ہوں یار، میں ختم نبوت کا مجاہد بننا چاہتا ہوں. آپ کیوں ਇੰਝ نہیں ਤੇ ਨਾ بناتے ਕਰੋ مجھے ਹੈ. مجاہد؟ ہر مذہب دے 70% منن جماعت والے ਦਾ جڑے ਚੰਦਾ ਘੱਟ ਹੋ ਗਿਆ ਹੈ. مذہب دے جڑے بانی ہوندے نے نا، انہاں دا وضع کردہ جو قانون جو شریعت ہوئے وہ انہوں فالو کردے نے، اودی تبلیغ کردے نے، اودے تے زندگی گزاردے نے، تاں ہی تے اچھا اس مذہب دے فالوور ہوندے نے. اے بالکل ٹھیک ہے. واحد ایک کلٹ ہے گا وا مرزا غلام قادری، جو انہاں واسطے طے کر کے گیا انہاں نے ایک نہیں منی ادی آندے نے اساں یار ਯਾਰ میں ਭਾਈ تو 70% ਜਮਾਤ ਦੇ ਬੰਦੇ ਚੰਦਾ ਨਹੀਂ ਪੇ ਦਿੰਦੇ ਤੇ 70% ਬਾਹਰ ਕੱਢ ਦੇਣ ਉਹਨੇ. ہاں یہ ضیاء صاحب کہہ رہے ہیں کہ ਪਿੱਛੇ سارے بندے بچنے کی میرے نا 30 مدرسے ਬੰਦੇ میں بھیج دو. ਪਿੱਛੇ 30 ਬੰਦੇ ਰਹਿ ਜਾਣੇ ਨੇ. ضیاء صاحب کہتے ہیں میرے ساتھ جوا کھیلو تاکہ میرا مدرسہ بن جائے. ਉਹ ਜਿਹੜਾ ਹਨੀਫਾ ਸਾਹਿਬ ਦਾ ਇੰਨਾ ਪ੍ਰੋਟੋਕੋਲ. میں مدرسے واسطے نا کم از کم اتنا غیرت مند میں ہے گا، میں کسی کنجری دی کمائی نہیں لئی، تو جوئے کی کمائی کر کدے رہی کسی ہے نا. مرضی دی کنجری نہیں کی لئی، کمائی میں تو پھر کفن حلال چوری کی دے ہوتی ہے. پیسے نہیں لے کدے مدرسے کنجری واسطے. کی کمائی تو پھر حلال میں کی ہوتی کدے ہے. سود جوئے کی دا کمائی تو پیسہ نہیں لیا. قرآن شریف میں تہاڈے لکھا ہے مرزا جوا صاحب حرام ہے. کنجری دا پیسہ بھی کھا گئے سی، سود دا بھی تے کفن چوری دا بھی. تسی کیڑے منہ نال اگلے نو ٹونٹ کردے ہو جی جوا کھیلو تے مدرسے واسطے؟ میں یار کدی تمہارا حرام جوا تے نہیں کھیل کے لیا. تم نے اچھا $300 دیکھیں جیت یہ کے جو اپنے بحث مدرسے ہے نا، میں دیکھیں ڈالو. میری بات سنیں، او یہ بھائی بالکل غلط مرزا انداز میں صاحب جا نے رہی ہے. کنجری دی زنا یہ کاری آپ دی کمائی گالیوں پہ چھڈی، آ گئے زنا ہیں. کاری دی میری جڑی بات دنیا سنیں، دی سب تو کبھی پہلے آپ ترین بھوسے کمائی، کی سب بات تو کر رہے حرام ہیں، ترین پھر آپ کمائی ہے، وہ بھی نہیں چھڈی انہوں نے. اپنا اکھا یوسف مینوں دے صاحب دو، میں ہیں، شاط ان کے پاس اسلام ہے کھٹی. ہی آپ ایسی نے ہمیں باتیں. بلایا یار تھا، ہے یہ کیا ان کے بدتمیز پاس؟ انسان کو بلا لیا رانا آپ نے. ان کا صاحب سارا ویسے بے اسلام بھائی شرمی ہے. نے بدتمیزی یہ ہو رہی غلط ہے. ہے. میں اگر غلط آپ بات ایک کر سوال رہا ہوں پوچھ رہے ہیں، پہل کنے تو آپ کیتی ہے؟ کانٹے پہل بات کنے نہیں سنے. رانا صاحب ہم پہل کیوں کنے آپ کی بات کیتی ہے؟ سنیں؟ مدرسے دے اوتے جوئے دے پیسے کنے پہل اچھا ان کیتی کو ہے؟ رانا صاحب پہل پہلے کر دینا. بھوسے پہل والی کنے پہل کیتی کس نے ان کو کی نا ہے؟ ساری یہ پہل ساری کنے باتیں کیتی ہے؟ مرزا واٹر صاحب نے نے پہل خود کیتی اپنی ہے. تحریر کے واٹر نے اندر پہل لکھ کیتی ہے کر تو ہن لوگوں کو چپو بتائی گنے ہیں. بہ کے. رانا صاحب چپو گنے بہ کے. ان کو پہل جن کر جن دینا. اگر باتوں آپ کو آپ دیکھیں، ہم بدتمیزی کہہ رہے مہمان ہیں، آپ ہیں، یہ یہ میری مرزا بات صاحب کی سنیں. تحریریں ہیں. ان کو ہم یہ مرزا مہمان صاحب ہیں، کے آپ اقدار سوال ہیں. کر رہے ہیں، ہم دیکھیں جواب دے رہے ہیں. آپ پرچہ کے ڈال دیتے. ساتھی نے مجھ پہ آپ غلط نفرت الزام انگیزی کر رہے لگایا ہے، ہیں. میں نے تو اور وہ بھی بھائی نہیں تم نے کیا. جوئے میں کے نے تو پیسے حق ڈالے جو تھے. سچ بات ہے وہ بتائی ہے. یار میرے سامنے تم نے جوا یار یا تو میں مدرسے نے کی جھوٹ یہ بولا ہو، حقیقت ہی غلط بتائیے نا الزام آپ لگایا کو. میرے منہ پہ مارے. نہیں میری بات آپ سنیں، کے اگر مرزا مدرسے صاحب کی نے بات کنجری کر کے رہے پیسے ہیں لے لیے. تمہارا تو مدرسہ آپ بھی حرام چندے کی پیسوں بات کا ہے. کریں، اب وہ بات کریں نا جو حقائق ہے. بس نہیں اس کی بات آپ کے کریں. جو آپ مجھ پہ بات کر رہے ہیں رانا میں صاحب، تو آپ وہ آپ سچی کے بات مرزا کر صاحب رہا نے ہوں. بھروسہ تو بھرا خود ہوا دیکھا ہے. یا تو ہم آپ آپ کو کہہ کہیں دیں گے کہ بھروسہ بھائی بھرا مرزا ہوا ہے. صاحب نے نہیں لیے، زیارت الجھوٹ بول رہا ہے. اور تم نے نہیں، نہیں آپ لیے. مجھے یہ بتائیں. مرزا صاحب کو چھوڑو، نہ تم اپنی توبہ، بات کرو. میں تو لعنت ڈالتا ہوں، میں نہیں، تم نے لعنت جوئے نہیں کے غلط ہے. بھیجتا. پیسے لیے یا ویسے وہ بھی اس سے شعیب راجہ بتا جہاں بیٹھا کنجری ہونا کی وہاں بیٹھنا بھی کمائی، تو ہی ہے. زنا کی کمائی، یار کفن تسی چوری حوالہ کی، مانگ اس لو سے مرزا بندہ صاحب بھوکا دا مر کہ گیا مرزا بہتر ہے. صاحب نے مانگی لے یار نا ہم نے پیسے. حوالہ مانگا ہے تم سے، ہر جگہ حوالہ یقین لے کریں کے آ کسی جاتے ہو. ہم مانگنے نے والے بھیجا کو تھا کہے نا یا تو یہ پھر پھر لڑائی اعتراض ہوتی کیوں ہے کر رہے سڑکوں ہیں؟ پہ، جب ان مرزا سے صاحب کہے نے نا خود کہ یہ لکھ کے بتایا یہ تو پھر کنجری اعتراض کی کیوں کر کمائی رہے کا ہیں؟ پیسہ وہ بھی تھوک دے گا اوپر. اور یہ جو بھائی تم مانگنے نے والے تو ہوتے ہیں جوئے کے بکاری پیسے سڑکوں جیتے پہ پھر تھے. ہوتے ہیں، اس کو بتایا عامر نا یہ نذیر حرام کہہ کا رہا تھا کہ زناکاری میں کا پیسہ جناب ہے، اور وہ بھی 3-4 تھوک دے گا. جوئے کھیل گیا تو جناب ضیاء رسول کا مدرسہ پورا بن جائے گا. چیک کرو یار تمہاری کیسی سوچیں ہیں. حلال کے پیسوں میں سے اور یار اگر دو آپ کو ایسا ہماری لگتا طرح ہے چندہ واٹر کرو. صاحب، تم اگر چندہ آپ کو دو ایسا یار، لگ سارے رہا ہے کہ لڑکے میں یہاں پہ جوئے کے 500 پیسے لے رہا ہوں، مدرسے پہ لگا رہا ہوں $1000 واٹر ضیاء صاحب، رسول کا مدرسہ تو پھر بنے. آپ کو کم سے کم مجھے مجدد تو مان لینا چاہیے. چلو کنجری دی میں بھی کمائی تمہیں کھانے والا تہاڈا $1000 دے نبی دوں ہو گا. گیا، اگر میں باقی سارے مجدد بھی نہیں ہوندا. $1000 دیں گے تو میں بھی تمہارے مدرسے میں مینوں کم پیسے سے کم ڈال دوں گا. مجدد تے مان لو. تمہیں تمہارے حد نہیں ہوگی مدرسے کو یار، میں اے بھی ڈبل پیسے دے سٹینڈرڈ دوں ہے، گا. اے ڈبل سٹینڈرڈ نہیں واٹر صاحب. جوئے کے اے پیسے ڈبل یار سٹینڈرڈ تم نہ، ڈالتے دو ہو چہرے نہیں ہونے مسجدوں چاہیے. مدرسوں میں. افسوس کی دو بات رنگی چھوڑ دے یا کرنگ ہو جا. چلو ذرا یا علمی مرزا سوال صاحب نو بھی پوچھو. کہو آرام کھاندے سی یا مینوں بھی مجدد منو. بالکل بھی نہیں
यार, तुम खाते हो, तुमने मेरे सामने जुआ खेला था, मैंने तुम लोगों को मना भी किया था, तुम मना नहीं हुए थे तब भी तुम लोगों ने मेरा मजाक ही उड़ाया था जब तुम्हें मना कर नहीं रहा था। अब मैं तुम पे ਤੁਹਾਡਾ नपाकी ਮਜ਼ਾਕ का ਨਹੀਂ डब्बा ਉਡਾ ਰਿਹਾ, लग गया, ਤੁਸੀਂ ਆਪਣਾ ਮਜ਼ਾਕ ਆਪ ਉਡਾਉਂਦੇ पेशाब ਹੋ। का कतरा दूध में गिर गया हुआ, अब दूध नपाक है, फेंको इसको, सारे ਤੁਸੀਂ सारा मदरसा ਆਪਣਾ हटाओ। ਮਜ਼ਾਕ ਆਪ ਬਣਾਉਂਦੇ ਹੋ, ਅਸੀਂ ਨਹੀਂ ਬਣਾਉਂਦੇ। तुमने ਤੁਹਾਨੂੰ पेशाब कर ਪਤਾ ਹੈ ਕਿ दिया ਮਿਰਜ਼ਾ ਸਾਹਿਬ दूध ਨੇ ਇਹ की ਸਾਰੇ कढ़ाई में। ਹਰਾਮ ਦੇ ਪੈਸੇ ਲੈ ਹੋਏ ਨੇ, ਤੇ ਤੁਸੀਂ ਤਾਂ ਕਿਸੇ ਨੂੰ ਗੱਲ ਹੀ ਕਰਨ ਜੋਗੇ ਨਹੀਂ। ਜਦੋਂ ਕਰਨਗੇ भाई ਤਾਂ ਅਗਲਾ हमारे ਮੂੰਹ ਤਾਂ पैसे तो ਭੰਨੇਗਾ ਨਾ ਫਿਰ हराम के ਤੁਹਾਡਾ। नहीं है, हम तो बड़ी मेहनत से पैसे कमाते हैं। एक ਨਹੀਂ एक ਆ जोड़ ਮਿਰਜ਼ਾ और ਸਾਹਿਬ एक ਨੇ एक ਜਿਹੜੇ खून ਲੈ का ਸੀ कतरा ਕੰਜਰੀ ਕੋਲੋਂ, अपना ਉਹ ਕੰਜਰੀ खिसाते ਦੀ हैं तो ਕਮਾਈ ਦੇ ਪੈਸੇ मिलते ਲੈ हैं। ਸੀ ਜਿਹੜੇ ਮਿਰਜ਼ਾ ਸਾਹਿਬ ਨੇ, ਉਹ ਕਿਹੜੇ ਸੀ? ਉਹ ਹਲਾਲ ਸੀ? हैं जी, बिल्कुल हलाल। ਕੰਜਰੀ ਦੇ ਪੈਸੇ ਜਿਹੜੇ हमारी ਮਿਰਜ਼ਾ ਸਾਹਿਬ ਨੇ सारे ਲੈ ਸੀ ਉਹ पैसे ਹਲਾਲ हलाल ਸੀ? होते हैं भाई,
हमें किसी कंजरी कुंजरी का नहीं पता, ये सारे तुम लोगों के काम हैं। मिर्जा अच्छा साहब वैसे को तो वाटर पता सी साहब ना। किसी को 50 यार, किताबों के वैसे पैसे लेकर 5 रसाले दे देना, ये ठगी नहीं है, बेईमानी नहीं है ये? क्या ठगी है यार, क्या ठगी है मतलब यूसुफ साहब? 50 मिर्जा किताबें साहब ने लिखने का कितनी कह के किताबें उसको टोटल 5 लिखी? रिसाले छोटे छोटे लिख के दे देना और प्यारे पैसे भाई, 50 के बराहीने चार्ज अहमदिया करना। छोटी किताब है, आपने बराहीने अहमदिया किताब देखी है? उठाई नहीं जाती। हाँ बराही ने अहमदी चुकी नहीं छोटी जाती, किताब। बुलडोजर ना चुकते ने। रूहानी पहली डिजाइन जिल्द दी छोटी वेख लो, किताबें हैं। 52 सफ़े ने ते 29 सफ़ा ते एडे मोटे मोटे लफज ने भी 29 सफ़े च नार्मल फॉन्ट दे विच लिखे जांदे, 3 सफ़े दी मार सी, 3 सफ़े चो सारी ਉਹ तारीख ਯਾਰ दुनिया दी। ਹੁਣ अच्छा ਛੱਡੋ यूसुफ ਭਰਾ, साहब ਮੇਰਾ ये ਦਿਲ बताइए ਇਹ कि बेगम ਦੁਨੀਆ साहब ਦੀ आपको ਪਹਿਲੀ समझ ਕਿਤਾਬ ਆ नहीं, ਜਿਹੜੀ मिर्जा साहब ने तो ਚੁੱਕਦੇ 85 ਕਰੇਨ ਨਾਲ किताबें ਨੇ ਤੇ लिखी ਸਫ਼ੇ हुई ਉਹਦੇ 52 ਨੇ। ਉਹ ਕਰੇਨ ਨਹੀਂ ਨਾਲ ਨਹੀਂ, ਚੁੱਕਦੇ। ਤੁਸੀਂ ਦੇਖਿਆ ਨਹੀਂ ਮੁਬਸ਼ਰ ਕਾਲੂ ਦੇ ਲੱਕ ਨੂੰ ਪੀੜ ਹੋ ਗਈ ਹੈ ਚੁੱਕ ਚੁੱਕ ਕੇ ਰਵਾਨੀ ਹਜ਼ਾਨ ਇੱਡੀ ਭਾਰੀ। ਆ ਤੇ ਹੋਰ ਇਹਨੂੰ ਲਕਵਾ मुबशर ਨਹੀਂ ਹੋ ਗਿਆ कालू के ਦੂਜੇ नहीं, ਨੂੰ, मुफ्ती ਅਨਸਰ मुबशर ਰਜ਼ਾ की ਨੂੰ। हो गई होगी, उसके बाद रोटी नहीं ਅਨਸਰ होती। ਰਜ਼ਾ ਨੂੰ ਪੜ ਕੇ ਲਕਵਾ ਹੋ ਗਿਆ ਵਿਚਾਰੇ ਨੂੰ, और कोई ਇੰਨੀ रोटी ਲੰਬੀ चंगी ਤਹਰੀਰ खवा ਆ, दे ਪੜ ਉਹ अगर ਪੜ ਮਿਰਜ਼ਾ ਕੇ बात ਮਸਰੂਰ करती ਸਾਹਿਬ मुबशर ਉਥੋਂ ने। ਰੱਵੇ ਤੋਂ ਸਿਰ ਦੇ ਉੱਤੇ ਚੁੱਕ ਕੇ ਲਿਆਂਦੀ ਉਹਨਾਂ ਨੇ ਲੰਦਨ ਤੱਕ, ਤੇ अच्छा ਉਹਨਾਂ यार ਦੀ पता है ਧੌਣ 'ਚ क्या, ਵੱਲ ये ਪੈ ना ਗਿਆ। फजूल बातचीत शुरू हो गई है, जरा लेवल की बात करें। ਨਹੀਂ ਉਦੋਂ ਇਹ पता ਬਹਿਰੀ लगे ਜਹਾਜ਼ कोई ਤੇ ਲੈ ਕੇ बातचीत ਆਏ कर ਸੀਗੇ, ਤੇਰਾ ਕਿਉਂਕਿ level ਜਹਾਜ਼ ਨਹੀਂ ਵਾਲੇ ਨੇ ਛੋੜਿਆ। ਕਰਤਾ ਸੀ ਵੀ ਜਹਾਜ਼ ਇੰਨਾ लेवल ਭਾਰ दी ਚੁੱਕ करो ਕੇ ਨਹੀਂ यार, ਉੱਡ गल है ਸਕਦਾ, ते ਬਹਿਰੀ बहुत ਜਹਾਜ਼ ही ਤੇ ਲੈ थर्ड ਕੇ ਆਏ। क्लास मामूली ਚਲੋ ਜੀ बातों पे। ਮੁਹੰਮਦੀ ਬੇਗਮ ਦੇ ਬਾਰੇ ਕਰ ਲਈਏ, ਕੱਲ ਦਾ नहीं ਟੌਪਿਕ नहीं ਛੇੜਿਆ नहीं, ਮੁਹੰਮਦੀ ਬੇਗਮ। पुठे सीधे टॉपिक ना छेड़ो। नजीब पहले अब्बास साहब मेरी बात कजरी का सुनिए, मौजूद आप चल इतने माशाल्लाह जी, जी। समझदार आदमी हैं, आप अपनी बेगम के बारे में बातें करना पसंद करेंगे? ਇਹੀ ਤੇ ਮਸਲਾ ਨਾ, ਤੁਸੀਂ मिर्जा साहब ने तश्ता अगर जी- ने ਇੱਕ ਮਿੰਟ ਮਿਰਜ਼ਾ ਸਾਹਿਬ ਤਾਂ ਮਿਰਜ਼ਾ ਸਾਹਿਬ ਤੇ ਹੈਜ਼ ਦੀਆਂ ਗੱਲਾਂ ਵੀ ਦੱਸ ਦਿੰਦੇ ਸੀ ਲੋਕਾਂ ਨੂੰ ਆਪਣੀ ਬੀਵੀ ਹਲੋ ਦੀ। ਯਾਰ, ਮਿਰਜ਼ਾ ਸਾਹਿਬ ਨੇ ਤੇ ਆਪਣੇ ਮੈਂ ਵਾਲਦਾ ਵੀ ਦੀ ਦੱਸ ਵੀ ਗੱਲਾਂ ਦਿੰਦਾ ਸੀ ਦੱਸ ਕਿਦੋਂ ਮੈਂ ਦਿੱਤੀਆਂ ਕਿ ਆਵਾਜ਼ ਮੈਂ ਆਉਂਦੀ ਜਮਿਆ ਮੇਰੀ ਕਿਵੇਂ ਬੀਵੀ चलो ਦੀ ਕਿਦੋਂ ਨਹੀਂ यार। ਆਉਂਦੀ। ਅਗਰ ਤੁਸੀਂ चलो अगर ठीक है, नजफ साहब आप भी फिर बता दें सारी बातें। क्या अगर आप मैं इतना पसंद करते हैं यार ये मैं वाली तो सारी बातें, तो मेरे आप लिए बता गैरत दें है, समझा सारी। तुम। गैरत है अल्हम्दुलिल्लाह, मैं ते मालिक दी ज़्यादा शुक्र है। गैरत वाला आदमी जो होता है ना, वो Even सिर्फ के- अपनी गैरत का नहीं, दूसरों की Even- गैरत का भी ख्याल रखता है। उसकी जुबान में गैरत ਮਿਰਜ਼ਾ है। यार ਸਾਹਿਬ ਨੇ ਨਾ ये- ਆਪਣੀ ਦੀ ਗੈਰਤ ਕੀਤੀ ਨਾ ਦੁਨੀਆ ਦੀ। ਉਹਨੇ ਆਪਣੀ ਬੀਵੀ ਦੇ ਬਾਰੇ ਵੀ ਦੱਸ ਦਿੱਤਾ ਮੁਰੀਦਾਂ ਨੂੰ ਕਿ ਭਾਈ ਇਹਨੂੰ ਚਲੋ ਹੈਜ਼ ਯਾਰ, ਐਸ ਦਿਨ ਨੂੰ ਆਂਦਾ ਤੇ ਤੁਹਾਨੂੰ ਖਤਮ ਹੁੰਦਾ ਤੇ ਗੱਲਾਂ ਦੂਸਰੀਆਂ ਦੀ ਪਸੰਦ ਆਈਆਂ ਨੇ ਬੀਵੀਆਂ ਤੇ ਤਾਂ ਤੁਸੀਂ ਵੀ ਦੱਸ ਦਿਓ। ਪਿਆਰ ਛਾਪਦਾ ਰਿਹਾ। ਤੁਸੀਂ मिर्जा पीछे साहब ना ने रहना, अपनी ਤੁਸੀਂ दिया ही भी ना दस दो बगाने यार वाली। रसूल साहब, ਹਾਂਜੀ आप लोग भी बता दें। ਉਹ ਅਸੀਂ ਮਿਰਜ਼ੇ ਥੋੜੀ ਆ, ਅਸੀਂ ਮਿਰਦੇ ਆ ਤੁਹਾਨੂੰ, नहीं है कि ना, तो ਵੱਜ फिर ਗਈ ना ਤੁਹਾਨੂੰ। करो, ना करो फिर गल। ਅਸੀਂ ਕਿਦੋਂ ਕਰਦੇ ਆ, ਅਸੀਂ ਤਾਂ ਹਾਂ। ਮਿਰਜ਼ੇ ਨਹੀਂ ਨਾ तो ਹੈ। बस ਅਸੀਂ ਤਾਂ ਦੂਜਿਆਂ ਦੀ ਧੀ ਭੈਣ ਦੀ ਵੀ ਇੱਜ਼ਤ ਕਰਦੇ ਆ, ਉਹਨਾਂ ਦੇ ਬਾਰੇ ਵੀ ਨਹੀਂ ਗੱਲ ਕਰਦੇ। ਤੇ ਇਹ ਤਾਂ ਮਿਰਜ਼ਾ ਸਾਹਿਬ ਦੀ ਖਸੂਸੀਅਤ ਸੀ ਨਾ। ठीक है, अगर वो दिल आपके कर जो रहे थे हक कर लो। बदल, आपके मसीह तुसी भी मऊद, दस आपके आ गया हमाम मेहंदी, वो यार थे जो मिस्टर एक्स अपनी साहब बीवी की ना भी थोड़ा इजाजत और दो दूसरों की औरतों की भी चलो सारी यार, सीक्रेट हमें भी बातें लोगों को इजाजत दो। बताते अब थे। आप लोगों का ना वो हो गया, आप परेशान हो गए हो सारे, घबरा जाते हो। हमारे रुक साथ जाओ, मुकाबला मिस्टर एक्स करना साहब, आपके कर बस लो की गल। बात नहीं है। ਤੁਹਾਨੂੰ नहीं, बुला नहीं, रहे अस्सलाम थे वालेकुम, ਤੁਸੀਂ मैं बोलो। नहीं नहीं मैं सिर्फ इजाजत चाहना, मैं रात का काम किया, मैं सिर्फ सोना, मैं वो था कि मैं इजाजत दे सौन दी हूं। ठीक हो गया। लो भैया, बड़ा मजा आया, थैंक यू बहुत वेरी शुक्रिया। मच। बेरेन भाई, हर सवाल सबसे पहले अपने आप से पूछना है। यार ये मैं चीज ते टोन चुक्या, खज्जल हो चुके ते मनु ते कोई ना कुरान दी नस्ल भी है कि 16% देना वाजिब है, ना तो ठुड्डा मार के ਤੁਹਾਨੂੰ ਸ਼ੀਅਤ ਤੋਂ ਬਾਹਰ ਕੱਢ ਛੜਿਆ। कोई एक खोज इकतबास ना बहुत सारे प्यारी बात की है, मुसलमान बहुत के अंदर प्यारी मिले बात। ना कुरान करीम च मौजूद है ना किसी और जगह पे मौजूद है। ते मिर्जा साहब ने ते ਤੁਹਾਨੂੰ ठुड्डा मार के ਕੱਢ ਛੜਿਆ भाई। सलाम अलैकुम तबा अलहुदा कह के, ठीक है, जमात तो भी मुझे- खराज है ते इस्लाम तो भी खराज है। जेड़ा बंदा ਉਹਦਾ ਚੰਦਾ ਪ੍ਰੋਪਰ ਹੈ ਯਾਰ, चंदा ना दवे। ਉਹਦਾ ਚੰਦਾ ਪ੍ਰੋਪਰ ਹੈ यार कैसे बंदे हैं यार ये। ਵੱਲਾ ਤੈਨੂੰ ਇਸ ਚੀਜ਼ ਨੂੰ ਤੂੰ ਡੀਪਲੀ ਸੋਚਦਾ ਨਹੀਂ। ਚਲੋ ਸਾਨੂੰ ਤਾਂ ਤੁਸੀਂ ਵਾਟਰ ਸਾਹਿਬ ਤੁਸੀਂ ਸਾਨੂੰ ਤਾਂ ਕਹਿ ਰਹੇ ਹੋ, ਠੀਕ ਹੈ, ਤੁਸੀਂ ਇਹ ਆਪਣੇ ਅੰਦਰੋਂ ਇਹ ਸਵਾਲ ਕਦੇ ਨਹੀਂ ਪੁੱਛਿਆ ਕਿ ਮੈਂ ਇਹ ਚੀਜ਼ ਕਿਉਂ ਕਰ ਰਿਹਾ? ਕਿਆ ਇਹਦੀ ਕੋਈ ਚੀਜ਼ ਮੌਜੂਦ ਹੈ? कैसी चीज है? ਮਤਲਬ ਇਹਦੀ ਕੋਈ ਨਸ ਮੌਜੂਦ ਹੈ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ? अच्छा नजफ अब्बास, मेरी बात सुनो, सिर्फ छोटी सी बात करते हैं। मैं और तुम इकट्ठे चले हैं सफर पे, ठीक है, 4 घंटे का सफर है। पहली दफा भी मैंने तुम्हें बड़ा अच्छा खाना खिलाया, दूसरी दफा भी मैंने तुम्हें बड़ा अच्छा खाना खिलाया, तीसरी दफा भी मैंने अच्छा खाना खिलाया। उस शहर में पहुंचे, मैं तुम्हें खाना बहुत अच्छा खिलाता रहा, आती दफा भी खिला दिया, फलानी दफा भी। कभी तुम्हारा दिल कहेगा कि मैं भी पैसे दे दूं तुम्हें, मैं भी इस दफा भैया अपना देना बिल मैं दूंगा? हो जाता ਯਾਰ है ना। ਮੈਂ ਤੇ ਪਹਿਲੀ ਵਾਰ ਜੇ ਅਗਰ ਤੁਸੀਂ ਮੈਨੂੰ ਖਿਲਾਓਗੇ ਨਾ ਤੇ ਸਾਡੀ ਇੱਕ ਆਦਤ ਹੈ, ਅਗਰ ਜੇ ਤੁਸੀਂ ਖਾਣੇ ਤੇ ਆਉਂਦੇ ਹੋ ਨਾ ਤੇ ਸਾਡੀ ਇੱਕ ਆਦਤ ਹੈ ਕਿ ਦੂਸਰੀ ਵਾਰ ਕਦੀ ਅਗਰ ਜਿੰਦਾ ਬੰਦਾ ਸਾਡੇ ਨਾਲ ਟੁਰਦਾ ਹੈ ਨਾ, ਅਸੀਂ ਉਵੇਂ ਦਾ ਉਹਦੇ ਨਾਲ ਟੁਰਦੇ ਹਾਂ। ਇਹ ਸਾਡੀ ਆਦਤ ਹੈ। तो भाई मेरे प्यारे भाई, हमारी जमात हमारे लिए अच्छा, इतना कुछ करती है, हम उसको $100 भी महीने के नहीं दे सकते। ਯਾਰ ਇਸ ਕੀ ਕਰਦੀ ਜਮਾਤ ਤੁਹਾਡੇ ਵਾਸਤੇ? ਕੀ ਕਰਦੀ ਹੈ? ਕੋਈ ਇੱਕ ਅੱਧਾ ਕੰਮ ਕੋਈ ਦੱਸ ਇੱਕ ਦਿਓ ਤਾਂ ਯਾਰ। ਕੋਈ ਦੱਸ ਦਿਓ ਨਾ, ਮਤਲਬ ਹੁਣ ज़िया भाई, ਉਹ कौन सी बात नहीं वो हमारे लिए करते। देखो मेरी बात सुनो ज़िया भाई, मेरी बात यार सुनो। 5 वक्त की मस्जिद
इतनी बड़ी ਇਹ मस्जिद ਗੱਲ हमारे शहर ਵੇਖੋ में बना ਮਿਰਜ਼ਾ के ਸਾਹਿਬ दी है ਨੂੰ ਵੀ जमात ने। ਸਮਝਾਣੀ ਸੀ। ਮਿਰਜ਼ਾ ਸਾਹਿਬ ਆਪ ਤੇ ਕਿਤਾਬਾਂ ਵਾਸਤੇ ਤੇ नजर ਆਪਣੇ भाई 13 ਮਿਰਜ਼ਵਾੜਿਆਂ ਵਾਸਤੇ मिलियन ਚੰਦੇ डॉलर की ਲੈਂਦੇ ਰਹੇ। मस्जिद बना के दी है। ਤੇ नजर भाई ਇੱਕ 13 ਬੰਦਾ मिलियन ਮਿਰਜ਼ਾ डॉलर ਸਾਹਿਬ की ਕੋਲ मस्जिद ਆਇਆ, बना ਉਹਨੇ के ਆਖਿਆ दी ਅਸੀਂ है। ਮਸਜਿਦ ਬਣਾ ਰਹੇ ਹਾਂ, ਕੋਈ ਚੰਦਾ ਦੇ ਦਿਓ। ਮਿਰਜ਼ਾ ਸਾਹਿਬ ਕਹਿੰਦੇ ਨਹੀਂ ਨਹੀਂ ਸਾਡੀਆਂ ਆਪਣੀਆਂ ਬਥੇਰੀਆਂ ਨੇ, ਕੋਈ ਚੰਦਾ ਚੁੰਦਾ ਨਹੀਂ ਨਿਕਲ अच्छा अच्छा मेरी ज़िया भाई बात सुन ले। 13 अच्छा मिलियन मैं डॉलर ना की हमारे शहर में मस्जिद बना के दी है। मैं 1 मिनट बाद सुन लेना, एक मिनट बाद सुन लेना। मुरब्बी साहब हमारे पास 2 मुरब्बी अवेलेबल है, ठीक है, बच्चों की तरबियत का काम ਬਸ वहाँ पे ਕਰ ਦੇ चल रहा है, ਯਾਰ, ਬਸ ਕਰ ठीक ਦੇ। है। ਇਹ अब ਮੁਸਲਮਾਨ निकाह की ਕੱਲੇ किसी को जरूरत ਪਾਕਿਸਤਾਨ है ਦੇ वो ਵਿੱਚ अवेलेबल है ਕੱਲੇ फैसिलिटी। अच्छा ਪਾਕਿਸਤਾਨ भाई ਦੇ मेरे ਵਿੱਚ प्यारे ਇੰਨੀਆਂ बात तो ਮਸਜਿਦਾਂ जवाब ਨੇ तो देने ਜਿੰਨੀਆਂ दिया ਤੁਹਾਡੇ करो, ਪੂਰੀ घबरा ही ਦੁਨੀਆ 'ਚ जाते हो। ਮਰਜ਼ਈ ਨਹੀਂ ਹੈ, अच्छा भाई ਜਿੰਨੇ बात का ਪੂਰੀ जवाब ਦੁਨੀਆ 'ਚ देने ਮਰਜ਼ਈ लगते हैं तो ਨਹੀਂ आप ਹੈ, लड़ ਇੰਨੀਆਂ पड़ते हो। ਕੱਲੇ ਪਾਕਿਸਤਾਨ 'ਚ ਮਸਜਿਦਾਂ ਨੇ। ਸਾਨੂੰ ਤਾਂ ਨਹੀਂ ਕਿਸੇ ਨੇ 16% ਮਾਨਾ ਵੈਸੇ ਲਾਇਆ। ਬੜੇ ਹੈਰਤ ਦੀ ਗੱਲ ਹੈ, 13 ਮਿਲੀਅਨ ਦੀ ਮਸਜਿਦ ਬਣਾ ਦਿੱਤੀ ਹੈ ਬਕੌਲ ਇਹਨਾਂ ਦੇ, ਜੀ। ਲੇਕਿਨ ਉਹਨਾਂ ਨੂੰ ਖੁਰਕ ਪਈ ਹੈ ਉੱਥੇ ਲੋਕਾਂ ਨੂੰ ਜਿਹੜੇ ਅਹਿਮਦੀ ਉੱਥੇ ਫਸੇ ਨੇ, ਉਹਨਾਂ ਵਾਸਤੇ ਸਾਬਨ ਨਹੀਂ ਲੈ ਕੇ ਦਿੱਤੀ $13 ਦੀ। यूसुफ ਉਹਨਾਂ भाई ਦੇ उनकी वास्ते भी कोई हम ही वकील मदद नहीं करेंगे, किया। आपने नहीं उनकी उनके मदद लिए करनी, हम उनके ही लिए करेंगे आप मदद लोगों ने उनकी। कोई अटर्नी का अरेंज नहीं किया जो क्यों उनकी नहीं वहां से भाई, बेल क्यों करवा दे। नहीं? अच्छा श्रीलंका यार, ही ऐसी हुआ। अवैध आप बताएं मुल्हिद- मुझे, कोई सबूत दें। ਅਵੈਸ है ਮੁਲਹਿਦ कोई ਵਾਲਾ प्रूफ ਸਵਾਲ आपके ਹੈ। पास? ਅਵੈਸ ਮੁਲਹਿਦ ਵਾਲਾ ਸਵਾਲ ਹੈ ਜਿਹੜਾ ਉਹਨੇ ਕੀਤਾ ਸੀ ਕਿ ਸਾਰੀ ਜ਼ਿੰਦਗੀ ਮਿਰਜ਼ਾ ਮਸਰੂਰ ਸਾਹਿਬ ਦਾ ਕੋਈ ਇੱਕ ਕੰਮ ਕਰ ਦੱਸ ਦਿਓ ਕਿ ਜਿਹੜਾ ਉਹਨਾਂ ਕੀਤਾ ਆਪਣੀ। ਅਗਰ ਹਲਫਾ ਦੀ ਮਿਸਾਲ ਤੁਸੀਂ ਦੇਣੀ ਤੇ ਮੌਲਾ ਅਲੀ ਅਲੈਹ ਇਸਲਾਮ ਨੂੰ ਜਦੋਂ ਖਿਲਾਫਤ ਮਿਲੀ ਸੀ ਨਾ, ਤੇ ਕੂਫੇ ਦੇ ਇੱਕ ਬਾਗ ਦੇ ਵਿੱਚ ਉਹ ਮਨਸੂਰੀ ਕਰ नजफ भाई ਅਗਰ जवाब ਇੱਕ लो। ਮਿੰਟ ਮੇਰੀ ਗੱਲ ਸੁਣ ਲਵੋ। ਇਹ ਚੰਦੇ ਦੇ ਨਾਲ ਬਹੁਤ ਜ਼ਿਆਦਾ ਰਿਲੇਟ ਕਰਦਾ ਹੈ, ਇਹ ਬੜਾ ਜ਼ਿਆਦਾ ਰਿਲੇਟ ਕਰਦਾ ਹੈ। ਤੁਸੀਂ ਇਹ ਦੱਸਣਾ ਹੈ ਕਿ ਮਿਰਜ਼ਾ ਮਸਰੂਰ ਸਾਹਿਬ ਦੀ ਜ਼ਿੰਦਗੀ ਦਾ ਕੋਈ ਐਸਾ ਕੰਮ ਜਿਹੜਾ ਉਹਨਾਂ ਮਜ਼ਦੂਰੀ ਦੇ ਤਹਿਤ ਕੀਤਾ ਔਰ ਉਹਨਾਂ ਤੁਹਾਡੇ ਪੈਸਿਆਂ ਦੇ ਉੱਤੇ ਨਹੀਂ ਜੋ ਪਲੇ, ਦੱਸੋ। जी मैं आपको बता देता हूँ। मिर्ज़ा मसरूर साहब, मैं अपनी वाइफ के साथ टोरंटो में मस्जिद में गया, मेरी छोटी बच्ची जो थी मैं उसको खिला रहा था, झूले दे रहा था, तो एक मेरे साथ और साहब आ गए, उनका बच्चा भी मेरे बच्चे की उम्र का ही था। मैंने उन्हें सलाम किया, वो मुझे बहुत अरसे बाद मिले थे, तो बड़ी खुशी से वो मुझे मिले, हमने एक दूसरे से बातचीत की, वही वाली सादगी, बिल्कुल सादा उसका रहन सहन, खाना पीना, बातचीत जैसे हमेशा थी। तो मेरी वाइफ ने पूछा जी कि ये बंदा कौन है, मैंने कहा जी ये हजूर के बेटे हैं, ठीक है। इंतहाई सादा शरीफ आदमी, दारुल हम्द लाहौर में वो रहता था, पढ़ता था, डॉर्मिटरी में वो रहता था 6 लड़कों के साथ, ठीक है। एक एक कमरे में 6 लड़के हुआ करते थे, बहुत नेक, बहुत शरीफ। वो है ही नहीं ऐसे बंदे कि आप उनको कहो कि वो एक रोटी के ऊपर दूसरी रोटी भी खा लेंगे, इतने ईमानदार और तो सच्चे इतने बंदे। मिलियंस की गाड़ियां और प्रॉपर्टीज की ये कहाँ से आएंगे? कोई ऐसा चक्कर नहीं है, कोई हमारी जमात, हमारा जो कुछ है ना वो हमारी जमात का है, बस हमारा कुछ भी नहीं। और जो इसी जमात तरह का है जो वो भी सब है, जनाब सवाल क्या था? जो सारी जमात है वो मिर्जा मसरूर साहब की है। जो मिर्जा मसरूर का भी है वो भी सारी जमात का है। और वो जो गाड़ी किधर है? है, मिर्जा मसरूर साहब ने कभी एक चवन्नी दी है जमात के लिए? जी मैं आपको बता देता हूँ, मिर्जा ये जो आप मसरूर साहब उनकी की खाली मर्सिडीज थूक ही देखते रह गई हैं, है, यार मेरे बच्चों सवाल को का सत्यानाश कर देता है। कर्ज रह गए। उनको तो इस्तिस्ना हासिल है, वो तो दे ही नहीं सकते चंदा। मिर्जा मसरूर साहब जो हैं वो जिस दिन उनकी जगह अल्लाह उनको लंबी उम्र दे, नए खलीफा आएंगे, आप उनको इसी गाड़ी में देखेंगे। वो वही तो ठीक कह है। रही है गाड़ियां तो आती कहाँ मिर्जा से? साहब चेंज की हो वो गया। जाती गाड़ी तो है नहीं, उनके दफ्तर की गाड़ी है, तो खलीफा की पोजीशन की वो गाड़ी है। जो यार खलीफा सिंपल बनेगा, सवाल वो था गाड़ी कि मिल मिर्जा मसरूर साहब की जिंदगी का कोई काम बताओ जो उन्होंने मजदूरी या बिजनेस किया हो और जो खुद से किया हो। जी ये सवाल जी है। मिर्जा मसरूर साहब जो हैं वो जमात में बहुत सारे उहदों पे काम कर चुके हुए हैं, और जमात के उहदे इस तरह के भी हैं जो पोजीशनें होती हैं कि जहाँ पे बाकायदा आपको तनख्वाह मिलती है, जैसे मुरब्बियान की भी तनख्वाह है। आपको अब एतराज़ होएगा कि वो तनख्वाह इतनी थोड़ी क्यों है, इसलिए मैं आपको बताता भी नहीं, ठीक है। और आपको वो हैरानी हमें हो पता है जाएगी। जितनी थोड़ी तनख्वाह है वो हमें पता है, जी। गाड़ी का पेट्रोल, घर का खर्चा, बिजली के बिल, जी सब्जी, ये वो सारा कुछ देने के बाद भी उनको 2000 हज़रत उमर से ना- उनको मिल जाता है। तो ये हमें पता है कि वो ਫਿਰ हज़रत 250-300 उमर- ਬਚ ਜਾਂਦਾ ਮਿਰਜ਼ਾ ਮਸਰੂਰ ਸਾਹਿਬ ਨੂੰ। हजरत सारा उमर कुछ नो देख तो यार हजरत आप, 250-300 बच आप जाता। जब उनको देखते हैं तो आपको क्या लगता है, क्या वो जरदारी टाइप आदमी है? मैं ना हजरत नहीं, उमर नहीं, की हमें गल तो वो है। लगता है आपको सामने ਨਹੀਂ ਨਹੀਂ जरदारी ਜ਼ਰਦਾਰੀ आ ਕੋਲ ਤੇ ਜ਼ਰਦਾਰੀ ਦੇ ਤੇ ਘੋੜਿਆਂ ਦੇ ਫਾਰਮ ਨੇ। ਮਿਰਜ਼ਾ ਮਸਰੂਰ ਸਾਹਿਬ ਕੋ ਕਿਤੋਂ ਘੋੜੇ ਆਏ? यार एक सवाल है जवाब, एक मिर्जा सवाल मिर्जा मसरूर दा साहब ते शाम ਨੂੰ ਪੀਜ਼ਾ ਡਿਲੀਵਰੀ ਵੀ ਕਰਕੇ ਆਉਂਦੇ ਨੇ ਆਪਣੇ ਕੰਮ। नहीं एक सिंपल ਦਿਹਾੜੀ सिंपल ਪਾਸ सवाल ਚਲਾਉਂਦੇ है। ਨੇ, ਸ਼ਾਮੀ ਪੀਜ਼ਾ ਡਿਲੀਵਰ ਕਰਦੇ ਨੇ। मैं सिंपल ਮਿਹਨਤ जी गल ਕਰਦੇ करन ਮਿਹਨਤ। मैं सिंपल जी गल करन लगा कि हजरत उमर ਨੂੰ ਇੱਕ ਆਮ ਜਿਹੇ ਬੰਦੇ ਨੇ ਉੱਠ ਕੇ ਖਲੋ ਪੁੱਛ ਲਿਆ ਸੀ ਕਿ ਕੁਰਤਾ ਕਿੱਥੋਂ ਲਿਆ
ਇੱਕ ਆਮ ਜਿਹੇ ਬੰਦੇ ਨੇ ਪੁੱਛ ਲਿਆ ਸੀ ਵਕਤ ਦੇ ਖਲੀਫਾ ਸਨ, ਬੇਸ਼ੱਕ ਉਹ ਇਖਤਲਾਫ ਇੱਕ ਇਹ ਮੈਨੂੰ ਤੁਸਾਂ ਤਾਂ ਨਾ ਤੁਸਾਂ ਮੈਨੂੰ ਪਤਾ ਦੇਣਾ, ਠੀਕ ਹੈ। ਈਵਨ ਕਿ ਮੌਲਾ ਅਲੀ ਇਸਲਾਮ ਨੇ ਜਦੋਂ ਕੋਫੇ ਦੇ ਵਿੱਚ ਆਪਣੀ ਖਿਲਾਫਤ ਸੰਭਾਲੀ ਸੀ ਤੇ ਆਪ ਨੇ ਇੱਕ ਚਿਰਾਗ, ਇੱਕ ਸੋਟੀ, ਇੱਕ ਜਾਨਵਰ ਸੀ, ਜਾਨਵਰ ਮੇਰੇ ਦੇਨ 'ਚ ਨਹੀਂ ਹੈ। آپ نے فرمایا کہ اگر اس تو ود میرے کولوں جدوں میں حکومت تو اتراں اس تو ود میرے کولوں کوئی شے نکلی تے مینوں سمجھ لینا کہ میں خیانت کیتی ہے۔ تسی مینوں یہ دسو کہ مرزا مسرور صاحب دا لائف سٹائل اور ساریاں چیزاں او اے جڑا دا کی مالیاتی کی ہوندا یوسفی بھائی، مالیاتی دے او کی او چیز ہوندی جی اونوں کی کہندے نے جتھے سارا او جمع ہوندا ہے بیت المال، بیت المال جو لیندے نے کہ یا انہاں دی ذاتی کوئی کمائی؟ جی اے سوال ہے میرا۔ جی مجھے نہیں یہ والی بات پتہ، میں آپ کے ساتھ بالکل بھی غلط بیانی نہیں کروں گا، لیکن میں آپ کو بتا دوں کہ ہماری جو لندن میں مسجد تھی بیت الفضل لندن، اس میں اس کی اوپرلی منزل پر ان کا اپارٹمنٹ تھا، ٹھیک ہے، اور اسی میں حضرت مرزا طاہر احمد 1984 سے 2003 تک رہے، اور اسی اپارٹمنٹ میں یہ جو ہے یہ جناب علی 2003 سے ان کی وفات کے بعد سے لے کر کم از کم 2022 تک، جب تک یہ نئی جگہ نہیں بنی وہاں پہ رہے ہیں۔ اور اب وہ اپارٹمنٹ ایک کتنا کو بڑا ہو سکتا ہے، آپ اس کی تصویر نکال لو نیٹ سے، بیت الفضل لندن، اور اس کے اوپر جو اپارٹمنٹ بنا ہوا ہے ساتھ۔ تو کتنے ملکوں کے اندر ان کے گھر ہیں مسرور صاحب کے؟ یار ہمیں گھر کی ضرورت کیا ہے، ہم احمدیوں کو گھر ہاں کی باہر کوئی تسی ضرورت ٹینٹ نہیں ٹونٹ ہے۔ لا لیندے ہو، باہر رڑے تے بھی رہ لیندے؟ بھائی جان ہم جہاں جائیں گے ہم اپنی مسجد میں ٹھہر جائیں گے۔ نہیں مسرور صاحب کے پوچھ رہا ہوں میں۔ تو مسرور صاحب کو کیا گھر کی ضرورت ہے، وہ جہاں جائیں گے مربی ہاؤس میں ان کے لیے ایک کمرہ ہوئے گا۔ آپ کو مسرور صاحب کا سٹائل بہت سادہ۔ یوسفی یہ جو ربوے والا جو گھر ہے یہ کس کا ہے؟ ربے والا گھر ان کا ہے تو پھر مربی صاحب کا تو نہ ہوا؟ تو ٹھیک ہے، تو یہاں پہ تو ہیڈ آفس ہے، وہاں پہ کہاں پہ؟ روا میں تو جماعت کا وہ نہیں headquarter کہنا ہے، مسرور صاحب کی ملکیت ہے نا وہ۔ جی وہ رہتا ہے اب اس میں کوئی تو وہ بھی انہوں نے نہیں کہاں سے خریدا ہے؟ وہ ان کو وہ کیا بزنس کرتے تھے جو انہوں نے اتنا بڑا گھر خرید لیا وہاں پہ؟ کوئی نہیں انہوں نے خریدا ہوا، میں نے پیارے بھائی کہا ہوا ہے کہ وہ خلیفہ کی پوزیشن کا گھر ہے، جیسے آپ کے پرائم منسٹر ہاؤس ہوتا ہے، جیسے آپ کا پریزیڈنٹ ہاؤس ہوتا ہے، اس طرح وہ خلیفہ کی پوزیشن کا ہے۔ مرزا مسعود تو اس میں کبھی بھی نہیں رہے کیونکہ وہ تو انگلینڈ چلے گئے تھے چیزاں پہلے پھر دن۔ ہون تسی پہلا جدوں اسی او بھائی دنیا ادھر ہی رہے ہیں، وہ ادھر ہی رہے ہیں 40-45 سال تک۔ اللہ کے بعد بندے آئے ہیں۔ وہ تو خلیفہ ہی 2003 میں بنے ہیں، تو وہ کیسے وہاں تو پہ اس سے رہتے؟ پہلے وہ کہاں رہتے تھے؟ اس سے پہلے کہاں اس سے رہتے تھے؟ پہلے ان کو جو جماعت کی طرف سے کوارٹر یا گھر ملا ہوا تھا وہاں رہتے تھے۔ اور جان دیا بھائی کوارٹر ملا ہوا تھا، ایویں نہ چٹے دن نہ نیر پائی جو کوارٹر ملا ہوا تھا۔ یوسفی پتہ نا جدو ٹوپیک شکور تھگ لائف سی نا یہ چندہ لائف آپ لوگوں کو یقین نہیں آئے گا کیونکہ آپ کے لوگوں کا بہت لیوش سٹائل ہوتا ہے اور آپ بہت زیادہ اسراف کرتے ہیں اور آپ لوگوں میں بہت زیادہ حرام خوری کی عادت ہے۔ میں نے دیکھا ہے تو آپ خلیفہ دھوکے یہ کھانا خاص کے دیکھ لے کے ساری دنیا ہی دھوکے باز۔ خلیفہ نجف بھائی، مسرور صاحب کو میں نے دیکھا نجف ہے وہ بھائی مہران ایس پر سفر کرتے ہیں۔ کلاس مرسیڈیز جو ہے نا، ایس کلاس مرسیڈیز بلٹ پروف، اس کو واٹر صاحب کتنے کی ملتی ہے؟ ہوئے گی کوئی 10 ملین پاؤنڈز کی۔ 10 ملین کی؟ اچھا تقریباً 10 ملین پاؤنڈز کی نہیں ہوگی، بہرحال تقریباً جو ہے 5 ملین کی ہے، ٹھیک ہے نا؟ ٹھیک ہے، تو آپ کو لنڈن میں کیا رسک ہے کہ آپ ایس کلاس مرسیڈیز جو ہے وہ بلٹ پروف لگائیں، جو پرنس چارلز کے پاس بلٹ پروف گاڑی نہیں؟ میرا خیال ہے ایاز بھائی کہ آپ کو شاید پتہ نہیں ہے کہ 7/7 میں لنڈن بومبنگ بھی ہو چکی ہوئی ہے۔ آپ کے ویسٹ منسٹر برج پہ 200 بندہ اچھا، بھی کچل دیا ہوا تھا ایک نہیں جہادی بات نے سنو نا، واٹس گاڑی چڑھا کے۔ جرمنی میں بھی ایک صاحب ہمارا پرائم منسٹر جو ہے اس کو زیادہ رسک ہے کہ مرزا مسرور کو زیادہ رسک ہے آپ کے لنڈن میں؟ پرائم منسٹر کی اتنی سیکیورٹی ہے کہ پوری ورلڈ میں اوپر سیٹلائٹ پھر رہا ہوتا ہے آپ کے پرائم منسٹر کے اوپر۔ اچھا، آپ کو 7/7 بومبنگ یاد ہے؟ ٹیمز کے اوپر ہر وقت ہیلی کاپٹر کھڑے ہوتے تھے، اور آپ کو وہ یاد ہے اپنا ٹیررسٹ اسکواڈ جس میں 6.5 فٹ کا ایک انگریز ہوتا تھا، آن دی اسپاٹ شاٹ کرنے کا انہیں آرڈر ہوتا تھا۔ ٹیوب کے اندر ایک پاکستانی شکل کا برازیلین لڑکا بھی مارا گیا تھا۔ ہاں تو کیا ہوا؟ ہاں تو آپ کے لندن میں جو ہے تو وہ کیا کہتے مجھے ہیں یہ بہت بات زیادہ بتاؤ نا، ٹیررزم ہے، کس کے پاس؟ بہت تھریٹس ہیں۔ تو مرزا مسرور کو تھریٹس آئی ہیں؟ کیوں نہیں آئی؟ تو تبھی تو وہاں کی گورنمنٹ نے کہا ہے کہ آپ اپنی سیکورٹی کو امپروو کرو۔ اچھا پہلے تو یہ بالکل بیت الفضل میں بیٹھے ہوتے تھے سامنے،
ऑफिस अच्छा, में जी। ये कभी गवर्नमेंट ऑर्डर आए इसको थे इसको उनको। थ्रेट्स कभी आए हैं मुझे बताओ ना। क्यों नहीं, many time, टेल मी व्हेन, multiple times, टेल मी व्हेन। हमेशा से। ना हमेशा से किधर, किसने थ्रेट स्पेशली किया इसको? मिर्जा मसरूर को सबसे पहले इंग्लैंड ईयर में किसने 2000 थ्रेट के किया? बाद से। मिर्जा हाँ जी, मसरूर को यूके में किसने थ्रेट किया मुझे बताओ। मुझे क्या पता है, तो आपकी फिर जिहादी तंजीमों फिर ने अवाई फायर लेटर क्यों आते करते थे। हो? फिर अवाई फायर हमें तो क्यों दो, करते हो? मैं यूसुफी क्यों भाई, करूं? यूसुफी देखिए भाई, मेरी बात सुने, मुझे हवाई नहीं फायर नहीं, की आप क्या सुने, आप जरूरत सुने, है। आप सुने यूसुफी भाई, जी जी। कोई थ्रेट्स नहीं इसको, कुछ भी नहीं, ठीक है। इंग्लैंड में कोई अमीर तो अमीर आदमी भी हो ना, किसी के पास कोई सिक्योरिटी नहीं कि कोई आदमी गन नहीं कैरी कर सकता, कोई सिक्योरिटी नहीं होती, आर्म सिक्योरिटी होती ही नहीं, क्योंकि इधर स्टेट जो है प्रोटेक्ट करता है इंसान को, ठीक है ना। प्रिंस चार्ल्स जो गाड़ी चलाता है वो भी बुलेट प्रूफ नहीं, ठीक है। उसमें क्या होता है, एक रेंज रोवर आगे होती है, एक पीछे होती है, बस, इससे ज़्यादा कुछ भी नहीं होता। इसके आगे भी चमचे होते हैं, पीछे भी चमचे, कोई तकरीबन इनकी 20 गाड़ी का जो है मोटरकेड होता है। यार ये कौन सा आदमी है जो इतना इसको खौफ है? लंदन में रहकर लोग जो है फिरते हैं, आप ऑक्सफोर्ड स्ट्रीट आएँ, ठीक है, रीजेंट स्ट्रीट, उधर जो है अमीर से अमीर लोग जिनके पास इतनी दौलत है वो खुले सरेआम फिरते हैं, तो ये छुपा हुआ है अपने उधर वो जो कंपाउंड है उसमें छुपा हुआ है। सब झूठ है, कोई थ्रेट नहीं, कोई थ्रेट नहीं इसको आई, कोई थ्रेट नहीं, बिल्कुल कोई थ्रेट नहीं। अगर थ्रेट हो तो इनको खुद वो सिक्योरिटी दें, सब झूठ है। दलाई लामा इधर आता है, उसके इतने फॉलोअर्स हैं, कोई साहब ही नहीं, गोरे फॉलोअर्स हैं उसके, क्या कोई सिक्योरिटी नहीं उसको मिलती? मैं वही कह रहा हूँ कि ये वो तो चलो दुनियादार लोग हैं ना, बकौल उनके, वो तो बादशाहत वो कर रहे हैं, हुकूमतें कर रहे हैं। मिर्जा मसरूर साहब को 1 इंच की हुकूमत नहीं है, 1 इंच ਜ਼ਮੀਨ नहीं है ਜਿਹਦੇ ਤੇ ਉਹਨਾਂ ਦਾ ਹੁਕਮ ਚੱਲਦਾ ਹੋਵੇ, ਤੇ ਖਤਰਾ ਉਹਨਾਂ ਨੂੰ ਪੂਰੀ ਦੁਨੀਆ ਕੋਲੋਂ ਹੈ, ਬਕੌਲ ਉਹਨਾਂ ਦੇ ਹਰ ਬੰਦੇ ਕੋਲੋਂ ਖਤਰਾ ਹੈ। प्रोटोकॉल इन्ना वड्डा नाल लाया है, बंदे सज्जे खब्बे है जी। फिर दूसरी बात ये है, वहाँ जो देखने वाले लोग हैं वो बेचारे डंकियाँ मार के असैलम करके पाकिस्तान से आते हैं, और वो लाइनों में लग के देख रहे होते हैं कि हमारे खलीफा साहब एस क्लास के अंदर प्रोटोकॉल के साथ जा रहे हैं। उनके बेचारों के केसेस अप्रूव नहीं होते, और घरों में जो है उनके कई दिन जो है खाना ही नहीं पकता। अच्छा, उन्होंने यहाँ पे भी कमाई करनी है, पाकिस्तान में भी पैसे भेजने हैं, वो आपको आगे बताते हैं कि यार हमारा इधर अमेरिका में रहते हुए घरों में खाना नहीं पक रहा। इधर यहाँ पे ना मेरी बात सुना, वो आगे आपको बताते हैं कि जनाब इंग्लैंड में हमारे घरों में खाना नहीं पक रहा। मुझे वेरी गुड, मैं यहाँ पे टिकटॉक के ऊपर मलेशिया के अंदर बंदे से बात हुई, मलेशिया वो डिटेंशन सेंटर में था। और यार आपने मलेशिया क्यों पूछा? आपने काना काछा में पूछ लेना था। सुनो आपने अफ्रीका नहीं, आपने वहाँ पे आइवरी कोस्ट में पूछना था जहाँ पे वैसे कहत पड़ा हुआ है। टिकटॉक के ऊपर बंदे ने, वहां पे वो बंदा जेल के अंदर था। अच्छा, अंदर से वो बंदा फोन, मतलब जेल मतलब डिटेंशन सेंटर में था, वो डंकी शंकी मार के आया हुआ था, और उसने अपना केस अप्लाई किया। वो अंदर कोई जॉब करता था, उसको कोई काम शाम वो देते थे, वो बकौल खुदा का खौफ करो, बकौल उसे रिंगट में से भी कुछ पैसे निकाल के वो चंदा देता था। खौफ कर लिया करो यार, इतना तुसी ना करना खौफ, इतनी बदजनी, इतना बुरा सोचना। वो बंदा यार हमारे इतने बुरे हालात, उसने बंदे बताया कि जी मैं तो इन पैसों में से भी मैं चंदा देता हूं। और जाने दो यार यूसुफ, अपना केस अप्रूव इतने बुरे हालात नहीं रहते वेस्ट में आने के बाद बंदे के। ऐसे नहीं होता कि किसी के पास रोटी भी ना हो, इतनी बुरी हालत नहीं है इवन पाकिस्तान में भी। जाने दो, इतनी मत लंबी छोड़ो। हमारा पूरा इंतजाम है, हमारे सारे सदरान, ज़ईम, साइक, हर बंदा हमारा मौजूद होता है। आपका कोई बंदा हमारा ऐसे भूखा नहीं सोता, अल्लाह का बड़ा फजल है। खारिज के साथ लोगों के जिस्म जो है ना वो जख्मी हो गए हैं, इतने उनके चलो ठीक, जिस्म पर जख्म बन गए हैं। तुम अपने बुजुर्ग आगे हमारे, तुम अब मुझे तो इजाजत, मैं चलता हूँ। तबलीगी जमात दे नाल निकलने उस्ताद जी से बात हां ਤੁਸੀਂ ਜਾਣਾ ਹੀ ਹੈ। अस्सलाम वालेकुम, ਤੁਹਾਡਾ ਤੇ ਖਲੋਣਾ ਬੰਦਾ ਵੀ ਨਹੀਂ। वालेकुम अस्सलाम रहमतुल्लाह। ਕੀ ਹਾਲ ਹੈ? अल्हम्दुलिल्लाह, अल्लाह का करम शुक्र। ਤੁਸੀਂ ਸੁਣਾਓ? ਅਲਹਮਦੁਲਿल्लाह ਕਰਮ ਵਾਲਾ। ਮੈਂ ਆਉਣ ਲੱਗਾ ਸੀ ਤੇ ਮੈਂ ਨਾ ਇੱਕ ਬੰਦਾ ਦੇਖਿਆ ਦੂਜੀ ਬਰਾੜ ਤੇ ਮੈਂ ਕਿਹਾ ਮੈਂ ਉਹਨੂੰ ਜ਼ਰਾ 2 ਮਿੰਟ ਮਿਲ ਆਵਾਂ। ਉਹ ਬੈਠਿਆ ਸੀ ਇਕੱਲਾ ਹੀ, ਸਮਝ ਲਓ ਇੱਕ ਅੱਧਾ ਬੰਦਾ ਸੀ ਉਹਦੇ ਨਾਲ, ਤੇ ਮੈਂ ਕਿਹਾ ਉਹਦੇ ਨਾਲ ਗੱਲ ਹੋ ਸਕਦੀ ਹੈ। ਕਿਹੜਾ ਬੰਦੇ ਦਾ? ਠੀਕ ਹੈ, ਉਹ ਨਾਸਰ ਕੈਨੇਡਾ ਦਾ।
ਤੇ ਮੈਂ ਕਿਹਾ ਉਹਦੇ ਨਾਲ ਹਾਂ ਅੱਛਾ ਗੱਲ ਹੋ ਉਹ ਸਕਦੀ ਨਾਸਰ ਠੀਕ ਹੋ ਗਿਆ ਤੇ ਮੈਂ ਉਹ ਕੀ ਕਹਿੰਦੇ ਸ਼ੇਖ ਆਦਿ ਵਾਲਾ ਗਰੁੱਪ ਦਾ ਕਮਲਤ ਇਸਲਾਮ ਵਾਲਾ ਜਿਹੜਾ ਨਹੀਂ ਵਰਿਆਮ ਵਾਲੇ ਐਸੀ ਬਰਾੜ ਹਾਂ ਵਰਿਆਮ ਤੇ ਵਰਿਆਮ ਵੀ ਐਸ ਫਰ ਆਈ ਨਾਓ 2-3 ਵਾਰੀ ਦੂਜੀ ਵਾਰ ਮੈਂ ਵੇਖਿਆ ਉਹਨੇ ਕੋਈ ਬੇਹੂਦਗੀ ਵਗੈਰਾ ਨਹੀਂ ਕੀਤੀ ਨਾ ਕਰਨ ਕਿਸੇ ਦਿੱਤੀ ਹੈ। ਉਹ ਠੀਕ ਲੱਗਿਆ ਮਾਹੌਲ ਤੇ ਮੈਂ ਕਿਹਾ ਮੈਂ ਉਹਦੇ ਗੱਲ ਦਿਵਾਲੇ ਪੁੱਛਾਂ ਮੈਨੂੰ ਲੱਗਦਾ ਅੱਜ ਕੱਲ ਉਹਦੇ ਦਿਵਾਲੇ ਹੋਏ ਨੇ ਵਰਿਆਮ ਹੋਰੀ ਵਗੈਰਾ ਉਹਦੇ ਮੇਰੇ ਖਿਆਲ ਨਾਲ ਜਿਹੜਾ ਉਹ ਸਵੇਰੇ ਵੀ ਰੋ ਰਹੇ ਸਨ ਤੁਸੀਂ ਗੱਲ ਮੁਕੰਮਲ ਕਰੋ ਮਾਲ ਵਰਿਆਮ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਬੰਦਾ ਸਾਡਾ ਸਵਾਲ ਵੀ ਸਿਰਫ ਕਿਸੇ ਮਿਰਜ਼ਾਈ ਦੇ ਕੰਨਾਂ 'ਚ ਪੈਣ ਦੇਵੇ ਨਾ ਉਹਦੇ ਦੁਆਲੇ ਹੋ ਜਾਂਦੇ ਨੇ ਮਿਰਜ਼ਾਈ ਕਿ ਇਹਨੂੰ ਤੂੰ ਮੌਕਾ ਕਿਉਂ ਦਿੱਤਾ ਹੈ, ਇਹਦਾ ਸਵਾਲ ਕਿਉਂ ਕਿਸੇ ਬੰਦੇ ਨੇ ਸੁਣਿਆ ਇੱਥੇ ਤੇ ਤੇਰੀ ਬਰਾੜ ਤੇ ਕਿਉਂ ਆਇਆ, ਤੂੰ ਇਹਦੇ ਨਾਲ ਲੈਕਸ ਕਿਉਂ ਕੀਤੀ। ਉਹ ਮੈਨੂੰ ਇਹੀ ਡਰ ਕਿ ਵਰਿਆਮ ਨੂੰ ਅਗਰ ਉਹਨਾਂ ਨੇ ਅੱਗੇ ਨਹੀਂ ਟੰਗਿਆ ਤੇ ਅਨਕਰੀਬ ਟੰਗ ਦੇਣਗੇ। ਜੇ ਮੈਂ ਇੱਕ ਅੱਧੀ ਵਾਰੀ ਹੋਰ ਗਿਆ ਨਾ 3-4 ਦਿਨ ਪਹਿਲੇ ਮੈਂ ਗਿਆ ਸੀ ਤੇ ਹੁਣ ਮੈਂ ਗਿਆ ਮੈਂ ਉਹ ਰਾਤੀ ਸੈਣੀ ਸਾਹਿਬ ਦੀ ਬਰਾੜ ਤੇ ਵੀ ਨਾ ਮੈਂ ਸਵਾਲ ਕੀਤਾ ਸੀ ਕਿ ਰੂਹਾਨੀ ਖਜ਼ਾਨ ਜਿਲਦ 18 ਸਫਾ 208 ਦੇ ਉੱਤੇ ਨਾ ਇੱਕ ਗਲਤੀ ਦਾ ਅਜ਼ਾਲਾ ਹੈ ਰਸਾਲਾ ਜਿਹੜਾ 12 ਸਫੇ ਦਾ ਉਹਦੇ ਚ ਮਿਰਜ਼ਾ ਕਾਨੀ ਨੇ ਲਿਖਿਆ ਕਿ ਜਿਹੜਾ ਨਾ ਮਾ ਕਾਨਾ ਮੁਹੰਮਦੁਨ ਅਬਾ ਅਹਦ ਮਿਨ ਰਿਜਾਲਿਕੁਮ ਇਹਦੀ ਤਫਸੀਰ ਹੈ ਵੇਖੋ ਕੁਰਾਨ ਕਹਿੰਦਾ ਹੈ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ ਮਰਦਾਂ ਚੋਂ ਕਿਸੇ ਦੇ ਬਾਪ ਨਹੀਂ ਤੇ ਇਹ ਤਫਸੀਰ ਹੋਣ ਲੱਗੀ ਹੈ। इसके मानी ये हैं मा काना मुहम्मदुन अबा अहदुम मिन रिजाल दुनिया वलाकिन अब्बु लिर्रिजाल आखिरा कि मुहम्मद सल्लल्लाहु अलैहि वसल्लम दुनिया दे किसे मर्द दे बाप नहीं हैं लेकिन आखिरत दे मर्दां दे बाप ने। ਇਹ ਤਫਸੀਰ ਹੋਈ ਹੈ। ਇਹ ਤਫਸੀਰ ਇਹਨੂੰ ਕਹਿੰਦੇ ਨੇ ਕਿ ਤਹਰੀਫ ਇਹਨੂੰ ਕਹਿੰਦੇ ਨੇ। ਅੱਲਾਹ ਤਾਲਾ ਕਹਿੰਦਾ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੁਸਾਂ ਮਰਦਾਂ ਚੋਂ ਕਿਸੇ ਦੇ ਵੀ ਬਾਪ ਨਹੀਂ ਹਨ ਤੇ ਇਹ ਕਹਿੰਦੇ ਨਹੀਂ ਦੁਨੀਆ ਦੇ ਮਰਦਾਂ ਦੇ ਬਾਪ ਨਹੀਂ ਹਨ ਆਖਰਤ ਦੇ ਮਰਦਾਂ ਦੇ ਬਾਪ ਹਨ। ਇਹ ਤਫਸੀਰ ਕੀਤੀ ਮਾਸ਼ਾਅੱਲਾ। ਉਹ ਮੈਂ ਨਾ ਪੁੱਛਣ ਗਿਆ ਸੀ ਨਾਸਰ ਸਾਹਿਬ ਨੂੰ ਬਈ ਇਹ ਜਿਹੜੀ ਮਿਰਜ਼ਾ ਸਾਹਿਬ ਨੇ ਲਿਖੀ ਹੈ ਗੱਲ ਮਾ ਕਾਨਾ ਮੁਹੰਮਦੁਨ ਅਬਾ ਅਹਦ ਮਿਨ ਰਿਜਾਲ ਦੁਨੀਆ ਵਲਾਕਿਨ ਅਬੁ ਲਿਰਰਿਜਾਲ ਆਖਿਰਾ ਇਹਦਾ ਰਿਜਾਲ ਦੁਨੀਆ ਤੇ ਰਿਜਾਲ ਆਖਿਰਾ ਕੌਣ ਨੇ? ਕਿਹੜੇ ਰਿਜਾਲ ਦਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬਾਪ ਨਹੀਂ ਹੈ ਤੇ ਕਿਹੜੇ ਰਿਜਾਲ ਦੇ ਉਹ ਬਾਪ ਐਨ ਨੇ? ਰਿਜਾਲ ਦੁਨੀਆ ਦੇ ਬਾਪ ਨਹੀਂ ਹੈ ਤੇ ਰਿਜਾਲ ਆਖਿਰਾ ਦੇ ਬਾਪ ਐਨ ਨੇ ਬਕੌਲ ਮਿਰਜ਼ਾ ਸਾਹਿਬ ਦੇ। ਤੇ ਉਹ ਰਿਜਾਲ ਦੁਨੀਆ ਕੌਣ ਨੇ ਤੇ ਰਿਜਾਲ ਆਖਿਰਾ ਕੌਣ ਨੇ? ਇਹ ਸਵਾਲ ਹੈ। ਉਹਨਾਂ ਆਖਿਆ ਵੀ ਮੈਂ ਇਹਦਾ ਚੈੱਕ ਕਰਕੇ ਦੱਸਾਂਗਾ ਪੜ੍ਹ ਕੇ। ਤੇ ਮੈਂ ਕਿਹਾ ਫਿਰ ਮੈਂ ਕੱਲ ਤੁਹਾਡੇ ਕਲੀਨਿਕ ਤੇ ਦੁਬਾਰਾ ਹਾਜ਼ਰ ਹੋ ਜਾਵਾਂਗਾ ਜਾਂ ਜਿਸ ਵੇਲੇ ਤੁਹਾਨੂੰ ਵੇਖਾਂਗਾ। ਉਹਨਾਂ ਨੋਟ ਕਰ ਲਿਆ ਹਵਾਲਾ। ਮੈਂ ਕਿਹਾ ਰਾਤੀ ਮੈਂ ਸੈਣੀ ਸਾਹਿਬ ਦੀ ਬਰਾੜ ਤੇ ਕੀਤਾ ਸੀ ਸਵਾਲ ਲੇਕਿਨ ਕੋਈ ਸੰਜੀਦਾ ਬੰਦਾ ਹੈ ਨਹੀਂ ਸੀ ਜਵਾਬ ਦੇਣ ਵਾਲਾ ਨਾ। ਗੈਰ ਸੰਜੀਦਾ ਜੇ ਉੱਥੇ ਬੰਦੇ ਆਏ ਹੁੰਦੇ ਨੇ ਇਕੱਠੇ ਹੋਏ ਹੁੰਦੇ ਨੇ ਉਹ ਜਮੀਲ ਆ ਹਾ 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 ਐਡੀ ਐਡੀ ਉੱਚੀ ਕਹਿ ਕੇ ਲਾ ਰਿਹਾ ਹੁੰਦਾ ਕਿ ਇਹਨਾਂ ਦੇ ਬੰਦੇ ਨੂੰ ਕਹਿ ਕੇ ਆਉਂਦਾ ਹੀ ਨਹੀਂ ਹਾਸੀ ਆਉਂਦੀ ਨਹੀਂ ਹੈ। ਪਤਾ ਲੱਗਦਾ ਕਿ ਫੇਕ ਕਰ ਰਿਹਾ ਵੇ ਐਕਟਿੰਗ। ਇਸ ਗੱਲ ਕਰਕੇ ਉਹ ਗੱਲ ਹੋ ਨਹੀਂ ਸਕੀ ਰਾਤੀ। ਤੇ ਮੈਂ ਕਿਹਾ ਨਾਸਰ ਸਾਹਿਬ ਨੂੰ ਪੁੱਛਨੇ ਆ ਇਹ ਸੰਜੀਦਾ ਆਦਮੀ ਨੇ ਇਹਦਾ ਕੋਈ ਜਵਾਬ ਦੇਣ। ਉਹਨਾਂ ਟਾਈਮ ਲੈ ਲਿਆ। ਮੈਂ ਫਿਰ ਟੋਰਾਂ ਇੱਕ ਥੋੜੀ ਜਿਹੀ ਗੱਲ ਹੋਰ ਕੀਤੀ ਹੈ ਪੈਦਾਇਸ਼ ਮੈਨੂੰ ਲੱਗਦਾ ਤਾਂ ਨਹੀਂ ਕਿ ਤੁਸੀਂ ਹੁਣ ਅਗਲੀ ਦਫਾ ਉੱਥੇ ਤੁਹਾਨੂੰ ਕੋਈ ਚੁੱਕੇਗਾ। ਉੱਥੇ ਤਾਂ ਭਾਂਬੜ ਬਲ ਗਿਆ ਹੋਣਾ ਹੁਣ ਤੱਕ ਤੇ ਨਹੀਂ। ਉਹ ਵਰਿਆਮ ਕੋਲ ਮੈਂ 3-4 ਦਿਨ ਪਹਿਲੇ ਵੀ ਹੋ ਕੇ ਆਇਆ ਤੇ ਅੱਜ ਵੀ ਕੋਈ ਥੱਲੇ ਮੈਸੇਜ ਲਿਖਣ ਲੱਗੇ ਅਸੀਂ। ਮੈਂ ਉਹਦਾ ਮੈਸੇਜ ਪੜ੍ਹਿਆ। ਮੈਂ ਡਰਾਈਵ ਕਰ ਰਿਹਾ ਸਾਰੇ ਮੈਸੇਜ ਨਹੀਂ ਪੜ੍ਹ ਸਕਦਾ ਸੀ। ਕੁਦਰਤੀ ਸਾਹਮਣੇ ਮੋਬਾਈਲ ਸਕਰੀਨ ਤੇ ਨਜ਼ਰ ਪਈ ਕੋਈ ਲਿਖਦਾ ਸੀ ਪਿਆ ਵਰਿਆਮ ਐਸੇ ਗੱਲ ਦੀ ਕਸਰ ਰਹਿ ਗਈ ਸੀ। ਮੈਨੂੰ ਤਾਂ ਇਹੀ ਸਮਝ ਆਈ ਉਹ ਕਿ ਮੇਰੇ ਵੱਲ ਇਸ਼ਾਰਾ ਕਰ ਰਿਹਾ ਸੀ। ਵੱਲਾਹੁ ਆਲਮ। ਰਾਣਾ ਰਾਸ਼ਿਦ ਸਾਹਿਬ ਆਏ ਨੇ ਸ਼ੇਖ ਲਿਆਣੇ ਇਹਨਾਂ ਕੋਲ ਹੈ ਵੇ ਜਵਾਬ ਹੈ ਤੁਹਾਡੀ ਗੱਲ ਦਾ। मैं पता नहीं मुझे क्यों उठा लिया, मैं नहीं आना चाह रहा। राणा साहब क्या हाल है? सेहत भी ठीक है जी? ठीक ठाक है। क्यों नाराज है? नाराज नहीं, मैं नींद में हूँ। नींद में बंदे मिलके तो सवाल का जवाब देने की कोशिश करें। अभी आमिर भाई ने जो सवाल रखा है मैंने वो दे दिया आपको, पहले सवाल का जवाब दे दिया था।
थोड़ी देर पहले। नहीं वो पहले का नहीं, अभी ये अभी करंट इसका मैं हवाला दे दे, मैं चेक करता हूँ, मुझे पढ़ा नहीं मैंने। जिल्द 18 है, सफ़ा 208 है। मा काना मुहम्मदुन अबा अहदिम मिन रिजालिकुम के ये मानी है, मा काना मुहम्मदुन अबा अहदिम मिन रिजालिद दुनिया वलाकिन अब्बु लिर्रिजालिल आखिरा। ए माना इदा कि मुहम्मद सल्लल्लाहु अलैहि वसल्लम इस दुनिया दे किसे मर्द दे बाप नहीं हैं, लेकिन आखिरत दे मर्दां दे बाप ने। वो मैं एक जानना मिनट चाहता बताइए, इस किताब का नाम बताइएगा, एक मिनट जरा। एक गलती का ज़ाला किताब है, रूहानी खज़ाइन जिल्द 18 है, सफ़ा 208। अच्छा मैं पढ़ के फिर दोबारा आपको बताता हूँ। राती हुसैनी साहब भी पूछते रहे ने, लेकिन वो कोई बंदा जवाब देंदा नहीं सी। आपका सवाल क्या है इसमें? रिजालुद दुनिया कौन ने ते रिजालुल आखिरा कौन ने, ए सवाल है। अच्छा रिजालुद दुनिया कौन? अल्लाह ताला ने ते मुतलकन नफी की है ना कि रसूलुल्लाह सल्लल्लाहु अलैहि वसल्लम ਤੁਹਾਡੇ ਚ ਕਿਸੇ भी मर्द दे बाप नहीं है, लेकिन मिर्जा साहब ने खुद हाँ इसका ना एक और हवाला भी है, मैं आपको एक और हवाला भी दूंगा, वहाँ पर इसकी पूरी वजाहत मौजूद है, मैं आपको दे देता हूँ, स्केच भी दे देता हूँ मैं आपको पूरा, वहाँ इस चीज़ की ना इस चीज़ की वजाहत मौजूद है, मैं आपको एक्सप्लेन कर देता हूँ थोड़ी देर में, मुझे पता है इसमें कौन सा, लेकिन थोड़ा मुझे टाइम दे, मैं आपको दे देता हूँ। मेरे इल्म के मुताबिक मिर्जा साहब ने रिजालुद दुनिया ते रिजालुल आखिरा दी जी मैं आपको बता देता हूँ, रूहानी तौर पे बाप हैं रसूल पाक सल्लल्लाहु अलैहि वसल्लम, इसी आयत की तफसीर में बताया है। मुबाहिसा चकड़ालवी है किताब का नाम, क्या है रिव्यू मुबाहिसा चकड़ालवी, उसके सफ़र नंबर 6 पे ये इसी आयत की जो है ना मिर्जा साहब ने पूरी तशरीह की है, ये उसी से रिलेटेड मज़मून है। रूहानी तौर पे किदे बाप ने, वो बंदे कौन ने, रिजालुल आखिरा कौन ने, बस जो लाकिन का लफ्ज होता है ना वो रद्द के तौर पे होता है, और लाकिन आया है ना बीच में, तो उस वजह से है। मैं आपको पूरी बात बता दूंगा, अभी मैं थोड़ा मैं पता है मुझे इस चीज का, मैं आपको बता दूंगा, समझा दूंगा पूरी तफसील से। जेड़ा भी बंदा है टाइम ही लेंदा है, चलो कोई गल नहीं, अगे दो बंदे ने मैं टाले ये तो मैं इंतजार करना, कोई अच्छी बात के लिए थोड़ा इंतजार कर लेना चाहिए, क्योंकि मुझे पता है, लेकिन मैं तैयारी के बगैर नहीं बताऊंगा, यही हमें हुक्म है। नहीं अच्छी गल है, तो अच्छी पॉजिटिव गल है कि तुसी देख के दस दियो, लेकिन ये सवाल चंगी तरह याद रखिया जो तुसी भी पढ़ा हुआ है, ये मजमून पढ़ा हुआ है। सवाल है सिर्फ मेरा सवाल है वे कि रिजालुद दुनिया कौन है ते रिजालुल आखिरा कौन है। मिर्जा साहब कहते हैं रिजालुद दुनिया दे बाप नहीं हैं ते रिजालुल आखिरा दे बाप हैं ने, और खत्म नबूवत की ये बहुत बड़ी लतीफ और लुत्फ तशरीह है मिर्जा साहब ने जो की है ना। वैसे राना साहब आपने जो जवाब पढ़ के और जवाब इंशाल्लाह आप देंगे, आप कह रहे हैं मैं कोशिश करूंगा, तो कुरान पाक की आयत पढ़ के सवाल रखा गया है, तो आप जवाब भी कुरान पाक की आयत से देंगे या किसी? नहीं मुझे कह रहे हैं चवला ना मार, अब देखे ना आप जवाब को कहेंगे चवला ना मार, ये क्या तरीका? कौन कह रहा है? ये किरमे खाकी को, ये किरमे खाकी जो है वो क्या लिख रहा है, चवला ना मार ना यार, इस तरह ना लिखो भाई। अच्छा वो कुरान पाक से आप देंगे दलील या इधर उधर से? मिर्जा साहब ने जो इस आयत खातमुन नबीयीन की तशरीह की है ना, वो कुरान इल्म के मुताबिक ही की है, ऐसी तो नहीं ना कि की उसकी आके उसकी वो पूरी तशरीह है, तवील है और उसके मुताबिक है बिल्कुल, और उसकी दलील भी पेश याद है जिसकी तफसीर में कोई आपको कोई आयत याद है अभी? ये आयत खातमुन नबीयीन की है ना, ये तो सवाल है ना, ये पढ़े ना आप आयत खातमुन पढ़े, मैं आपको समझाता हूँ भाई, ये तो सवाल रख दिया ना, औज़ु बिल्लाहि मिनश शैतानिर रजीम, मा कान मुहम्मदुन अबा अहदिम मिर रिजालिकुम वलाकिन रसूलुल्लाहि व खातमुन नबिय्यीन। अब यहाँ पे इस पे सवाल है कि मिर्जा साहब ने ये कहा कि खातमुन नबिय्यीन जो है ना, मा कान मुहम्मद, मैं आपको समझा देता हूँ, मैं समझा, वो रिजाल को उन्होंने लिया है, और रिजाल को उन्होंने ये कहा है कि मोहम्मद रसूल। पहले इससे मैं ना देखें, मैं आपको बताता हूं, खातमुन नबिय्यीन वाली गल विच कोई नहीं भाईजान, खातमुन नबिय्यीन मेरा सवाल ही मैं ताई पे ना, ये आप अगर इस बात को समझेंगे ना फिर उसको समझ आएगा। मेरा सवाल सिर्फ रिजाल दे बारे में जदा कुरान ने पहला जिक्र किया है, खातमुन नबिय्यीन ते रसूलुल्लाह अगला हिस्सा है ना, मेरा रसूलुल्लाह दे बारे सवाल है ना खातमुन नबिय्यीन। मेरा सवाल है कि मा काना मुहम्मदुन अबा अहदिम मिर रिजालिकुम, इत्थे गल खत्म हो जाती, फिक्रा खत्म हो जाता है कि मुहम्मद सल्लल्लाहु अलैहि वसल्लम तुहाडे मर्दां चों किसी दे बाप नहीं,
ਇਹ ਗੱਲ ਇੱਥੇ ਅਲੱਗਾ ਹੋ ਜਾਂਦੀ ਹੈ। ਖਾਤਮ ਨਬੀਨ ਵਾਲਾ ਮਜ਼ਮੂਨ ਨਾਲ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੀ। ਤੁਹਾਡੇ ਮਰਦਾਂ 'ਚ ਕਿਸੇ ਦੇ ਬਾਪ ਨਹੀਂ। ਇਹਦੀ ਅੱਗੋਂ ਮਿਰਜ਼ਾ ਸਾਹਿਬ ਨੇ ਇੱਕ ਕੀਤੀ ਹੈ ਕਿ ਬਈ ਦੁਨੀਆ ਦੇ ਕਿਸੇ ਮਰਦ ਦੇ ਬਾਪ नहीं लेकिन आखिरत के मर्द के बाप ने। वो आखिरत के मर्द केड़े मैं समझा देता हूँ। देखें, पहले हिस्से में जिस्मानी तौर पर रसूल पाक सल्लल्लाहु अलैहि वसल्लम किसी मर्दों के बाप नहीं है, लेकिन का लफ्ज आता है तदारक के लिए। अब आखिर में खातमुन नबीयीन, सब नबियों के ख़त्म करने वाले हैं, लेकिन रूहानी तौर पर बाप हैं। ये इसका मतलब है। रूहानी तौर पर वो हमारे सब के बाप हैं, यही बताया गया है यहाँ पर। ये इसको मैं आपको तफसील से बताऊंगा, आप बेफिक्र रहें। ये आप बड़े पुरलुत्फ मज़मून है, मैं आपको हवाला भी देता हूँ, अभी देता हूँ थोड़ी देर में। रूहानी लिखे है कि उत्थे रूहानी तौर पे बाप है और जिस्मानी तौर पे नहीं है, ये आपका इस्तेमाल। सो गए हो? चलो सिग्नल माइक म्यूट हो गया। ठीक हो ਗਿਆ। ਉਸਤਾਦ ਜੀ ਜਿਹਦੇ ਗੱਲ ਕਰ ਰਹੇ ਨੇ ਵਰਿਆਮ ਦੀ, ਉਸਤਾਦ ਜੀ ਬਿਊਟੀਫੁਲ ਦੀ ਬਰੋਡ ਲੱਗੀ ਸੀ ਤੇ ਵਰਿਆਮ ਉੱਥੇ बैठा ਸੀ ਤੇ ਬਿਊਟੀਫੁਲ अमन नज़ीर साहब, कल मैं पूरा आपको समझा दूंगा। उसमें मुझे अभी भी पता है, लेकिन मैं नींद में हूँ, तो मैं आपको इंशाल्लाह कल पूरी बात समझाऊंगा इंशाल्लाह। लेकिन आप जरा सही आप जो है ना इसको लेकर आइएगा, जहन सही और जहन होकर आइएगा, और आप मैं आपको समझा दूंगा हुसैन ईसा की ब्रॉड पे। ये इधर ही आ जाऊंगा, कोई राना साहब उन्हें बोले कि कॉल पे आ जाएं, अभी आ जाएं कॉल। कौन आ जाए? जो भी आपको कॉल कर रहा था। मुझे तो किसी ने कॉल नहीं किया सर। अच्छा चले ठीक है। नशे में मैं लानत भेजता हूँ, मैंने जिंदगी में नहीं नशा किया है। नहीं, नींद का भी नशा होता ही है ना बंदे पे। नहीं राना साहब, आप अगर मैं गलत नहीं पे वही नहीं ना जिन्होंने पहले कनाडा की कोई डीपी लाई होनी सी, अगर मैं गलत नहीं। वही सुन। हाँ जी, इन्होंने भी एक इकतबास लिखा सी, नोट डाउन किए, लेकिन उसके बाद कभी जवाब नहीं लभ्या। उस्ताद जी तुसी जी गल कर रहे ना वरियाम दी, अज ਉਹਦੇ ਨਾਲ ਕੀ ਕੀਤਾ, ਥੋੜੀ ਜਿਹੀ ਗੁਫ਼ਤਗੂ ਹੋਈ ਸੀ, तो ਉਹਦੇ ਚੀਕਾਂ ਨਿਕਲ ਗਈਆਂ। ਮਿਸਟਰ ਐਕਸ ਸਾਹਿਬ ਵੀ ਉੱਥੇ ਮੌਜੂਦ ਸਨ, ਉਹ ਤਾਂ ਵਿਚਾਰੇ ਫਿਰ ਮਿਸਟਰ ਐਕਸ ਦੇ ਦਿਵਾਲੇ ਹੋ ਗਏ। ਕਹਿੰਦੇ ਬਈ ਕੱਲ ਕਿਸੇ ਨੇ ਕੁਰਾਨ ਦੀ ਆਇਤ ਰੱਖੀ ਤੇ ਉਹ ਕੁਰਾਨ ਨੂੰ ਨਹੀਂ ਮੰਨਣਾ। ਮੈਂ ਕਿਹਾ ਤੁਸੀਂ ਤੇ ਕੁਰਾਨ ਦੀ ਡਾਇਰੈਕਟ ਆਇਤਾਂ ਕੋਟ ਕਰਕੇ ਕਿ ਮੇਰੇ ਸਾਹਮਣੇ ਕਿ ਮੈਂ ਇਹਦਾ ਮਸਤਾਕ ਹਾਂ। जिस तरह मोहम्मद रसूलुल्लाह शद्दा माल कुफार दी आए थे, तो उत्थे फरमाया कि मोहम्मद रसूलुल्लाह मुराद में लेकिन कह रहे तुसी रूहानी खजाइन नु कुरान मनदे हो, तुसी कुरान मनदे हो। मैं कहा लांती मैं कि कुरान मनना हूं रूहानी खजाइन दा, मैं तो बल्कि बरक्स शैतानी खजाइन मनना है ना। तो मिस्टर एक्स साहब ने कहा यार तू गल क्यों नहीं करन दे रहा, एक मिनट ओदी सुन ले, ओदी गल मुकम्मल नहीं होंदी तो तू विच बोल पैना। कहंदा तू विच एंबुलेंस बन गया। अच्छा वो मिस्टर एक्स उत्थे दा ਮੌਡ ਹੈ ਉਸ ਪਲਾਟ ਦਾ, ਠੀਕ ਹੈ, ਉਹ ਉਹਦੇ ਦਿਵਾਲੇ ਹੋ ਗਏ ਨੇ। ਤੇ ਇਹ ਜਿਹੜਾ ਵਰਿਆਮ ਨੇ ਕੰਮ ਕੀਤਾ ਕਿ ਉਸਤਾਦ ਨੂੰ ਚੁੱਕ ਕੇ ਨਾਲ ਉੱਤੇ ਸਵਾਲ ਵੀ ਲੈ ਲਿਆ, ਅੱਛੇ ਤਰੀਕੇ ਨਾਲ ਗੱਲ ਹੋ ਗਈ ਹੈ, ਤੇ ਇਹ ਤੇ ਮਰਜ਼ੀਆਂ ਦੀ ਮੌਤ ਹੈ ਕਿ ਅੱਛੇ ਤਰੀਕੇ ਨਾਲ ਗੱਲ ਹੋ ਜਾਏ, ਗੁਫ਼ਤਗੂ ਹੋ ਜਾਏ। ਇਹੀ ਤੇ ਉਹ ਕਹਿੰਦੇ ਨੇ ਕਿ ਬਈ ਅਗਰ ਸਿੱਧੇ ਤਰੀਕੇ ਨਾਲ ਗੁਫ਼ਤਗੂ ਹੋਏਗੀ ਤੇ ਅਸੀਂ ਗਾਲਾਂ ਕਿਤੋਂ ਕੱਢਾਂਗੇ। ਜਿਹੜੀ ਅਸੀਂ ਮਿਰਜ਼ੇ ਦੀ ਤਾਲੀਮ ਸਿੱਖੀ ਹੈ ਤੇ ਉਹਨੂੰ ਪੇਸ਼ ਕਰਨਾ ਹੈ ਕਿ ਜਿਹੜਾ ਬੰਦਾ ਸਵਾਲ ਪੁੱਛੇ ਉਹਦੀ ਫਲਾਣੀ ਢਿੰਗਣੀ ਦੇ ਸਕਣਾ, ਉਹ ਤਾਲੀਮ ਕਿੱਥੇ ਪੇਸ਼ ਕਰਾਂਗੇ। ਤੇ ਮੈਂ ਤੇ ਹੁਣ ਕੀ ਕਹਿੰਦਾ ਵਰਿਆਮ ਅਸੇ ਵੀ ਕੀ ਕਹਿੰਦਾ, ਜਿਹਨੇ ਦੋ ਸਹੀ ਲਾਏ ਨੇ, ਮੈਂ ਕਹਿੰਦਾ ਤੀਸਰਾ ਤੇ ਸਿਆ ਉਹਦਾ ਆਪਣਾ ਹੀ ਲੱਗਣਾ। ਉਹ ਨਾਸਰ ਸਾਹਿਬ ਦੇ ਤੇ ਉਹ ਬਿਲਕੁਲ ਹੀ ਖਿਲਾਫ ਹੋ ਗਏ ਨੇ। ਉਹ ਕਹਿ ਰਹੇ ਨੇ ਕਿ ਭਈ ਇਹਨਾਂ ਦਾ ਜਮਾਤ ਤੋਂ ਪੁੱਠਾ ਹੀ ਮਾਕੋ ਹੈ। ਉਹਨੇ ਦੇਖੋ ਉਹਨਾਂ ਦੇ ਕੀ ਬੰਦੇ ਨਹੀਂ ਉਹ ਪਰਸੋਂ ਤਰਸੋਂ ਮੈਂ ਸੁਣ ਰਿਹਾ ਸਾਂ, ਗਾਲਿਬਨ ਉਹ ਜ਼ਿਆ ਭਾਈ ਨਾਲ ਹੀ ਗੱਲ ਕਰ ਰਹੇ ਸਨ ਨਾਸਰ ਸਾਹਿਬ, ਤੇ ਉਹ ਬੜੇ ਮੱਦੋ ਸ਼ਾਦਤ ਦੇ ਨਾਲ ਨਾ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮਿਰਜ਼ਾ ਸਾਹਿਬ ਨੇ ਦਾਅਵੇ ਨਬੂਵਤ ਕਦੋਂ ਕੀਤਾ। ਉਹ ਕਹਿ ਰਹੇ ਸੀ 1901 ਜਾਂ 1903 ਦੇ ਵਿੱਚ ਉਹਨਾਂ ਦਾ ਦਾਅਵੇ ਨਬੂਵਤ ਹੈ ਵੇ, ਤੇ 1901 ਜਾਂ 1903 ਉਹਨੇ ਕਿਹਾ ਜੀ ਚਲੋ ਇਹ ਨੋਟ ਕਰ ਲਓ। ਅੱਛਾ, ਉਸ ਤੋਂ ਪਹਿਲੇ ਦੀ ਇੱਕ ਰਿਕਾਰਡਿੰਗ ਹੋ ਰਹੀ ਨੇ ਦੀ ਮੌਜੂਦ ਹੈ ਜਿੱਥੇ ਤਲਤ ਮਲਕ ਸਾਹਿਬ ਦੇ ਨਾਲ ਗੁੱਥੀ ਹੋ ਰਹੇ ਨੇ, ਔਰ ਨਹੀਂ ਸੋਰੀ ਉਹਦੇ ਨਾਲ ਮੀਰ ਲਤੀਫ ਦੇ ਨਾਲ, ਤੇ ਉਹ ਜਿਹੜਾ ਦੂਸਰਾ ਨਹੀਂ ਆਇਆ ਸੀ ਆਮਰ ਭਾਈ ਨੂੰ ਜਿਹੜਾ ਸਮਝਾ ਰਿਹਾ ਸੀ ਮੁਹੰਮਦੀ ਬੇਗਮ ਵਾਲਾ ਕਿੱਸਾ, ਉਹਦੇ ਨਾਲ ਕੀ ਨਾਂ ਸੀ ਉਹਦਾ, ਸ਼ਾਹਿਦਾ ਤੇ ਪਤਾ ਨਹੀਂ ਕੀ ਨਾਂ ਸੀ ਉਹਦਾ, ਖੈਰ ਉਹਦੇ ਨਾਲ ਉਹਨੂੰ ਕਹਿ ਰਹੇ ਸੀ ਕਿ ਮਿਰਜ਼ਾ ਸਾਹਿਬ ਨੇ ਤੇ ਦਾਅਵਾ ਨਬੂਵਤ ਕੀਤਾ ਹੀ ਨਹੀਂ। ਉਹ ਸਾਰਿਆਂ ਨੂੰ ਲੱਗੇ ਸੀ ਨਾਸਰ ਸਾਹਿਬ ਨੂੰ, ਹਾਂਜੀ ਉਹ ਕਹਿ ਰਹੇ ਸੀ ਕਿ ਤੂੰ ਨਾ ਤੇਰਾ ਬੰਦੋਬਸਤ ਕਰ ਰਹੇ ਸੀ, ਤੇਰਾ ਘੱਲਨੇ ਆ ਹਜ਼ੂਰ ਨੂੰ ਨਾ ਇਹਦੇ ਬਾਰੇ ਚ ਲਿਖ ਕੇ ਘੱਲੋ, ਇਹ ਇੱਥੇ ਜਹਾਜ਼ ਫੈਲਾ ਰਿਹਾ। ਉਹ ਕਹਿੰਦਾ ਤੁਸੀਂ ਚਾਹ ਲਓ, ਮਿਰਜ਼ਾ ਸਾਹਿਬ ਨੇ ਦਾਅਵੇ ਨਬੂਵਤ ਕੀਤਾ ਹੀ ਨਹੀਂ। ਤੇ ਪਰਸੋਂ ਜ਼ਿਆ ਭਾਈ ਨੂੰ ਕਵੇ ਕਿ ਮਿਰਜ਼ਾ ਸਾਹਿਬ ਨੇ ਦਾਅਵੇ ਨਬੂਵਤ ਕੀਤਾ 1901 ਜਾਂ 1903 ਚ,
ਮੈਂ ਕਿਹਾ ਉਹ ਕਮ ਸੇ ਕਮ ਬੰਦਾ ਆਪਣੀ ਗੱਲ ਤੇ ਯਾਦ ਰੱਖ ਲੈਂਦਾ। ਉਹ ਸਾਰੇ ਬੁੱਢੇ ਬਾਬੇ, ਜ਼ੇਨੀ ਮਰੀਜ਼, ਜ਼ੇਨੀ ਮਕਲੂਜ, ਕੋਈ ਦੂਸਰੇ ਵੀ ਨਾਸਰ ਨਾ ਦੀ ਆਈਡੀ, ਨਾਸਰ ਅਹਿਮਦ ਨਾ ਦੀ, ਠੀਕ ਹੈ, ਹੁਣ ਤੋਂ OTP ਲਾ ਕੇ ਆ ਗਏ। ਉਹ ਲਾਈਵ ਖੋਲੀ ਤੋਂ ਉਹਨੇ ਨੱਕ ਦੇ ਥੱਲੇ ਫੋਨ ਰੱਖਿਆ ਹੈ, ਐਡਾ ਲੰਮਾ ਅੰਦਰ ਤੱਕ ਉਹਦਾ ਮਗਜ਼ ਵੀ ਨਜ਼ਰ ਆ ਰਿਹਾ। ਉਹ ਥੱਲੇ ਕਹਿੰਦੇ ਫੋਨ ਹਟਾਏ। ਬੰਦਾ ਪੁੱਛੇ ਪੋਤੇ ਸਨੀ ਪਲਾਸ ਲਾ ਲੈ ਜਾਂ ਕੋਈ ਦੂਸਰੀ ਸ਼ੈ ਲਾ ਲੈ। ਯਾਰ ਕਸਮ ਹੈ, ਇੰਨਾ ਸਰਕਸ ਮੈਂ ਜ਼ਿੰਦਗੀ 'ਚ ਕਿਸੇ ਬੰਦੇ ਦੀ, ਕਿਸੇ ਜਮਾਤ, ਕਿਸੇ ਮਸਲਕ 'ਚ ਨਹੀਂ ਵੇਖਿਆ ਜਿੰਨਾ ਮਰਜ਼ੀਆਂ ਦੇ ਅੰਦਰ ਹੈ। ਕਿਹਦਾ ਕੈਮਰਾ ਔਨ ਹੋ ਗਿਆ ਯਾਰ ਉਹ ਆਉਂਦਾ ਨਾ, ਉਹ ਜਿਹੜਾ ਕਿ ਕੁਰਾਨ ਦੀ ਤਜਵੀਦ ਵੀ ਦਿੰਦਾ ਹੈ, ਐਕਸ ਮਰਬੀ ਕੋ 25-30 ਸਾਲ ਰਹਿ ਕੇ, ਤੇ ਹੁਣ ਜਿਹੜਾ ਉਹ ਨਾਸਰ ਅਹਿਮਦ, ਉਹਨੇ ਕਸ਼ਮੀਰੀ ਟੋਪੀ ਪਾਈ ਤੇ ਉਹ ਨੱਕ ਦੇ ਥੱਲੇ ਫੋਨ ਰੱਖਿਆ। ਉਹ ਸਾਨੂੰ ਚੀਕਾ ਮਾਰਨ ਨੇ ਮਰਜ਼ਾਈ, ਇਹ ਫੋਨ ਕੈਮਰਾ ਬੰਦ ਕਰਦੇ। ਤੁਹਾਨੂੰ ਪਤਾ ਨਾ ਜਦੋਂ ਉਹੀ ਮੈਂ ਕਹਿੰਦਾ ਇੱਕ ਤੋਂ ਇੱਕ ਜਿਹੜੀ ਇੱਥੇ ਇੱਕ ਤੋਂ ਇੱਕ ਜਿਹੜਾ ਤੁਹਾਨੂੰ ਇੱਥੇ ਜ਼ਹਿਨੀ ਮਖਲੂਕ ਇਨਸਾਨ ਮਿਲੇਗਾ। ਕੋਈ ਵੀ ਨਹੀਂ ਵੇਖਿਆ ਕੋਈ ਇਨਸਾਨ ਦੇ ਅੰਦਰ, ਇੱਕ ਵੀ ਨਹੀਂ ਹਾਲੇ ਤੱਕ ਬੰਦਾ ਵੇਖਿਆ। ਲੇਕਿਨ ਹਾਂ ਇੱਕ ਬੰਦਾ ਹੈ ਵੇ ਯਾਰ, ਉਸਤਾਦ ਜੀ ਉੱਤੇ ਥੱਲੇ ਆ ਰਹੇ ਨੇ, ਜਾ ਰਹੇ ਨੇ, ਸਮਝੋ ਬਾਰੇ ਪਤਾ ਨਹੀਂ ਮਿਲਦਾ ਉਹਦੇ ਸਿਗਨਲ ਕਿਤੇ ਡਾਊਨ ਨੇ। ਯਾਰ ਇਟਲੀ ਦੇ ਅੰਦਰ ਕੋਈ ਇਹੋ ਜਿਹੀ ਜਗ੍ਹਾ ਹੈ ਜਿਹਦਾ ਸਿਗਨਲ ਬਰਾਬਰ ਨਹੀਂ ਰਹਿੰਦੇ। ਹਾਂ ਸਿਗਨਲ ਦਾ ਮਸਲਾ ਸੀ, ਮੈਂ ਡ੍ਰੌਪ ਹੋ ਗਿਆ। ਠੀਕ ਹੋ ਗਿਆ ਉਸਤਾਦ ਜੀ, ਸਿਗਨਲ ਦਾ ਮਸਲਾ ਹੋ ਗਿਆ ਸੀ ਹਾਈਵੇ ਤੇ। ਅੱਛਾ ਜੀ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ ਮਿਸਟਰ ਐਕਸ ਸਾਹਿਬ ਨੇ, ਮੈਂ ਕਿਹਾ ਤੇ ਵਰਿਆਮ ਦੇ ਸਭ ਨਹੀਂ, ਮੈਂ ਹਵਾਲਾ ਪੜਿਆ ਕਲਮਤ ਅਲ ਫਸਲ ਦਾ ਕਿ ਤੁਸੀਂ ਤੇ ਮੁਹੰਮਦ ਰਸੂਲ ਤੇ ਮੁਰਾਦ ਮਿਰਜ਼ਾ ਕਾਦੀਆਨੀ ਨੂੰ ਲੈਂਦੇ ਹੋ। ਤੇ ਮਿਸਟਰ ਐਕਸ ਸਾਹਿਬ ਨੇ ਗਲਤੀ ਇਹ ਕਰ ਲਈ, ਉਹਨੇ ਕਿਹਾ ਯਾਰ ਅਸਲ ਮੈਨੂੰ ਹਵਾਲਾ ਦੇ ਸਕਦਾ ਕਿੱਥੋਂ ਗੱਲ ਪੜਦਾ ਹੈ, ਤੇ ਉਹ ਜੁੱਤੇ ਕੱਪੜੇ ਲੈ ਕੇ ਉਹਦੇ ਦਿਵਾਲੇ ਨਹੀਂ ਹੋ ਗਿਆ। ਉਹ ਤੂੰ ਮੰਨਿਆ ਕਿਉਂ ਹੈ, ਤੂੰ ਇਹਦੀ ਐਂਬੂਲੈਂਸ ਹੈ, ਤੂੰ ਸਾਰਾ ਇੱਥੇ ਮਨਾਜ਼ਰਾ ਬਣਾ ਛੜਿਆ ਹੈ, ਇੱਥੇ ਕੋਈ ਮੌਜੂ ਤੈਅ ਨਹੀਂ ਸੀ। ਮੈਂ ਕਿਹਾ ਯਾਰ ਇੱਕ ਬੰਦੇ ਨੇ ਹਵਾਲਾ ਮੰਗਿਆ, ਉਹਨੂੰ ਦੇ ਦਿਓ ਪੜ ਕੇ ਵਾਪਸ। ਉਹਨੇ ਉਹ ਉੱਥੇ ਭਾਂਬੜ ਬਾਲਿਆ ਜਿਹਦੀ ਹੱਦ ਹੀ ਕੋਈ ਨਹੀਂ। ਉਹ ਮਿਸਟਰ ਐਕਸ ਦੇ ਦਿਵਾਲੇ ਹੋ ਗਏ ਨੇ, ਜਦੋਂ ਕਿ ਉਸ ਬਰਾੜ ਦਾ ਮਾੜ ਹੈ। ਤੇ ਤੂੰ ਹੈ ਕੌਣ ਹੈ, ਤੇਰਾ ਨਾਂ ਕੀ ਹੈ, ਤੂੰ ਤੇਰਾ ਮਜ਼ਹਬ ਕੀ ਹੈ, ਸਾਨੂੰ ਪਤਾ ਹੀ ਨਹੀਂ, ਤੂੰ ਇੱਥੇ ਆ ਕੇ ਵੜ ਕੇ ਬਹਿ ਗਿਆ। ਉਹ ਵਿਚਾਰਾ ਯਾਰ ਮੈਨੂੰ ਇਹਦੇ ਮਿਸਟਰ ਐਕਸ ਦੇ ਪਿੱਛੇ ਪੈ ਗਿਆ ਕੌਣ? ਵਰਿਆਮ ਜਿਹਦੇ ਨਾਲ ਗੱਲ ਹੋ ਰਹੀ ਸੀ ਨਾ, ਕਹਿੰਦਾ ਤੂੰ ਉਹਦੇ ਕੋਲੋਂ ਮੰਗਿਆ ਕਿਉਂ ਹਵਾਲਾ, ਤੂੰ ਇੱਥੇ ਜਿਹੜਾ ਐਂਬੂਲੈਂਸ ਬਣ ਕੇ ਬੈਠਾ ਹੈ ਦੀ, ਤੂੰ ਗੱਲ ਨਹੀਂ ਕਰਨ ਦੇ ਰਿਹਾ। ਉਹ ਇਹੀ ਕਹਿ ਰਿਹਾ ਯਾਰ ਆਪਣੀ ਗੱਲ ਮੁਕੰਮਲ ਕਰ ਲਓ। ਜਦੋਂ ਉਹ ਬੋਲੇ, ਉਹ 1 ਸੈਕਿੰਡ ਨਹੀਂ ਬੋਲਦਾ, ਤੁਸੀਂ ਵਿੱਚ ਬੋਲ ਪੈਂਦੇ। ਇਹਨਾਂ ਨੇ ਉਹਦੀ ਵੀ ਜਿਹੜਾ ਉਹ ਅੱਛਾ ਦੂਸਰਾ ਅੱਗੂ ਪਠਾਨ ਆਇਆ ਤੇ ਕਹਿੰਦਾ ਉਹ ਆਪ ਤੂੰ ਤੇ ਆ ਗਿਆ। ਉਹਨੇ ਕਿਹਾ ਯਾਰ ਅੱਛੇ ਖਾਸ ਤੁਸੀਂ ਗੁਫ਼ਤਗੂ ਕਰਦੇ, ਕੀ ਹੋ ਗਿਆ ਤੁਹਾਨੂੰ, ਤੂੰ ਤੇ ਆ ਗਏ ਹੋ। तो कहता मैं सीधी बात करूंगा, मैं पठान हूँ। कहते तू ਇਹ ਦੱਸਣਾ ਚਾਹ ਰਿਹਾ ਕਿ ਪਠਾਨ ਬਦਤਮੀਜ਼ ਹੁੰਦੇ ਨੇ। ਐਡੇ ਇਹਨਾਂ ਦੇ ਅੰਦਰ ਛੋਟੇ ਦਿਲ ਨੇ ਕਿ ਕਿਸੇ ਮੋਤਰਜ਼ ਦਾ ਸਵਾਲ ਲੈ ਕੇ ਮੁਕੰਮਲ ਜਵਾਬ ਲੈ ਲੈਣ, 5 ਮਿੰਟ ਗੁਫ਼ਤਗੂ ਕਰਕੇ ਕਿਸੇ ਨੂੰ 1 ਮਿੰਟ ਦੇ ਦੇਣ, ਠੀਕ ਹੈ ਨਾ। ਤੇ ਉਹ ਵੀ ਉਹਦੇ ਕੋਲ ਨਹੀਂ ਹੋਇਆ। ਉਸ ਜਿਸ ਬੰਦੇ ਨੇ ਮੁਸਬਤ ਸੋਚ ਰੱਖ ਕੇ ਮਿਆਨਾ ਰਵੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਉਹਦੇ ਦਿਵਾਲੇ ਹੋ ਗਏ। ਅੱਛਾ ਖਾਸਾ ਵਿਚਾਰਾ ਮਿਸਟਰ ਐਕਸ ਨੇ कोशिश की थी, लेकिन वो मैं क्या मिस्टर साहब मैं अब्रॉड ला दूंगा, बेहतर समझो कि उत्थे गुफ्तगू कर लेना, ठीक है। ਇਹਦਾ ਫਾਇਦਾ ਕੋਈ ਨਹੀਂ, ਇਹਨਾਂ ਨੇ ਨਾ ਕਰਨ ਦੇਣੀ, ਨਾ ਇਹਨਾਂ ਦੇ ਘੋਂਸਲੇ ਹੈ ਨੇ। ਉਹ ਕਲਮਤ ਅਲ ਫਸਲ ਦੀ ਲਫ਼ਜ਼ ਬ ਲਫ਼ਜ਼ ਬਾਰਦ ਵੀ ਉਹ ਕਹ ਰਹੇ ਤੂੰ ਇੱਥੇ ਹਵਾਲਾ ਦੇ ਕੋਲੋਂ ਮੰਗਿਆ ਹੀ ਕਿਉਂ ਹੈ, ਇਹ ਤੇਰੀ ਗਲਤੀ ਹੈ। ਕਿਸੇ ਮੈਂ ਕੋਈ ਗੱਲ ਕੀਤੀ, ਕਿਸੇ ਬੰਦੇ ਨੇ ਮੇਰੇ ਕੋਲ ਹਵਾਲਾ ਮੰਗ ਲਿਆ ਕਿ ਜਨਾਬ ਜਿਹੜੀ ਤੁਸੀਂ ਗੱਲ ਕਰ ਦਲੀਲ ਕੀ ਹੈ, ਉਹਦੇ ਵੀ ਦਿਵਾਲੇ ਹੋ ਗਏ ਨੇ ਕਿ ਤੁਸੀਂ ਸਾਡੀ ਕਿਤਾਬਾਂ ਖੋਲੀਆਂ ਕਿਉਂ ਨੇ। ਤੇ ਉਹ यानी कि किताबा का कोई टाइमिंग है कि सवेरे नहीं खोल सकती तो शामी खोलनिया ने, या इन्ने बजे तो इन्ने बजे तक खुलदियां ने। किहो जी समझ नहीं आती, किहो जी जमात दे नाल पाला पै गया कि जिहदी की आखे बंदा हुण। ਐਡਾ ਲੋ ਕੈਲੀਬਰ ਤੁਹਾਨੂੰ ਦੁਨੀਆ ਤੇ ਕਿਰੇ ਨਜ਼ਰ ਨਹੀਂ ਆਵੇਗਾ ਜਿਸ ਤਰ੍ਹਾਂ ਦਾ ਇਹਨਾਂ ਦਾ ਕੈਲੀਬਰ ਹੈ ਨਾ। ਇਸ ਤਰ੍ਹਾਂ ਦਾ ਲੋ ਕੈਲੀਬਰ ਤੁਹਾਨੂੰ ਕਿਰੇ ਵੀ ਨਜ਼ਰ ਨਹੀਂ ਆਉਣ ਲੱਗਾ। ਦੁਨੀਆ ਦੇ ਉੱਤੇ ਬੰਦੇ ਕਈ ਐਸੇ ਨੇ ਜਿਹੜੇ ਆਪਣੀਆਂ ਗਲਤੀਆਂ ਨਾਲ ਜ਼ਿੰਦਾ ਨੇ, ਝੂਠ ਉੱਤੇ ਜ਼ਿੰਦਾ ਨੇ, ਗਲਤੀ ਕਰਕੇ ਤੇ ਉਹਨੂੰ ਤਸਲੀਮ ਨਹੀਂ ਕਰਦੇ ਹਨ, ਠੀਕ ਹੈ। ਲੇਕਿਨ ਉਹ ਉਹਦੇ ਉੱਤੇ ਇੰਜ ਇਸਰਾਰ ਨਹੀਂ ਕਰਦੇ, ਉਹਦੇ ਉੱਤੇ ਇਸ ਤਰ੍ਹਾਂ ਡਿੱਗ ਕੇ ਉਸ ਲੜਾਈ ਨੂੰ ਨਹੀਂ ਲੜਦੇ, ਪਿੱਛੇ ਹਟ ਜਾਂਦੇ ਨੇ ਵੀ ਠੀਕ ਹੈ ਸਾਡਾ ਇਹਦੇ 'ਚ ਮੌਕਫ ਕਮਜ਼ੋਰ ਹੈ ਤੇ ਕੋਈ ਨਹੀਂ ਲੋੜ ਹੈ ਬਹੁਤਾ ਲੜਾਈ ਭੰਡੀ ਕਰਨ ਦੀ, ਤਾਂ ਠੀਕ ਹੋ ਗਿਆ। ਜਿਹੜਾ ਕੰਮ ਗਲਤ ਹੋਣਾ ਸੀ ਸਾਡੇ ਤਰਫੋਂ ਹੋ ਗਿਆ, ਜਿਹੜਾ ਨਹੀਂ ਤਰਫੋਂ ਹੋਣਾ ਸੀ ਉਹ ਹੋ ਗਿਆ।